ਜੈ ਮਸੀਹ ਦੀ ਸਾਰਿਆਂ ਨੂੰ। ਅੱਜ ਦੀ ਬਾਈਬਲ ਸਟੱਡੀ ਦੇ ਵਿੱਚ ਅੱਜ ਆਪਾਂ ਸਿੱਖਣ ਜਾ ਰਹੇ ਹਾਂ ਅਸੈਂਸ਼ਨ ਆਫ ਜੀਸਸ ਇਨਟੂ ਹੈਵਨ ਵਰਦੀ ਟੂ ਬੀ ਸੈਲੀਬ੍ਰੇਟਡ, ਕਿ ਪ੍ਰਭੂ ਯਿਸੂ ਦਾ ਉੱਚਾ ਚੱਕਿਆ ਜਾਣਾ, ਸਵਰਗਾਂ 'ਚ ਚੱਕਿਆ ਜਾਣਾ। ਅਸੀਂ ਅੱਜ ਉਹਦੇ ਬਾਰੇ ਗੱਲ ਕਰ ਰਹੇ ਹਾਂ। ਸੋ ਅਸੀਂ ਪ੍ਰਭੂ ਜੀ ਦੀ ਅੱਜ ਇਸ ਬਾਰੇ ਦੇਖਦੇ ਹਾਂ ਕਿ ਇਸ ਦਿਨ ਨੂੰ ਵੀ ਮਨਾਉਣਾ ਚਾਹੀਦਾ ਹੈ। ਇਸ ਤੋਂ ਗਾਂ ਕਿ ਆਪਾਂ ਚੱਲੀਏ, ਆਪਾਂ ਭੈਣ ਰਮਨ ਨੂੰ ਕਹਿੰਦੇ ਹਾਂ ਕਿ ਸਾਡੀ ਪਲੀਜ਼ ਮਦਦ ਕਰੋ ਅਤੇ ਸਾਨੂੰ ਜ਼ਬੂਰ 66 ਉਹਦਾ 1 ਤੋਂ ਲੈ ਕੇ 4 ਆਇਤ ਤੱਕ ਆਪਾਂ ਪੜ੍ਹਦੇ ਹਾਂ। ਤਾਂ ਇਹ ਵਰਚਨ ਨੂੰ ਆਪਾਂ ਲੈ ਕੇ ਆਪਾਂ ਆਪਣੀ ਦੁਆ ਦੇ ਵਿੱਚ ਲੈ ਕੇ ਆਵਾਂਗੇ ਅਤੇ ਪਰਮੇਸ਼ਵਰ ਦੇ ਅੱਗੇ ਅਸੀਂ ਇਹ ਪ੍ਰਾਰਥਨਾ ਰੱਖਾਂਗੇ ਕਿ ਪ੍ਰਭੂ ਜੀ ਸਾਨੂੰ ਏਦਾਂ ਹੀ ਖੁਸ਼ੀ ਦੇ ਜਿੱਦਾਂ ਕਿ ਇਸ ਜ਼ਬੂਰ ਵਿੱਚ ਲਿਖਿਆ ਹੋਇਆ। ਸੋ ਸਾਮ 66 verse 1 to 4 ਬੇਟਾ ਪੜ੍ਹ ਕੇ ਸੁਣਾਓ ਕਿ ਪਲੀਜ਼। ਸਾਰਿਆਂ ਨੂੰ ਜੈ ਮਸੀਹ ਦੀ। ਜੈ ਮਸੀਹ ਦੀ। ਹੇ ਧਰਤੀ ਦੇ ਸਾਰੇ ਲੋਕੋ, ਪਰਮੇਸ਼ਵਰ ਦੇ ਲਈ ਲਲਕਾਰੋ, ਉਹਦੇ ਨਾਮ ਦੀ ਮਹਿਮਾ ਦੀ ਨਾਲ ਗੱਲ ਕਰ ਰਹੇ ਹੋ ਉੱਥੇ ਤੁਹਾਡੀ ਕਾਲ ਨੂੰ ਹੋਲਡ ਤੇ ਰੱਖਿਆ ਹੋਇਆ ਹੈ। ਕਿਰਪਾ ਕਰਕੇ ਲਾਈਨ ਤੇ ਬਣੇ ਰਹੋ। ਆਵਾਜ਼ ਤੇਜ਼ ਕਰਕੇ ਬਾਤ ਕਰ ਰਹੇ ਹੋ ਆਪਕੇ। ਸੋ ਇੱਥੇ ਭੈਣ ਪੜ੍ਹ ਰਹੇ ਆ ਜ਼ਬੂਰ 66 1 to 4। ਬੇਟਾ ਇੱਕ ਵਾਰੀ ਫੇਰ ਪੜ੍ਹ ਕੇ ਸੁਣਾਇਓ, ਥੋੜਾ ਜਿਹਾ ਪ੍ਰੋਪਰ ਰਿਕਾਰਡ ਨਹੀਂ ਹੋ ਰਿਹਾ ਸੀਗਾ। ਸੋ ਇੱਕ ਵਾਰੀ ਪਲੀਜ਼ ਪੜ੍ਹ ਕੇ ਸੁਣਾਵੋ ਜ਼ਬੂਰ 66 from verse 1 to 4 ਪਲੀਜ਼। ਹੇ ਧਰਤੀ ਦੇ ਸਾਰੇ ਲੋਕੋ, ਪਰਮੇਸ਼ਵਰ ਦੇ ਲਈ ਲਲਕਾਰੋ, ਉਹਦੇ ਨਾਮ ਦੀ ਮਹਿਮਾ ਦੇ ਭਜਨ ਕੀਰਤਨ ਕਰੋ, ਉਹਦੀ ਮਹਿਮਾ ਦੀ ਉਸਤਤ ਕਰੋ। ਪਰਮੇਸ਼ਵਰ ਨੂੰ ਆਖੋ, ਵਾਹ ਤੇਰੇ ਕੰਮ ਕਿੱਡੇ ਡਰਾਉਣੇ ਹਨ। ਤੇਰੀ ਮਹਾ ਸਮਰੱਥਾ ਦੇ ਕਾਰਨ ਤੇਰੇ ਵੈਰੀ ਤੇਰੇ ਅੱਗੇ ਹਿੱਚ ਕੇ ਆਉਣਗੇ। ਸਾਰੀ ਧਰਤੀ ਦੇ ਲੋਕ ਤੈਨੂੰ ਮੱਥਾ ਟੇਕਣਗੇ ਤੇ ਤੈਨੂੰ ਗਾਉਣਗੇ, ਉਹ ਤੇਰੇ ਨਾਮ ਦੇ ਭਜਨ ਗਾਉਣਗੇ। ਆਮੀਨ ਆਮੇਨ। ਸੋ ਦੇਖੋ ਆਪਾਂ ਇਸੇ ਦੁਆ ਨੂੰ ਆਪਾਂ ਪ੍ਰਭੂ ਅੱਗੇ ਲੈ ਕੇ ਆਨੇ, ਜਿੱਦਾਂ ਇਸ ਨੂੰ ਦਾਊਦ ਨੇ ਗਾਇਆ ਸੀਗਾ ਕਿ ਪ੍ਰਭੂ ਜੀ ਸੱਚਮੁੱਚ ਤੇਰੀ ਸਾਡੀ ਜ਼ਿੰਦਗੀ 'ਚ ਇਹ ਪੂਰੀਆਂ ਹੋਣ। ਆਮੇਨ। ਸੋ ਅੱਜ ਆਪਾਂ ਚਲੋ ਪ੍ਰਭੂ ਅੱਗੇ ਲੈ ਕੇ ਆਈਏ ਪਿਤਾ ਜੀ, ਜਿੱਦਾਂ ਇਹ ਜ਼ਬੂਰ ਲੇਖਨੇ ਦੇ ਗੀਤ ਤੇਰੇ ਗਾਇਆ, ਅੱਜ ਅਸੀਂ ਜੋ ਤੇਰੇ ਜੀ ਉੱਠਣ ਦੇ ਬਾਰੇ ਵੀ, ਕਿ ਜਦੋਂ ਤੁਸੀਂ ਸਵਰਗਾਂ ਤੋਂ ਚੱਕੇ ਗਏ ਸੀ ਸਵਰਗਾਂ ਨੂੰ, ਉਦੋਂ ਉਸ ਵਕਤ ਇਸ ਧਰਤੀ ਵਿੱਚ ਸ਼ੈਤਾਨ ਨੂੰ ਪਤਾ ਲੱਗ ਗਿਆ ਸੀ ਕਿ ਅੱਜ ਉਹ ਬਿਲਕੁਲ ਕੰਪਲੀਟਲੀ ਹਾਰ ਚੁੱਕਿਆ ਆ। ਤੁਹਾਡੀ ਜ਼ਿੰਦਗੀ ਵਿੱਚ ਅੱਜ ਨਥਿੰਗ ਬਟ ਵਿਕਟਰੀ ਆ। ਤੁਸੀਂ ਸਾਡੇ ਉੱਤੇ ਪੂਰੇ ਪਰਮੇਸ਼ਵਰ ਦਾ ਆਨੰਦ ਆ। ਸੋ ਚਲੋ ਆਪਾਂ ਦੁਆ ਕਰੀਏ। ਪ੍ਰਭੂ ਜੀ ਅੱਜ ਅਸੀਂ ਐਸੇ ਲਲਕਾਰੇ ਦੇ ਨਾਲ ਪਿਤਾ ਪਰਮੇਸ਼ਵਰ ਜੀ ਇਸ ਧਰਤੀ ਦੇ ਵਿੱਚ ਤੈਨੂੰ ਜੈ ਜੈ ਆਖ ਆਖਦੇ ਹਾਂ, ਤੈਨੂੰ ਜੈ ਜੈਕਾਰ ਤੇਰੀ ਨਾਮ ਦੇ ਅਸੀਂ ਕਰਦੇ ਹਾਂ। ਪ੍ਰਭੂ ਜੀ ਅਸੀਂ ਪੂਰੇ ਮੰਨ ਗਏ ਆ, ਪੂਰੇ ਜਾਣ ਗਏ ਆ ਮੇਰੇ ਪਿਤਾ ਪਰਮੇਸ਼ਵਰ ਕਿ ਤੇਰਾ ਨਾਮ ਸੱਚ ਉੱਚਾ ਆ। ਪ੍ਰਭੂ ਜੀ ਤੁਸੀਂ ਜਿੱਦਾਂ ਸਵਰਗਾਂ 'ਚ ਚੁੱਕੇ ਗਏ ਆ ਪਿਤਾ ਪਰਮੇਸ਼ਵਰ ਜੀ, ਐਸੇ ਦਿਨਾਂ ਦੇ ਉੱਤੇ ਪਿਤਾ ਪਰਮੇਸ਼ਵਰ ਜੀ ਅਸੀਂ ਅੱਜ ਆਪਣੀਆਂ ਅੱਖਾਂ ਤੁਹਾਡੇ ਉੱਤੇ ਲਾਈਆਂ ਹੋਈਆਂ ਪਿਤਾ ਜੀ, ਕਿ ਸਾਡੀਆਂ ਵੀ ਜ਼ਿੰਦਗੀਆਂ ਤੇਰੇ ਨਾਲ ਉਦਾਂ ਉੱਚੀਆਂ ਚੱਕੀਆਂ ਗਈਆਂ। ਅਸੀਂ ਵੀ ਪ੍ਰਭੂ ਜੀ ਤੇਰੇ ਨਾਲ ਪ੍ਰਭੂ ਜੀ ਉਸ ਸਵਰਗੀ ਜਗ੍ਹਾ ਤੇ ਪ੍ਰਭੂ ਜੀ ਸੱਜੇ ਹੱਥ ਪਿਤਾ ਜੀ ਪਿਤਾ ਪਰਮੇਸ਼ਵਰ ਦੇ ਨਾਲ ਬੈਠੇ ਹੋਏ ਆ। ਪ੍ਰਭੂ ਜੀ ਤੇਰਾ ਧੰਨਵਾਦ ਆਖਦੇ, ਤੇਰਾ ਸ਼ੁਕਰ ਰੱਖਦੇ ਹਾਂ। ਪ੍ਰਭੂ ਜੀ ਤੇਰੀ ਮਿਹਰ ਤੇਰੀ ਕਿਰਪਾ ਅਸੀਂ ਪ੍ਰਭੂ ਜੀ ਧੰਨ ਆਖਦੇ ਹਾਂ। ਸਾਰੀ ਗਲੋਰੀ ਅਸੀਂ ਤੈਨੂੰ ਦਿੰਦੇ ਪ੍ਰਭੂ ਜੀ। ਅੱਜ ਅਸੀਂ ਤੇਰੇ ਜੀਨ ਪ੍ਰਭੂ ਜੀ, ਤੇਰੇ ਜੋ ਉੱਚੇ ਚੱਕਣ ਦੇ ਜੋ ਤੇ ਸਵਰਗਾਂ ਤੁਸੀਂ ਜਿਹੜੇ ਚੱਕੇ ਗਏ ਆ ਪਿਤਾ ਪਰਮੇਸ਼ਵਰ ਜੀ, ਅੱਜ ਅਸੀਂ ਉਹ ਦਿਨ ਮਨਾ ਰਹੇ ਹਾਂ ਪਿਤਾ ਜੀ। ਆਈ ਨੋ ਮੈਨੀ ਪੀਪਲ ਇਸ ਦਿਨ ਨੂੰ ਨਹੀਂ ਮਨਾਉਂਦੇ, ਪਰ ਪ੍ਰਭੂ ਜੀ ਇਸ ਦੇ ਬਾਰੇ ਅੱਜ ਜਦੋਂ ਅਸੀਂ ਡੂੰਘਾਈ ਵਿੱਚ ਜਾਣਾਂਗੇ ਤੇ ਪ੍ਰਭੂ ਜੀ ਅਸੀਂ ਜਾਣ ਜਾਵਾਂਗੇ ਕਿ ਪ੍ਰਭੂ ਜੀ ਇਹ ਦਿਨ ਸਭ ਤੋਂ ਵੀ ਮਹੱਤਵਪੂਰਨ ਪਰਮੇਸ਼ਵਰ ਦਿਨ ਆ। ਪ੍ਰਭੂ ਜੀ ਅਸੀਂ ਤੇਰੀ ਅੱਜ ਗਲੋਰੀ ਆਖਦੇ ਪ੍ਰਭੂ ਜੀ, ਤੇਰਾ ਧੰਨਵਾਦ ਆਖਦੇ। ਥੈਂਕ ਯੂ ਲੋਰਡ ਕਿ ਤੁਸੀਂ ਅੱਜ ਉਸ ਸ਼ੈਤਾਨ ਨੂੰ ਹਰਾ ਦਿੱਤਾ ਪਿਤਾ ਪਰਮੇਸ਼ਵਰ ਜੀ। ਸਾਡੀਆਂ ਜ਼ਿੰਦਗੀਆਂ 'ਚੋਂ ਹਰ ਤਰ੍ਹਾਂ ਦੀ ਸ਼ੈਤਾਨੀ ਰੂਹ, ਹਰ ਤਰ੍ਹਾਂ ਦੀ ਗੰਦਗੀ ਚਲੀ ਗਈ ਹੈ ਯਿਸੂ ਕੇ ਨਾਂ 'ਚ ਪਿਤਾ ਜੀ। ਤੇਰਾ ਸ਼ੁਕਰ ਰੱਖਦੇ, ਤੇਰਾ ਧੰਨਵਾਦ ਰੱਖਦੇ ਪ੍ਰਭੂ ਜੀ। ਅਤੇ ਸਾਰੀ ਬਾਈਬਲ ਸਟੱਡੀ ਪ੍ਰਭੂ ਜੀ ਅਸੀਂ ਤੇਰੇ ਹੱਥਾਂ 'ਚ ਦੇ ਦਿੰਦੇ। ਪਾਕਰੂ ਪੁੱਤਰ ਆਤਮਾ ਜੀ ਤੁਸੀਂ ਸਭਨਾਂ ਦੀਆਂ ਜਿਹੜੀਆਂ ਆਤਮਕ ਅੱਖਾਂ ਖੋਲ ਦਿਓ, ਆਤਮਕ ਕੰਨ ਖੋਲ ਦਿਓ, ਸਾਡੇ ਮਨ ਖੋਲ ਦਿਓ ਤਾਂ ਕਿ ਅਸੀਂ ਇਸ ਵਚਨ ਨੂੰ ਆਪਣੇ ਵਿੱਚ ਲੈ ਸਕੀਏ। ਅਸੀਂ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਕੇ ਨਾਮ ਦੇ ਵਿੱਚ। ਆਮੇਨ ਐਂਡ ਆਮੇਨ। ਸੋ ਅੱਜ ਆਪਾਂ ਜਿੱਦਾਂ ਸਾਨੂੰ ਭੈਣ ਦੱਸ ਕੇ, ਜਿੱਦਾਂ ਆਪਾਂ ਪੜ੍ਹ ਕੇ ਗਏ ਹਾਂ ਕਿ ਅਸੀਂ ਅੱਜ ਪ੍ਰਭੂ ਦੀ ਖੁਸ਼ੀਆਂ ਮਨਾ ਰਹੇ ਹਾਂ ਇਸ ਧਰਤੀ ਵਿੱਚ, ਕਿਉਂਕਿ ਐਸੇ ਦਿਨ ਦੇ ਵਿੱਚ ਇੱਥੇ ਹੀ ਆਪਾਂ ਦੇਖਿਆ ਆ ਕਿ ਪ੍ਰਭੂ ਜੀ ਨੇ
ਪ੍ਰਭੂ ਜੀ ਚੱਕੇ ਗਏ ਸਵਰਗਾਂ ਦੇ ਵਿੱਚ। ਆਮੇਨ। ਸੋ ਅਸੀਂ ਇਸ ਦੇ ਬਾਰੇ ਅੱਜ ਆਪਾਂ ਇਹਦੀ ਆਪਾਂ ਨੂੰ ਓਨੀ ਖੁਸ਼ੀ ਮਨਾਉਣੀ ਚਾਹੀਦੀ ਹੈ ਜਿੱਦਾਂ ਕਿ ਆਪਾਂ ਕ੍ਰਿਸਮਸ ਨੂੰ ਮਨਾਉਂਦੇ ਹਾਂ, ਜਿੱਦਾਂ ਆਪਾਂ ਈਸਟਰ ਸੰਡੇ ਨੂੰ ਮਨਾਉਂਦੇ ਹਾਂ ਜਾਂ ਗੁੱਡ ਫਰਾਈਡੇ ਨੂੰ ਮਨਾਉਂਦੇ ਹਾਂ ਕਿ ਜਦੋਂ ਪ੍ਰਭੂ ਜੀ ਦਾ ਜਨਮ ਹੋਇਆ ਸੀਗਾ ਜਾਂ ਪ੍ਰਭੂ ਜੀ ਜਦੋਂ ਸੂਲੀ ਤੇ ਮਾਰੇ ਗਏ ਸੀਗੇ ਜਾਂ ਜਦੋਂ ਮੁੜ ਕੇ ਜੀ ਉੱਠੇ ਸੀਗੇ। ਉਹ ਹਰ ਇੱਕ ਮਾਇਨਾ ਰੱਖਦੇ ਆ, ਰਾਈਟ, ਕਿ ਪ੍ਰਭੂ ਜਦੋਂ ਇੱਥੇ ਆਏ ਸੀ ਉਹ ਸਾਡੇ ਮਿਲਾਪ ਕਰਾਉਣ ਲਈ ਆਏ ਸੀਗੇ। ਜਦੋਂ ਕ੍ਰਾਸ ਤੇ ਮਾਰੇ ਗਏ ਆ ਉਹ ਆਪਣਾ ਨੇ ਖੂਨ ਸ਼ੈਡ ਕੀਤਾ ਤਾਂ ਕਿ ਅਸੀਂ ਉਹਨਾਂ ਦੇ ਵਿੱਚ ਸਾਡੇ ਸਾਰੇ ਪਾਪ ਮਾਫ ਹੋ ਜਾਣ। ਜਦੋਂ ਪ੍ਰਭੂ ਜੀ ਰੈਸਟੋਰੈਕਟ ਹੋਏ ਸੀਗੇ ਉਹਦਾ ਮਤਲਬ ਹੈ ਕਿ ਉਹਨਾਂ ਨੇ ਉਸ ਡੰਗ ਦੇ ਮੌਤ ਨੂੰ ਖਤਮ ਕਰ ਦਿੱਤਾ, ਉਸ ਮੌਤ ਨੂੰ ਹਰਾ ਦਿੱਤਾ ਕਿ ਉਸ ਆਪਣੇ ਕਬਰ ਨੂੰ ਛੱਡ ਕੇ ਇਸ ਦੁਨੀਆ ਵਿੱਚ ਵਾਪਸ ਆਏ। 40 ਦਿਨ ਰਹੇ। ਹੁਣ ਈਸਟਰ ਤੋਂ ਲੈ ਕੇ ਅੱਜ ਕੱਲ ਜਦ ਚਲਾ ਗਿਆ ਆ ਉਤੋਂ 40 ਦਿਨ ਪੂਰੇ ਹੋ ਗਏ ਨੇ ਅਤੇ ਪ੍ਰਭੂ ਯਿਸੂ ਅੱਜ ਪ੍ਰਭੂ ਸਵਰਗਾਂ ਵਿੱਚ ਚੱਕੇ ਗਏ ਨੇ। ਆਮੇਨ। ਸੋ ਆਪਾਂ ਇਸ ਦਿਨ ਨੂੰ ਕਿੱਦਾਂ ਭੁੱਲ ਸਕਦੇ ਹਾਂ ਕਿਉਂਕਿ ਅੱਜ ਆਪਾਂ ਇਹਦੇ ਬਾਰੇ ਜਾਣ ਰਹੇ ਹਾਂ ਕਿ ਜੋ ਪ੍ਰਭੂ ਸਵਰਗਾਂ ਨੂੰ ਜਿਸ ਕੰਮ ਲਈ ਛੱਡ ਕੇ ਆਏ ਸੀਗੇ ਉਹ ਇੱਥੇ ਪੂਰਾ ਕਰਕੇ ਜੋ ਕਰਨਾ ਸੀ ਉਹ ਕੀਤਾ, ਪੂਰਾ ਕਰਕੇ ਸਵਰਗਾਂ ਨੂੰ ਹੁਣ ਸਦਾ ਦੇ ਲਈ ਪਿਤਾ ਪਰਮੇਸ਼ਰ ਉਹਨਾਂ ਨੇ ਚੱਕ ਲਿਆ ਆ। ਆਮੇਨ। ਸੋ ਹੁਣ ਆਪਾਂ ਨੂੰ ਇੰਨਾ ਪਤਾ ਕਿ ਪ੍ਰਭੂ ਯਿਸੂ ਇੱਕ ਉਹ ਪਰਸਨ ਸੀ ਕਿਉਂਕਿ ਪ੍ਰਭੂ ਯਿਸੂ ਆਪਣੇ ਆਪ ਨੂੰ ਕੀ ਕਹਿੰਦੇ ਸੀਗੇ, ਮੈਂ ਮਨੁੱਖ ਦਾ ਬੇਟਾ। ਆਮੇਨ। ਸੋ ਮਨੁੱਖ ਦੇ ਬੇਟਾ ਹਜੇ ਜੰਮਣ ਤੋਂ ਪਹਿਲਾਂ ਉਹ ਇਨਸਾਨ ਆ, ਕਹਿ ਦੋ ਕਿ ਜਾਂ ਮਨੁੱਖ ਦਾ ਬੇਟਾ ਪਹਿਲਾਂ ਆ ਜਿਹੜੇ ਕਿ ਲੋਕੀ ਉਹਦੀ ਵੇਟ ਕਰ ਰਹੇ ਸੀਗੇ ਕਿ ਇਹ ਕਦ ਆਵੇ ਕਿਉਂਕਿ ਇਹਦੇ ਬਾਰੇ ਪ੍ਰਭੂ ਨਬੀ ਅਜ਼ਾਇਆ ਨੇ ਤੇ ਬਹੁਤ ਹੋਰ ਵੀ ਨਬੀਆਂ ਨੇ, ਜਿਹੜਾ ਨਬੀ ਅਜ਼ਾਇਆ ਸੀ ਉਹਨੇ ਇਹਨਾਂ ਬਾਰੇ ਬਹੁਤ ਡੀਟੇਲ ਦੇ ਵਿੱਚ ਦੱਸਿਆ ਗਿਆ ਸੀਗਾ। ਸੋ ਹੁਣ ਇਹਦੇ ਬਾਰੇ ਵਚਨ ਦੇ ਅਨੁਸਾਰ ਬਹੁਤ ਲੋਕੀ ਵੇਟ ਕਰ ਰਹੇ ਸੀਗੇ ਕਿ ਕਦ ਇਹ ਮਸੀਹਾ ਆਵੇ, ਕਦ ਸਾਨੂੰ ਬਚਾਵੇ, ਕਦ ਸਾਨੂੰ ਮੁਕਤੀ ਮਿਲੇ। ਸੋ ਆਪਾਂ ਪਹਿਲਾਂ ਦੇਖਦੇ ਹਾਂ ਕਿ ਇਹ ਉਹ ਪਹਿਲਾ ਇਨਸਾਨ ਆ ਇਸ ਦੁਨੀਆ ਦੇ ਵਿੱਚ ਜਿਸ ਦੇ ਲਈ ਇਸ ਜੰਮਣ ਤੋਂ ਪਹਿਲਾਂ ਹੀ ਉਹ ਇਹਦੀਆਂ ਇੱਕ ਤਰ੍ਹਾਂ ਦੀਆਂ ਖੁਸ਼ੀਆਂ ਸ਼ੁਰੂ ਹੋ ਗਈਆਂ ਸੀ। ਆਮੇਨ। ਸੋ ਸਾਡੇ ਪਹਿਲਾਂ ਭੈਣ ਸਾਨੂੰ ਪੜ੍ਹ ਕੇ ਸੁਣਾਉਣਗੇ ਕਿ ਆਪਾਂ ਨੂੰ ਕਿੱਦਾਂ ਪਤਾ ਆ ਕਿ ਇਹਨਾਂ ਦੇ ਲਈ ਵੇਟ ਕੋਈ ਕਰਦਾ ਪਿਆ ਸੀਗਾ। ਆਪਾਂ ਲੂਕਾ ਦੀ ਕਿਤਾਬ 2 ਚੈਪਟਰ ਉਹਦੀ 25ਵੀਂ ਤੋਂ ਲੈ ਕੇ ਅਸੀਂ 26ਵੀਂ ਆਇਤ ਤੱਕ ਪੜ੍ਹਦੇ ਹਾਂ ਤੇ ਇੱਥੇ ਆਪਾਂ ਨੂੰ ਪਤਾ ਲੱਗਦਾ ਆ ਕਿ ਜਿਹੜਾ ਉਹ ਸਿਮਿਓਨ ਸੀਗਾ ਜਦੋਂ ਇਹਨਾਂ ਨੇ ਨਿੱਕਾ ਬੇਬੀ ਯਿਸੂ ਸੀਗੇ ਉਹਨਾਂ ਨੇ ਆਪਣੇ ਹੱਥਾਂ 'ਚ ਲੈ ਕੇ ਕੀ ਕੀਤਾ ਸੀਗਾ, ਉਹਨਾਂ ਨੇ ਉਸ ਪਰਮੇਸ਼ਰ ਦੀ ਉਪਾਸਨਾ ਕੀਤੀ ਸੀ। ਕਹਿੰਦੇ ਧੰਨ ਹੈ ਮੇਰੀਆਂ ਜਿਹੜੀਆਂ ਇਨ ਅੱਖਾਂ ਨੇ ਮਰਨ ਤੋਂ ਪਹਿਲਾਂ ਮਸੀਹਾ ਦੇ ਦਰਸ਼ਨ ਕਰ ਲਏ। ਸੋ ਬੇਟਾ ਸਾਨੂੰ ਪੜ੍ਹ ਕੇ ਸੁਣਾਉਂਗੇ ਲੂਕ ਚੈਪਟਰ 2 ਵਰਸ 25 to 26। ਆਮੇਨ। ਸੋ ਸਾਡੇ ਭੈਣ ਸਾਡੇ ਨਾਲ ਪੜ੍ਹਨਗੇ। ਚਲੋ ਬੇਟਾ ਪੜ੍ਹੋ ਪਲੀਜ਼। ਅਤੇ ਵੇਖੋ ਯਰੂਸ਼ਲਮ ਵਿੱਚ ਸਿਮੋਨ ਕਰਕੇ ਇੱਕ ਮਨੁੱਖ ਸੀ ਅਤੇ ਉਹ ਧਰਮੀ ਅਤੇ ਭਗਤ ਲੋਕ ਸੀ ਅਤੇ ਇਜ਼ਰਾਈਲ ਦੀ ਤਸੱਲੀ ਦੀ ਉਡੀਕ ਵਿੱਚ ਸੀ ਅਤੇ ਪਵਿੱਤਰ ਆਤਮਾ ਉਸ ਉੱਤੇ ਸੀ ਅਤੇ ਉਹਨੂੰ ਪਵਿੱਤਰ ਆਤਮਾ ਨੇ ਖਬਰ ਦਿੱਤੀ ਸੀ ਭਾਈ ਜਦ ਤੀਕਰ ਤੂੰ ਪ੍ਰਭੂ ਦੇ ਮਸੀਹ ਨੂੰ ਨਾ ਵੇਖੇ ਤੂੰ ਨਾ ਮਰੇਗਾ। ਆਮੀਨ। ਆਮੇਨ। ਸੋ ਪਵਿੱਤਰ ਆਤਮਾ ਜੀ ਨੇ ਇਹਨਾਂ ਨੂੰ ਦੱਸਿਆ ਸੀ ਕਿ ਜਿੰਨੀ ਚਿਰ ਤੂੰ ਪ੍ਰਭੂ ਯਿਸੂ ਨੂੰ ਨਹੀਂ ਦੇਖੇਗਾ ਉਨੀ ਚਿਰ ਤੂੰ ਮਰੇਗਾ ਨਹੀਂ। ਮਤਲਬ ਕਿ ਮਸੀਹਾ ਉਹਨੂੰ ਪਤਾ ਸੀ ਆਊਗਾ। ਹੁਣ ਆਪਾਂ ਐਕਚੁਅਲੀ ਜਸਟ ਏਦਾਂ ਹੀ ਇਹਦਾ 29 ਤੋਂ ਲੈ ਕੇ 32 ਤੱਕ ਪੜ੍ਹਦੇ ਹਾਂ ਕਿ ਜਦੋਂ ਇਹਨੇ ਪ੍ਰਭੂ ਯਿਸੂ ਨੂੰ ਆਪਣੇ ਹੱਥਾਂ 'ਚ ਲੈ ਕੇ ਦੇਖਿਆ, ਉਹ ਨਿੱਕਾ ਬੇਬੀ ਜਦੋਂ ਪ੍ਰਭੂ ਯਿਸੂ ਸੀਗੇ, ਆਪਾਂ ਇਹ ਤੋਂ ਗਾਂ ਆਪਾਂ ਪੜ੍ਹਦੇ ਹਾਂ ਐਸੇ ਦਾ 29 ਤੋਂ ਲੈ ਕੇ 32 ਦੀ ਆਇਤ ਤੱਕ ਵੀ ਸਾਨੂੰ ਭੈਣ ਪੜ੍ਹ ਕੇ ਸੁਣਾਓ ਕਿ ਉਹ ਇਹਨੇ ਕੀ ਕਿਹਾ ਸੀਗਾ। ਜਦੋਂ ਇਹਨੇ ਪ੍ਰਭੂ ਯਿਸੂ ਨੂੰ ਆਪਣੇ ਹੱਥਾਂ 'ਚ ਲਿਆ ਸੀ ਇਹਨੇ ਕਨਫਰਮ ਕਰ ਦਿੱਤਾ ਸੀਗਾ ਕਿ ਅਸੀਂ ਇਹਦੀ ਉਡੀਕ ਕਰ ਰਹੇ ਸੀ ਕਿਉਂਕਿ ਇਹ ਪ੍ਰਭੂ ਦਾ ਜਦੋਂ ਹੁਣੀ ਭੈਣ ਪੜ੍ਹ ਕੇ ਗਿਆ ਇੱਕ ਬਹੁਤ ਸੱਚਾ ਤੇ ਭਲਾ ਨਬੀ ਸੀਗਾ। ਆਮੇਨ। ਸੋ ਬੇਟਾ 29 to 32 ਤੱਕ ਸਾਨੂੰ ਪੜ੍ਹ ਕੇ ਸੁਣਾਓ ਪਲੀਜ਼। हे ਮਾਲਕੋ, ਤੂੰ ਆਪਣੇ ਦਾਸ ਨੂੰ ਆਪਣੇ ਬਚਨ ਅਨੁਸਾਰ ਸ਼ਾਂਤੀ ਨਾਲ ਵਿਦਿਆ ਕਰਦਾ ਹੈ ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਮੁਕਤੀ ਦਿਖੀ ਜਿਹੜੀ ਤੈਂ ਸਾਰੇ ਲੋਕਾਂ ਅੱਗੇ ਤਿਆਰ ਕੀਤੀ ਹੈ, ਪਰਾਈਆਂ ਕੌਮਾਂ ਨੂੰ ਉਜਾਲਾ ਕਰਨ ਲਈ ਜੋਤ ਅਤੇ ਆਪਣੀ ਪ੍ਰਜਾ ਇਸਰਾਏਲ ਦੇ ਲਈ
ਤੇ ਆਮੀਨ। Amen ਕਿ ਦੇਖੋ ਇਹਨਾਂ ਨੇ ਹੁਣ ਇੱਕ ਇਹਨੇ ਕਨਫਰਮ ਕਰ ਦਿੱਤਾ, ਇਹਨੇ ਉਹ ਵਚਨ ਬੋਲੇ ਕਿ ਪ੍ਰਭੂ ਜੀ ਤੇਰੇ, ਕਿਉਂਕਿ ਇਹ ਵਚਨਾਂ ਨੂੰ ਜਾਣਦਾ ਸੀ, ਇਹਨੂੰ ਪੂਰੀ ਵੇਟ ਸੀਗੀ ਕਿ ਇਸ ਨੇ ਅਸੀਂ ਸਾਡੇ ਕੋਲੇ ਆਣਾ ਆ, ਇਸ ਮਸੀਹ ਨੇ ਤੇ ਸਾਨੂੰ ਉਹਨੇ ਆਜ਼ਾਦ ਕਰਨਾ ਆ, ਤੇ ਹੁਣ ਮੈਂ ਆਪਣੀਆਂ ਅੱਖਾਂ ਖੁਸ਼ੀ ਬੰਦ ਕਰ ਸਕਦਾ ਆ। ਦਿਸ ਮੀਨਸ ਕਿ ਜਦੋਂ ਹੁਣ ਮੈਂ ਤੁਹਾਨੂੰ ਦੱਸ ਕੇ ਗਈ ਹਾਂ ਕਿ ਇੱਕ ਇਹ ਇਨਸਾਨ ਆ ਜਿਸ ਦੀ ਕਿ ਜੰਮਣ ਤੋਂ ਪਹਿਲਾਂ ਇਹਦੇ ਭਵਿੱਖਬਾਣੀਆਂ ਹੋਈਆਂ ਸੀ ਤੇ ਉਹਦੇ ਲਈ ਲੋਕ ਵੇਟ ਕਰਦੇ ਸੀ ਕਿ ਇਹ ਆਊਗਾ ਤੇ ਸਾਨੂੰ ਬਚਾਊਗਾ। ਆਮੇਨ। ਏਦਾਂ ਹੀ ਆਪਾਂ ਨੂੰ ਪਤਾ ਹੈ ਕਿ ਇੱਕ ਨਵੀ ਸੀਗੀ ਆਨਾ, ਉਹ ਵੀ ਆਪਣੇ ਦੀ ਗਾਂ ਦੇ ਵਿੱਚ ਲਿਖਿਆ, ਤੁਸੀਂ ਆਪਣੇ ਟਾਈਮ ਵਿੱਚ ਪੜ੍ਹ ਸਕਦੇ ਹੋ ਕਿ ਉਹ ਵੀ ਇਹਦਾ ਇੰਤਜ਼ਾਰ ਕਰ ਰਹੀ ਸੀਗੀ। ਆਮੇਨ। ਸੋ ਆਪਾਂ ਇੱਥੇ ਕੀ ਦੇਖਦੇ ਹਾਂ ਕਿ ਇਹਨਾਂ ਦਾ ਜਿਹੜਾ ਜਨਮ ਦਿਨ ਉਹ ਵੀ ਬਹੁਤ ਆਪਾਂ ਧੂਮਧਾਮ ਨਾਲ ਮਨਾਇਆ। ਆਪਾਂ ਇਹਨਾਂ ਦਾ ਗੁੱਡ ਫਰਾਈਡੇ ਵੀ ਬਹੁਤ ਸੋਹਣੀ ਤਰ੍ਹਾਂ ਮਨਾ ਕੇ ਗਏ ਆ, ਆਪਾਂ ਰੈਸਰੈਕਸ਼ਨ ਵੀ ਮਨਾ ਕੇ ਗਏ ਆ। ਪਰ ਕਿਉਂ ਨਹੀਂ ਚਰਚਾਂ ਵਿੱਚ ਅਸੈਂਸ਼ਨ ਮਨਾਇਆ, ਜਦੋਂ ਕਿ ਪ੍ਰਭੂ ਯਿਸੂ ਨੂੰ ਚੱਕਿਆ ਆ, ਉਠਾਇਆ ਸਵਰਗਾਂ ਵਿੱਚ ਉਠਾਇਆ ਜਾਂਦਾ ਹੈ। ਇਹ ਵੀ ਓਨਾ ਹੀ ਇੰਪੋਰਟੈਂਟ ਦਿਨ ਆ ਜਿੰਨੇ ਕਿ ਦੂਜੇ 3 ਦਿਨ ਆ, ਕਿਉਂਕਿ ਇਹ ਦਿਨ ਵੀ ਹੋਣਾ ਬਹੁਤ ਜ਼ਰੂਰੀ ਸੀ। ਆਮੇਨ। ਐਂਡ ਇਹਦੇ ਬਾਰੇ ਅੱਜ ਆਪਾਂ ਜਾਣਨ ਲੱਗੇ ਆ, ਕਿਉਂਕਿ ਅਗਰ ਪ੍ਰਭੂ ਯਿਸੂ ਚੱਕੇ ਨਾ ਜਾਂਦੇ, ਪਵਿੱਤਰ ਆਤਮਾ ਨੇ ਨਹੀਂ ਆਣਾ ਸੀਗਾ। ਸੋ ਅਗਰ ਸਾਡੇ ਭੈਣ ਏਦਾਂ ਹੀ ਇਸੇ ਲੂਕਾ ਦੀ ਕਿਤਾਬ ਦੇ ਵਿੱਚ 24ਵਾਂ ਚੈਪਟਰ ਤੇ ਸਾਨੂੰ ਭੈਣ ਲੈ ਕੇ ਜਾਣਗੇ ਕਿ ਇੱਥੇ ਲਿਖਿਆ ਹੋਇਆ ਆ ਕਿ ਪ੍ਰਭੂ ਕਹਿੰਦੇ ਆ ਕਿ ਮੈਂ ਉਨੀ ਜਿੱਦਾਂ ਕਿ ਮੈਂ ਹੁਣ ਚੱਕਿਆ ਜਾਣਾ ਹੈ ਤਾਂ ਕਿ ਤੁਹਾਡੇ ਪਵਿੱਤਰ ਆਤਮਾ ਤੁਹਾਡੇ ਉੱਤੇ ਆ ਸਕਣ। ਆਮੇਨ। ਸੋ ਬੇਟਾ ਸਾਨੂੰ ਪੜ੍ਹ ਕੇ ਸੁਣਾਓ ਲੂਕ ਚੈਪਟਰ 24 ਵਰਸ 49 ਤੇ ਦੇਖੋ ਇੱਥੇ ਕਿੱਦਾਂ ਪ੍ਰਭੂ ਯਿਸੂ ਨੇ ਖੁਦ ਕਿਹਾ ਆ ਕਿ ਹੁਣ ਮੈਂ ਜਾਵਾਂਗਾ, ਉਹ ਜਾਣਗੇ ਤਦ ਹੀ ਪਵਿੱਤਰ ਆਤਮਾ ਇਸ ਧਰਤੀ ਤੇ ਆ ਸਕਦੇ ਸੀਗੇ। ਸੋ ਬੇਟਾ ਪੜ੍ਹ ਕੇ ਸੁਣਾਓਗੇ ਪਲੀਜ਼ ਸਾਡੇ ਲਈ। ਅਤੇ ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ, ਪਰ ਜਦ ਤੀਕਰ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਰਹੋ। ਆਮੀਨ। ਆਮੇਨ। ਸੋ ਦੇਖੋ ਉਹ ਕਹਿੰਦੇ ਕਿ ਇਹ ਕਾਦੇ ਗੱਲ ਕਹਿ ਕੇ ਸੀ, ਇਹ ਸਭ ਉੱਥੇ ਇਕੱਠੇ ਹੋਏ ਹੋਏ ਸੀਗੇ। ਆਪਾਂ ਇਹ ਦੇਖਦੇ ਹਾਂ ਬਾਈਬਲ ਦੇ ਵਿੱਚ, ਕਿਉਂਕਿ ਅਗਰ ਤੁਸੀਂ ਇਹ ਵਚਨ ਪੜ੍ਹੋ ਇਹ ਤੋਂ ਪਹਿਲਾਂ, ਆਹੋ ਸਭ ਉੱਥੇ ਇਕੱਠੇ ਹੋਏ ਸੀ। ਇਹ ਤੋਂ ਗਾਂ ਤੁਸੀਂ ਜਾ ਕੇ ਦੇਖੋਗੇ ਉਹ ਇੱਕ ਪਹਾੜ ਤੇ ਆ ਗਏ ਸੀਗੇ ਤੇ ਉਹਨਾਂ ਨੇ ਜਾਣਾ ਸੀਗਾ ਕਿ ਉਹ ਕਹਿ ਰਹੇ ਸੀ ਕਿ ਇਹ ਹੁਣ ਮੈਂ ਤਦ ਜਾ ਰਿਹਾ ਹਾਂ ਤਾਂ ਕਿ ਤੁਹਾਡੇ ਉੱਤੇ ਪਵਿੱਤਰ ਆਤਮਾ ਆਵੇ ਤੇ ਤੁਸੀਂ ਉਸ ਸ਼ਕਤੀ ਨਾਲ ਭਰੀ ਜਾਵੋ। ਓਕੇ। ਸੋ ਹੁਣ ਆਪਾਂ ਦੇਖਦੇ ਹਾਂ ਕਿ ਕਿੰਨਾ ਇੰਪੋਰਟੈਂਟ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ ਸਾਡੀ ਮਸੀਹੀ ਜ਼ਿੰਦਗੀ ਹੈ ਪਵਿੱਤਰ ਆਤਮਾ ਜੀ ਤੋਂ ਬਗੈਰ ਕਿਸੇ ਕੰਮ ਦੀ ਨਹੀਂਗੀ, ਇਹ ਚੱਲ ਹੀ ਨਹੀਂ ਸਕਦੀਗੀ, ਕਿਉਂਕਿ ਸਾਨੂੰ ਪਵਿੱਤਰ ਆਤਮਾ ਜੀ ਹੀ ਸਾਨੂੰ ਲੀਡ ਕਰਦੇ ਆ, ਸਾਨੂੰ ਗਾਈਡ ਕਰਦੇ ਆ। ਜੋ ਅਸੀਂ ਵਚਨ ਪੜ੍ਹਦੇ ਆ ਉਹ ਅਗਰ ਅਸੀਂ ਸਿਰਫ ਪਵਿੱਤਰ ਆਤਮਾ ਤੋਂ ਬਗੈਰ ਬਾਈਬਲ ਪੜ੍ਹੀਏ, ਇਹ ਸਿਰਫ ਜਿੱਦਾਂ ਆਮ ਆਪਾਂ ਕਿਤਾਬ ਕੋਈ ਪੜ੍ਹਦੇ ਹੁੰਦੇ ਆ ਉਹਦਾ ਉਹ ਅਸਰ ਹੋਏਗਾ। ਪਰ ਜਦੋਂ ਸਾਡੇ ਨਾਲ ਪਵਿੱਤਰ ਆਤਮਾ ਜੀ ਹੁੰਦੇ ਆ ਤੇ ਅਸੀਂ ਇਸ ਵਚਨ ਨੂੰ ਪੜ੍ਹਦੇ ਆ, ਇਹ ਵਚਨ ਸਾਡੇ ਉੱਤੇ ਆਪਣਾ ਪੂਰਾ ਉਹ ਜਿਸ ਦੇ ਕੰਮ ਲਈ ਲਿਖਿਆ ਗਿਆ ਹੈ, ਜਿਸ ਦੇ ਕੰਮ ਲਈ ਅਸੀਂ ਪੜ੍ਹਦੇ ਹਾਂ, ਸਾਡੀਆਂ ਇਹ ਪਵਿੱਤਰ ਆਤਮਾ ਸਾਡੀਆਂ ਅੱਖਾਂ ਖੋਲਦਾ ਹੈ ਤਾਂ ਕਿ ਅਸੀਂ ਵਚਨ ਦੀਆਂ ਡੂੰਘਾਈਆਂ, ਇਹਦੇ ਜਿਹੜੇ ਗੁਪਤ ਗਿਆਨ ਅਸੀਂ ਮਨ ਸਮਝ ਸਕੀਏ ਅਤੇ ਉਹਨਾਂ ਉੱਤੇ ਚੱਲ ਸਕੀਏ। ਸਿਰਫ ਸਾਨੂੰ ਪ੍ਰਭੂ ਨੂੰ ਵੀ ਪਤਾ ਸੀਗਾ ਕਿ ਪਵਿੱਤਰ ਆਤਮਾ ਜੀ ਹੀ ਸਾਨੂੰ ਇਹ ਕੰਮ ਕਰਾ ਸਕਦੇ ਆ। ਸੋ ਇਹਦੇ ਕਰਕੇ ਇਹ ਤੋਂ ਪਹਿਲਾਂ ਕਿ ਆਪਾਂ ਗਾਂ ਜਾਈਏ ਕਿ ਆਪਾਂ ਇੱਥੇ ਦੇਖਦੇ ਹਾਂ ਕਿ ਇਹ ਕਿੰਨਾ ਇੰਪੋਰਟੈਂਟ ਸੀਗਾ ਕਿ ਪ੍ਰਭੂ ਜੀ ਕਿ ਉਹਨਾਂ ਦਾ ਜਿਹੜਾ ਚੱਕਿਆ ਜਾਣਾ, ਉਹਨਾਂ ਦਾ ਅਸੈਂਸ਼ਨ ਡੇ ਜਿਹਨੂੰ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਆ, ਇਟ ਇਜ਼ ਵੈਰੀ ਇੰਪੋਰਟੈਂਟ। ਪਰ ਹੁਣ ਦੇਖੋ ਆਪਾਂ ਦੇਖਦੇ ਹਾਂ ਕਿ ਇਹ ਪ੍ਰਭੂ ਯਿਸੂ ਜਦੋਂ ਆਏ ਸੀਗੇ ਉਦੋਂ ਵੀ ਐਂਜਲਸ ਨੇ ਇਹਨਾਂ ਦੇ ਬਾਰੇ ਦੱਸਿਆ ਸੀ ਕਿ ਇਹ ਆ ਗਿਆ ਆ। ਉਹ ਜਿੱਥੇ ਪ੍ਰਭੂ ਯਿਸੂ ਦਾ ਜਨਮ ਹੋਇਆ ਸੀ ਉੱਥੇ ਐਂਜਲਸ ਆਏ ਸੀਗੇ। ਤਾਰੇ ਆਪਾਂ ਸਭ ਨੂੰ ਪਤਾ ਕਿ ਤਾਰਿਆਂ ਨੇ ਚਰਵਾਹਿਆਂ ਨੂੰ ਦੱਸਿਆ ਸੀ, ਜਿਹੜੇ ਵਾਈਜ਼ ਮੈਨ ਸੀਗੇ, ਜਿਹੜੇ ਬੁੱਧੀਮਾਨ ਲੋਕ ਸੀ, ਉਹਨਾਂ ਨੂੰ ਦੱਸਿਆ ਸੀ ਕਿ ਜਾਓ ਉੱਥੇ ਤੁਸੀਂ ਜਾ ਕੇ ਉਸ ਬੰਦੇ ਦੀ ਪੂਜਾ, ਉਸ ਬੱਚੇ ਦੀ ਪੂਜਾ ਕਰਕੇ, ਕਿਉਂਕਿ ਹੁਣ ਇਸ ਧਰਤੀ ਦਾ ਮੁਕਤੀ ਦਾਤਾ ਪੈਦਾ ਹੋ ਗਿਆ ਆ। ਅਤੇ ਜਦੋਂ ਪ੍ਰਭੂ ਯਿਸੂ ਸਵਰਗਾਂ ਨੂੰ ਚੱਕੇ ਗਏ ਤਦ ਵੀ ਐਂਜਲਸ ਆਏ ਸੀਗੇ। ਐਂਜਲਸ ਨੇ ਆ ਕੇ ਪ੍ਰਭੂ ਯਿਸੂ ਨੂੰ ਚੱਕ ਕੇ ਲੈ ਕੇ ਗਏ ਸੀਗੇ। ਸੋ ਦਿਸ ਮੀਨਸ ਕਿ ਸਾਡਾ ਪ੍ਰਭੂ ਯਿਸੂ ਕੋਈ ਐਸਾ ਮਾਮੂਲੀ ਕੋਈ ਬੰਦਾ ਨਹੀਂਗਾ, ਪਰ ਸਾਡਾ ਪ੍ਰਭੂ ਯਿਸੂ ਉਹ ਆ ਜਿਸ ਨੂੰ ਕਿ ਪਵਿੱਤਰ ਆਤਮਾ ਦੇ ਵਸੀਲੇ ਉਹ ਇੱਥੇ ਆਏ, ਉਹਨਾਂ ਨੂੰ ਪੂਰੇ ਪਵਿੱਤਰ ਆਤਮਾ ਦੇ ਨਾਲ ਇਸ ਧਰਤੀ ਤੇ ਚੱਲੇ। ਪਰ ਐਟ ਦ ਸੇਮ ਟਾਈਮ
ਆਂਦਿਆਂ ਦੀ ਵੀ ਵਰਸ਼ਿਪ ਹੋਈ ਤੇ ਜਾਂਦਿਆਂ ਦੀ ਵੀ ਉਹਨਾਂ ਦੀ ਵਰਸ਼ਿਪ ਹੋਈ। ਅਤੇ ਦੇਖੋ ਉਹਨਾਂ ਦਾ ਸਭ ਕੁਝ ਕੀ ਸੀਗਾ। ਇਹ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ? ਸਵਰਗਾਂ ਤੋਂ ਸ਼ੁਰੂ ਹੁੰਦੀ ਹੈ। ਸਵਰਗਾਂ ਤੋਂ ਸ਼ੁਰੂ ਹੋ ਕੇ ਉਹ ਇਸ ਧਰਤੀ ਤੇ ਆਂਦੀ ਹੈ ਤੇ ਅੰਤ ਕਦ ਹੁੰਦਾ ਹੈ? ਅੰਤ ਤਾਂ ਕਦੇ ਵੀ ਨਹੀਂ ਇਹਦਾ ਹੋਇਆ। ਇਹਦਾ ਸਦੀਪਕ ਹੈ, ਪਰ ਅਗਰ ਆਪਾਂ ਐਜ਼ ਅ ਨਰੇਸ਼ਨ ਹਿਸਾਬ ਨਾਲ ਦੇਖੀਏ ਅੰਤ ਕਦ ਹੁੰਦਾ ਹੈ? ਫਿਰ ਇਹ ਸਵਰਗਾਂ ਤੋਂ ਲੈ ਕੇ ਜਿੰਦੇ ਹੀ ਮੁੜ ਕੇ ਉੱਤੇ ਚਲੇ ਜਾਣਾ, ਉਹ ਵੀ ਸਭਨਾਂ ਦੇ ਸਾਹਮਣੇ। ਕਿਉਂਕਿ ਜਦੋਂ ਜੰਮਦਾ ਆ ਉਦੋਂ ਤਾਂ ਸਭ ਦੇਖਦੇ ਆ, ਪਰ ਜਦੋਂ ਕਹਿੰਦੇ ਮਰਦਾ ਹੈ ਕੀ ਪਤਾ ਅਗਲਾ ਕਿੱਥੇ ਚਲਾ ਜਾਂਦਾ ਹੈ। ਪਰ ਇੱਥੇ ਮੁੜ ਕੇ ਜੀ ਉੱਠ ਕੇ ਮੁੜ ਕੇ ਸਵਰਗਾਂ ਤੇ ਚੱਕਿਆ ਜਾਣਾ। ਸਭਨਾਂ 500 ਐਟਲੀਸਟ 500 ਲੋਕਾਂ ਨੇ ਵਿਟਨੈਸ ਕੀਤਾ ਸੀ ਇਹਨਾਂ ਨੂੰ ਸਵਰਗਾਂ 'ਚ ਜਾਂਦਿਆਂ ਨੂੰ। ਆਮੇਨ। ਸੋ ਆਪਾਂ ਦੇਖਦੇ ਆ ਕਿ ਜਿਹੜੇ ਪ੍ਰਭੂ ਦੀ ਆਸ ਸੀਗੀ, ਜਦੋਂ ਜੰਮੇ ਸੀਗੇ ਉਦੋਂ ਅਨਰੀਅਲਾਈਜ਼ ਆਸ ਸੀਗੀ, ਮਤਲਬ ਕਿ ਉਦੋਂ ਉਹਨਾਂ ਤੇ ਭਵਿੱਖਬਾਣੀਆਂ ਕੀਤੀਆਂ ਗਈਆਂ ਸੀਗੀਆਂ। ਪਰ ਜਦੋਂ ਪ੍ਰਭੂ ਯਿਸੂ ਚੱਕੇ ਗਏ ਇਸ ਦੁਨੀਆ ਤੋਂ ਸਵਰਗਾਂ ਨੂੰ, ਉਦੋਂ ਉਹ ਜਿਹੜੀ ਆਸ ਸੀਗੀ ਪੂਰੀ ਕਰ ਦਿੱਤੀ ਗਈ ਸੀਗੀ। ਪ੍ਰਭੂ ਯਿਸੂ ਇੱਥੇ ਭਵਿੱਖਬਾਣੀਆਂ, ਇੱਥੇ ਵਾਅਦੇ ਪੂਰੇ ਕਰਨ ਵੀ ਆਏ ਸੀ, ਪੂਰੇ ਕਰ ਵੀ ਦਿੱਤੇ ਅਤੇ ਨਵੇਂ ਵਾਅਦੇ ਸਿੱਧ ਵੀ ਕਰ ਦਿੱਤੇ ਕਿ ਜਦੋਂ ਮੈਂ ਕਿ ਸਾਨੂੰ ਵੀ ਪਤਾ ਲੱਗ ਗਿਆ ਕਿ ਜਦੋਂ ਅਸੀਂ ਇੱਥੋਂ ਜਾਣਾ ਆ ਅਸੀਂ ਵੀ ਸਵਰਗਾਂ 'ਚ ਜਾਣਾ ਆ। ਅਤੇ ਅਗਰ ਸਾਡੇ ਮਰਨ ਤੋਂ ਪਹਿਲਾਂ ਪ੍ਰਭੂ ਯਿਸੂ ਦੂਸਰੀ ਵਾਰੀ ਆ ਚੁੱਕੇ, ਅਸੀਂ ਵੀ ਏਦਾਂ ਹੀ ਸਵਰਗਾਂ 'ਚ ਚੱਕੇ ਜਾਣਾ ਹੈ। ਸਾਨੂੰ ਪ੍ਰਭੂ ਯਿਸੂ ਨੇ ਇੰਨੀ ਆਸ ਦੇ ਦਿੱਤੀ ਹੈ। ਆਮੇਨ। ਸੋ ਆਪਾਂ ਕਿੱਦਾਂ ਨਹੀਂ ਇਸ ਜਿਹੜੇ ਅਸੈਂਸ਼ਨ ਦੇ ਜਿਹੜਾ ਕਿ ਪ੍ਰਭੂ ਯਿਸੂ ਨੂੰ ਸਵਰਗਾਂ 'ਚ ਚੱਕਿਆ ਗਿਆ, ਆਪਾਂ ਇਹਨੂੰ ਕਿੱਦਾਂ ਨਹੀਂ ਮਨਾਉਂਦੇਗੇ। ਆਮੇਨ। ਸੋ ਹੁਣ ਆਪਾਂ ਦੇਖਦੇ ਹਾਂ ਕਿ ਜਦੋਂ ਪ੍ਰਭੂ ਯਿਸੂ ਨੂੰ ਚੱਕੇ ਗਿਆ ਉਦੋਂ ਪੂਰੇ ਸਵਰਗਾਂ ਨੇ ਅਫਰਮ ਕਰ ਦਿੱਤਾ ਕਿ ਜਿਸ ਕੰਮ ਲਈ ਸਾਡਾ ਪ੍ਰਭੂ ਯਿਸੂ ਇੱਥੇ ਆਏ ਸੀਗੇ ਉਹ ਪੂਰਾ ਹੋਇਆ ਸੀ। ਹੁਣ ਅਗਰ ਅਸੀਂ ਯਹੋਨਾ ਇਹਦੀ 14 ਦੇਖੀਏ, ਹੁਣ ਇਹਦੇ ਉੱਤੇ ਆਪਾਂ ਬਹੁਤ ਡੀਟੇਲ ਦੇ ਵਿੱਚ ਅੱਜ ਦੇਖਣਾ ਆ ਕਿ ਦੇਖੋ ਅਪਰ ਰੂਮ ਦੇ ਵਿੱਚ ਪ੍ਰਭੂ ਯਿਸੂ ਬੈਠੇ ਆ। ਅਪਰ ਰੂਮ ਮਤਲਬ ਕਿ ਜਿੱਥੇ ਕਿ ਇਹਨਾਂ ਨੇ ਆਪਣਾ ਪਾਸ ਓਵਰ ਮੀਲ ਖਾਦਾ ਸੀ, ਉੱਥੇ ਬੈਠੇ ਤੇ ਉੱਥੇ ਆਪਣੇ ਲੋਕਾਂ ਨਾਲ, ਆਪਣੇ ਚੇਲਿਆਂ ਨਾਲ ਗੱਲ ਕਰ ਰਹੇ ਆ। ਤੇ ਉੱਥੇ ਹੁਣ ਇਹ ਜਦੋਂ ਕਈ ਪੜ੍ਹਦੇ ਆ ਇਹਨੂੰ ਕਹਿੰਦੇ ਕਿ ਉਹ ਰੈਸਰੈਕਸ਼ਨ ਬਾਰੇ ਗੱਲ ਕਰਦੇ ਆ। ਇੱਥੇ ਰੈਸਰੈਕਸ਼ਨ ਬਾਰੇ ਗੱਲ ਨਹੀਂ ਹੋਏਗੀ, ਸਾਨੂੰ ਪਹਿਲਾਂ ਭੈਣ ਪੜ੍ਹ ਕੇ ਸੁਣਾਉਣਗੇ, ਫਿਰ ਮੈਂ ਤੁਹਾਨੂੰ ਸਮਝਾਉਂਦੀ ਆ ਕਿ ਇੱਥੇ ਮੁੜ ਕੇ ਜੀਨ ਉੱਠੇ ਬਾਰੇ ਗੱਲ ਨਹੀਂ ਪ੍ਰਭੂ ਕਰ ਰਹੇਗੇ। ਇੱਥੇ ਕਰ ਰਹੇ ਕਿ ਜਦੋਂ ਮੈਂ ਸਵਰਗਾਂ ਵਿੱਚ ਚੱਕਿਆ ਜਾਣਾ ਆ। ਆਮੇਨ। ਸੋ ਭੈਣ ਪੜ੍ਹ ਕੇ ਸੁਣਾਵੋ ਯਹੋਨਾ 14 ਇਹਦਾ ਪਹਿਲੀ ਆਇਤ ਤੋਂ ਲੈ ਕੇ ਚੌਥੀ ਆਇਤ ਤੱਕ ਸਾਨੂੰ ਪੜ੍ਹ ਕੇ ਸੁਣਾਵੋ ਕਿ ਦੇਖੋ ਇੱਥੇ ਯਿਸੂ ਦੇ ਖੁਦ ਦੇ ਬੋਲਿਆ ਤਾਂ ਕੀ ਬੋਲ ਰਿਹਾ। ਜੌਨ ਚੈਪਟਰ 14 ਵਰਸ 1 to 4 ਪਲੀਜ਼। ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਵਰ ਉੱਤੇ ਨਿਹਚਾ ਕਰੋ ਅਤੇ ਮੇਰੇ ਉੱਤੇ ਵੀ ਨਿਹਚਾ ਕਰੋ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ, ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ ਕਿਉਂ ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ। ਅਤੇ ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫਿਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ। ਪਰ ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ, ਅਤੇ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਉਹਦਾ ਰਾਹ ਜਾਣਦੇ ਹੋ। ਆਮੀਨ। ਆਮੇਨ। ਦੇਖੋ ਇੱਥੇ ਪ੍ਰਭੂ ਯਿਸੂ ਆਪਣੇ ਚੇਲਿਆਂ ਨਾਲ ਗੱਲ ਕਰ ਰਹੇ ਨੇ। ਉਹ ਕਹਿੰਦੇ ਕਿ ਮੈਂ ਹੁਣ ਜਾਵਾਂਗਾ, ਮੈਂ ਤੁਹਾਨੂੰ ਉਹ ਜਗ੍ਹਾ ਤੁਹਾਡੀ ਤਿਆਰ ਕਰਾਂਗਾ ਅਤੇ ਉੱਥੇ ਜਾ ਕੇ ਮੈਂ ਸਭ ਕੁਝ ਉਹ ਸੈੱਟ ਕਰਾਂਗਾ ਜੋ ਕਿ ਤੁਹਾਨੂੰ ਚਾਹੀਦਾ ਆ। ਉਹ ਕਹਿੰਦੇ ਕਿ ਜਿੱਥੇ ਮੈਂ ਜਾਣਾ ਆ ਉੱਥੇ ਤੁਸੀਂ ਜਾਣਦੇ ਹੋ। ਇਹ ਪ੍ਰਭੂ ਨੇ ਕਾਹਤੋਂ ਏਦਾਂ ਕਿਹਾ ਸੀਗਾ। ਅਗਰ ਤੁਸੀਂ ਐਸੇ ਕਿਤਾਬ ਦਾ ਯਹੋਨਾ ਚੈਪਟਰ 13 ਇਹਦੀ 33ਵੀਂ ਆਇਤ ਪੜੋ, ਇੱਥੇ ਦੇਖੋ ਕਿ ਇੱਥੇ ਤਦ ਕਿਹਾ ਸੀ ਜਦੋਂ ਕਿ ਉਹਨਾਂ ਨੂੰ ਦੱਸ ਰਹੇ ਸੀ ਕਿ ਹੁਣ ਮੈਂ ਤੁਹਾਡੇ ਨਾਲ ਨਹੀਂ ਰਹਿਣਾਗਾ। ਇਹ ਗੱਲ ਕਿੱਦਾਂ ਚੱਲੀ ਸੀਗੀ। ਚਲ ਬੇਟਾ ਸਾਨੂੰ ਜੌਨ ਚੈਪਟਰ 13 ਵਰਸ 33 ਪੜ੍ਹ ਕੇ ਸੁਣਾਵੋ ਕਿ ਇੱਥੇ ਪ੍ਰਭੂ ਯਿਸੂ ਕੀ ਕਹਿ ਰਹੇ ਨੇ। ਹੇ ਬਾਲਕੋ, ਹੁਣ ਥੋੜਾ ਚਿਰ ਮੈਂ ਤੁਹਾਡੇ ਨਾਲ ਹਾਂ, ਤੁਸੀਂ ਮੈਨੂੰ ਭਾਲੋਗੇ। ਅਤੇ ਜਿਸ ਤਰ੍ਹਾਂ ਮੈਂ ਯਹੂਦੀਆਂ ਨੂੰ ਕਿਹਾ ਸੀ ਕਿ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸਕਦੇ, ਉਸੇ ਤਰ੍ਹਾਂ ਹੁਣ ਮੈਂ ਤੁਹਾਨੂੰ ਵੀ ਆਖਦਾ ਹਾਂ। ਆਮੀਨ। ਆਮੇਨ। ਸੋ ਫਿਰ ਪਤਰਸ ਕੀ ਕਹਿੰਦਾ ਹੈ? 7ਵੀਂ ਆਇਤ ਪੜ੍ਹ ਕੇ ਸੁਣਾਵੋ। ਰੀਡ ਵਰਸ 36 ਪਲੀਜ਼। ਸਿਮੋਨ ਪਤਰਸ ਨੇ ਉਹਨੂੰ ਆਖਿਆ, ਪ੍ਰਭੂ ਜੀ ਤੂੰ ਕਿੱਥੇ ਜਾਂਦਾ ਹੈ? ਯਿਸੂ ਨੇ ਉੱਤਰ ਦਿੱਤਾ, ਜਿੱਥੇ ਮੈਂ ਜਾਂਦਾ ਹਾਂ ਤੂੰ ਹੁਣ ਮੇਰੇ ਮਗਰ ਚੱਲ ਨਹੀਂ ਸਕਦਾ,
ਪਰ ਇਹਦੇ ਪਿੱਛੋਂ ਤੂੰ ਮੇਰੇ ਮਗਰ ਚੱਲੇਗਾ। ਆਮੀਨ। ਆਮੇਨ। ਕਿ ਦੇਖੋ ਇੱਥੇ ਜਿਹੜੀ ਇਹ ਗੱਲਬਾਤ ਹੋ ਰਹੀ ਹੈ, ਇਹ ਗੱਲਬਾਤ ਹੋ ਰਹੀ ਹੈ ਪ੍ਰਭੂ ਯਿਸੂ ਦੇ ਬਾਰੇ, ਕਿ ਪ੍ਰਭੂ ਯਿਸੂ ਕਹਿੰਦੇ ਕਿ ਹੁਣ ਜਦੋਂ ਮੈਂ ਜੀ ਉੱਠਣ ਦੇ ਬਾਰੇ ਗੱਲ ਨਹੀਂ ਕਰ ਰਹੇ, ਇੱਥੇ ਪ੍ਰਭੂ ਉਹ ਗੱਲ ਕਰ ਰਹੇ ਆ ਕਿ ਜਦੋਂ ਮੈਂ ਸਵਰਗਾਂ ਵਿੱਚ ਚੱਕਿਆ ਜਾਣਾ ਆ, ਉੱਥੇ ਜਾ ਕੇ ਕਹਿੰਦੇ ਕਿ ਉੱਥੇ ਜਾ ਕੇ ਮੈਂ ਤੇਰੇ ਲਈ ਆਹ ਕੰਮ ਕਰਨਾ ਆ। ਉਹ ਕਹਿੰਦੇ ਮੈਂ ਤੁਹਾਨੂੰ ਜਾ ਰਿਹਾ ਆ, ਤੁਹਾਨੂੰ ਛੱਡ ਕੇ ਜਾ ਰਿਹਾ ਆ, ਪਰ ਕਿਉਂਕਿ ਉਸ ਵਕਤ ਉਹਨਾਂ ਦੇ ਦਿਲ, ਕਿਉਂਕਿ ਕਿਸੇ ਨੂੰ ਗੁੱਡ ਬਾਏ ਕਹਿਣ ਦੇ ਲਈ ਈਜ਼ੀ ਨਹੀਂ, ਕਿਸੇ ਨੂੰ ਆਪਾਂ ਮਿਲ ਕੇ ਜਾਂਦੇ ਆ। ਹੁਣ ਜਦੋਂ ਮੈਂ ਲਾਸਟ ਟਾਈਮ ਇੰਡੀਆ ਵਿੱਚ ਆਈ ਸੀਗੀ, ਕਿਸੇ ਨੇ ਹਰ ਇੱਕ ਨੂੰ ਬਾਏ ਕਹਿਣਾ ਸੌਖਾ ਨਹੀਂ ਸੀਗਾ, ਕਿਉਂਕਿ ਤੁਹਾਡਾ ਦਿਲ ਲੱਗਿਆ ਹੁੰਦਾ ਹੈ, ਸਾਰੇ ਤੁਹਾਡੇ ਨਾਲ ਬੈਠੇ ਹੁੰਦੇ ਆ। ਏਦਾਂ ਹੀ ਪ੍ਰਭੂ ਯਿਸੂ ਦੇ ਨਾਲ ਇਹ ਚੇਲੇ ਇੱਕ ਵਾਰੀ ਉਹਨਾਂ ਨੂੰ ਜਦੋਂ ਵਾਪਸ ਮੁੜ ਕੇ ਆਏ, 40 ਦਿਨ ਹੁਣ ਫੇਰ ਪ੍ਰਭੂ ਯਿਸੂ ਦੇ ਨਾਲ ਇਹ ਚੇਲੇ ਰਹੇ ਆ। ਆਮੇਨ। ਤੇ ਹੁਣ ਉਹ ਫੇਰ ਪ੍ਰਭੂ ਯਿਸੂ ਕਹਿ ਰਹੇ ਕਿ ਹੁਣ ਮੈਂ ਤੁਹਾਨੂੰ ਛੱਡ ਕੇ ਚਲਾ ਜਾਣਾ ਆ, ਹੁਣ ਮੈਂ ਮੁੜ ਕੇ ਨਹੀਂ ਆਣਾ। ਤੇ ਹੁਣ ਉਹ ਸਾਰੇ ਹੋਰ ਉਦਾਸ ਹੋਏ ਵੇ ਨੇ, ਅਤੇ ਪ੍ਰਭੂ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਮੈਨੂੰ ਦੇਖੋਗੇ ਨਹੀਂ, ਪਰ ਤੁਸੀਂ ਇੱਕ ਦਿਨ ਜ਼ਰੂਰ ਸਮਝੋਗੇ ਕਿ ਕਿੱਥੇ ਮੈਂ ਜਾ ਰਿਹਾ ਹੈ, ਉੱਥੇ ਤੁਸੀਂ ਵੀ ਜਾਓਗੇ। ਪਰ ਇਸ ਵਕਤ where I am going, what I will be doing, I will get there, ਕਿ ਜੋ ਮੈਂ ਕਰਨ ਜਾ ਰਿਹਾ ਹਾਂ, ਜੋ ਮੈਂ ਕਰੂੰਗਾ, ਫਿਰ ਤੁਹਾਨੂੰ ਪੂਰੀ ਸਮਝ ਆਏਗੀ ਕਿ ਮੈਂ ਕਿਉਂ ਆਇਆ ਸੀ। ਹਜੇ ਉਹ ਟਾਈਮ ਤੁਹਾਡੇ ਤੇ ਆਇਆ ਨਹੀਂ ਸੀਗਾ। ਤਾਂ ਇਸ ਵਕਤ ਪ੍ਰਭੂ ਕੀ ਕਹਿੰਦੇ ਕਿ ਫਸਟ ਆਫ ਆਲ ਆਪਾਂ ਕੀ ਦੇਖਦੇ ਹਾਂ ਕਿ ਇੱਥੇ ਜਦੋਂ ਪ੍ਰਭੂ ਯਿਸੂ ਆਪਣੇ ਬਾਰੇ ਇੱਥੇ 14 ਚੈਪਟਰ ਦੇ ਵਿੱਚ ਗੱਲ ਕਰ ਰਹੇ ਆ, ਹਜੇ ਇਹ ਇਹਨਾਂ ਨੇ ਜਦੋਂ ਪਾਸ ਓਵਰ ਦਾ ਖਾਣਾ ਖਾਦਾ ਸੀ, ਉਸ ਵਕਤ ਆਪਣੀ ਮੁੜ ਕੇ ਸਵਰਗਾ ਚੱਕੇ ਜਾਣ ਦੀ ਗੱਲ ਕਰ ਰਹੇ। ਉਹ ਕਹਿੰਦੇ ਆ ਕਿ ਮੈਨੂੰ ਹੁਣ ਤੁਸੀਂ ਗਲੋਰੀ ਵਿੱਚ ਦੇਖੋਗੇ, ਮਤਲਬ ਕਿ ਜਿੱਦਾਂ ਮੈਂ ਪਹਿਲਾਂ ਸਵਰਗਾਂ ਦੇ ਵਿੱਚ ਸੀ, ਮੈਨੂੰ ਮੁੜ ਕੇ ਮੇਰਾ ਪ੍ਰਭੂ ਮੈਨੂੰ ਰੀਇਨਸਟੇਟ ਕਰੂਗਾ। ਕਿਉਂਕਿ ਪ੍ਰਭੂ ਇੱਥੇ ਕਹਿ ਹਟਿਆ, ਅਗਰ ਤੁਸੀਂ ਐਸੇ ਵਰਸ 13 ਚੈਪਟਰ ਦਾ ਤੁਸੀਂ 31ਵੀਂ ਆਇਤ ਪੜ੍ਹ ਕੇ ਦੇਖੋ, ਤੇ 31ਵੀਂ ਤੇ 32ਵੀਂ ਸਾਨੂੰ ਭੈਣ ਪੜ੍ਹ ਕੇ ਸੁਣਾਣਗੇ, ਤੇ ਇੱਥੇ ਲਿਖਿਆ ਹੋਇਆ ਆ ਕਿ ਪ੍ਰਭੂ ਆਪਣੇ ਪਿਤਾ ਨੂੰ ਕਹਿ ਰਿਹਾ ਕਿ ਹੇ ਪਿਤਾ, ਤੂੰ ਮੈਨੂੰ ਮੁੜ ਕੇ ਆਪਣੇ ਚਰਨਾਂ ਵਿੱਚ ਲੈ ਲਾ, ਮੁੜ ਕੇ ਮੈਨੂੰ ਉਦਾਂ ਹੀ ਗਲੋਰੀਫਾਈ, ਉਦਾਂ ਹੀ ਮੈਨੂੰ ਜਲਾਲ ਦੇ ਜਿੱਦਾਂ ਤੁਸੀਂ ਮੈਨੂੰ ਪਹਿਲਾਂ ਆਪਣੇ ਚਰਨਾਂ ਵਿੱਚ ਮੈਨੂੰ ਜਲਾਲ ਦਿੱਤਾ ਹੋਇਆ ਸੀ। ਬੇਟਾ ਸਾਨੂੰ ਪੜ੍ਹ ਕੇ ਸੁਣਾਓਗੇ ਐਸੇ ਦਾ ਯਹੋਨਾ 13ਵੇਂ ਦਾ 31ਵੀਂ ਤੇ 32ਵੀਂ ਆਇਤ ਸਾਨੂੰ ਪੜ੍ਹ ਕੇ ਸੁਣਾਓ ਕਿ ਪ੍ਰਭੂ ਯਿਸੂ ਨੂੰ ਇਸ ਵਕਤ ਪੂਰਾ ਪਤਾ ਸੀਗਾ ਕਿ ਜਿੱਦਾਂ ਮੈਂ ਸਵਰਗਾਂ ਨੂੰ ਛੱਡ ਕੇ ਆਇਆ ਸੀਗਾ, ਉਦਾਂ ਹੀ ਮੈਂ ਮੁੜ ਕੇ ਸਵਰਗਾਂ ਦੇ ਵਿੱਚ ਰੀਇਨਸਟੇਟ ਹੋਣਾ ਹੈ, ਆਪਣੇ ਪਿਤਾ ਨੂੰ ਜਲਾਲ ਦੇਣਾ ਹੈ, ਤੇ ਮੇਰੇ ਪਿਤਾ ਨੇ ਮੈਨੂੰ ਇੱਕਦਮ ਜਲਾਲ ਉਹ ਦੇਣਾ ਹੈ। ਸੋ ਬੇਟਾ ਪੜ੍ਹ ਕੇ ਸੁਣਾਓਗੇ ਪਲੀਜ਼। ਫਿਰ ਜਾ ਉਹ ਬਾਹਰ ਨਿਕਲ ਗਿਆ ਤਾਂ ਯਿਸੂ ਨੇ ਆਖਿਆ ਕਿ ਹੁਣ ਮਨੁੱਖ ਦੇ ਪੁੱਤਰ ਦੀ ਵਡਿਆਈ ਅਤੇ ਉਹਦੇ ਵਿੱਚ ਪਰਮੇਸ਼ਵਰ ਦੀ ਵਡਿਆਈ ਕੀਤੀ ਜਾਂਦੀ। ਜੇ ਪਰਮੇਸ਼ਵਰ ਦੀ ਵਡਿਆਈ ਉਹਦੇ ਵਿੱਚ ਕੀਤੀ ਗਈ ਤਾਂ ਪਰਮੇਸ਼ਵਰ ਆਪਣੇ ਵਿੱਚ ਉਹਦੀ ਵਡਿਆਈ ਕਰੇਗਾ, ਸਗੋਂ ਹੁਣੇ ਉਹਦੀ ਵਡਿਆਈ ਕਰੇਗਾ। ਆਮੀਨ। ਆਮੀਨ। ਸੋ ਦੈਟ ਮੀਨਸ ਕਿ ਸਗੋਂ ਹੁਣੇ ਉਹਦੀ ਵਡਿਆਈ ਕਰੇਗਾ, ਇਹ ਨਹੀਂ ਕਿ ਕੱਲ ਜਾਂ ਪਰਸੋਂ ਨੂੰ, ਹੁਣੇ। ਦੈਟ ਮੀਨਸ ਕਿ ਜਦੋਂ ਹੀ ਪ੍ਰਭੂ ਯਿਸੂ ਸਵਰਗਾਂ 'ਚ ਚਲੇ ਗਏ, ਉਹਨਾਂ ਨੂੰ ਇਮੀਡੀਏਟਲੀ ਇੱਕਦਮ ਉਸੇ ਵਕਤ ਪ੍ਰਭੂ ਨੇ ਉਹਨਾਂ ਨੂੰ ਆਪਣੇ ਪਿਤਾ ਪਰਮੇਸ਼ਵਰ ਨੇ ਸੱਜੇ ਹੱਥ ਬਿਠਾ ਦਿੱਤਾ। ਆਮੀਨ। ਮਤਲਬ ਕਿ ਉਹਨਾਂ ਨੂੰ ਮੁੜ ਕੇ ਰੀਇਨਸਟੇਟ ਕਰਤਾ। ਆਮੀਨ। ਸੋ ਜਿੱਦਾਂ ਕਿ ਆਪਾਂ ਇੱਥੇ ਕੀ ਦੇਖਦੇ ਆ, ਪ੍ਰਭੂ ਯਿਸੂ ਜਿੱਦਾਂ ਕਿ ਇੱਥੇ ਹੁਣ ਆਪਣੀ ਉਸ ਬਾਰੇ ਗੱਲ ਕਰ ਰਹੇ। ਇਹ ਨਹੀਂ ਕਿ ਜਰੂਸਲਮ ਦੇ ਵਿੱਚ ਜਦੋਂ ਟ੍ਰਾਇੰਫਲ, ਜਦੋਂ ਜੇਤੂ ਪਾ ਕੇ ਆਏ ਸੀਗੇ, ਉਹ ਐਂਟਰੀ ਨਹੀਂ ਕਰ ਰਹੇਗੇ। ਹੁਣ ਪ੍ਰਭੂ ਯਿਸੂ ਉਹ ਜਿੱਤ ਦੀ ਐਂਟਰੀ ਜੋ ਸਵਰਗਾਂ ਦੇ ਜਰੂਸਲਮ ਦੇ ਵਿੱਚ ਜਾਣਾ ਆ, ਉਸ ਦੇ ਬਾਰੇ ਗੱਲ ਕਰੇ ਕਿ ਮੈਂ ਹੁਣ ਉਹ ਸਵਰਗੀ ਜਰੂਸਲਮ ਦੇ ਵਿੱਚ ਜਦੋਂ ਦਾਖਲ ਹੋਣਾ ਆ, ਉਸੇ ਵਕਤ ਮੇਰੇ ਪਰਮੇਸ਼ਰ ਨੇ ਮੈਨੂੰ ਮੇਰੀ ਉਹੀ ਗੱਦੀ ਦੇਣੀ ਹੈ, ਜੋ ਗੱਦੀ ਛੱਡ ਕੇ ਮੈਂ ਇਸ ਸਵਰਗਾਂ ਨੂੰ ਛੱਡ ਕੇ ਮੈਂ ਇਸ ਧਰਤੀ ਤੇ ਆਇਆ ਸੀ। ਕਿਉਂਕਿ ਪ੍ਰਭੂ ਨੂੰ ਹੁਣ ਪਤਾ ਸੀ ਕਿ ਮੇਰੇ ਜਿਹੜੇ ਕੰਮ ਆ, ਜਿਸ ਲਈ ਮੈਨੂੰ ਤੇ ਘੱਲਿਆ ਗਿਆ ਆ, ਉਹ ਕੰਮ ਪੂਰੇ ਹੋ ਗਏ ਨੇ, ਅਤੇ ਉਹ ਕੰਮ ਹੁਣ ਜਿੱਦਾਂ ਕਿ ਕਹਿ ਦੋ ਕਿ ਸਾਰੇ ਜਿਸ ਕੰਮਾਂ ਲਈ ਕਰਨ ਭੇਜਿਆ ਸੀ, ਫੁਲਫਿਲਮੈਂਟ ਹੋ ਗਈ ਸੀ। ਆਮੀਨ। ਸੋ ਹੁਣ ਆਪਾਂ ਕੀ ਦੇਖਦੇ ਆ ਕਿ ਪ੍ਰਭੂ ਕਹਿੰਦੇ ਆ ਕਿ ਉਹਨਾਂ ਨੂੰ ਦਿਲਾਸਾ ਦੇ ਰਹੇ ਆ, ਉਹਨਾਂ ਨੂੰ ਕਹਿ ਰਹੇ ਕਿ ਮੈਂ ਆਪਣੇ ਪਿਤਾ ਕੋਲੇ ਜਾ ਰਿਹਾ ਆ, ਤੇ ਉੱਥੇ ਜਾ ਕੇ ਉੱਥੇ ਬਹੁਤ ਕਮਰੇ ਆ, ਅਤੇ ਤੁਹਾਡੇ ਲਈ ਵੀ ਮੈਂ ਇੱਕ ਜਗ੍ਹਾ ਤੁਹਾਡੇ ਲਈ ਤਿਆਰ ਕਰਾਂਗਾ। ਸੋ ਦੈਟ ਮੀਨਸ our God is going there for one reason। ਉਹਨਾਂ ਨੂੰ ਕਹਿ ਰਿਹਾ ਕਿ ਮੈਂ ਛੱਡ ਰਿਹਾ ਹਾਂ, ਐਂਡ ਇਸ ਲਈ ਮੈਂ ਛੱਡ ਰਿਹਾ ਹਾਂ ਤਾਂ ਕਿ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰ ਸਕਾਂ। ਮੋਸਟ ਇੰਪੋਰਟੈਂਟਲੀ ਇੱਥੇ ਕੀ ਦੱਸ ਰਹੇ ਆ, ਉਹ ਇੱਥੇ ਦੱਸ ਰਿਹਾ ਕਿ ਅਗਰ ਇਹ ਸੱਚ ਨਾ ਹੁੰਦਾ ਤੇ ਮੈਂ ਤੁਹਾਨੂੰ ਦੱਸ ਦਿੰਦਾ, ਕਿਉਂਕਿ ਅੱਗੇ ਲੋਕਾਂ ਨੂੰ ਇਹ ਹੁੰਦਾ ਸੀ ਕਿ ਪਤਾ ਨਹੀਂ ਮੌਤ ਤੋਂ ਬਾਅਦ ਕੀ ਹੋਣਾ ਹੈ।
ਇੱਥੇ ਪਰਮੇਸ਼ਵਰ ਨੇ ਦਿਖਾ ਦਿੱਤਾ ਕਿ ਮੌਤ ਤੋਂ ਬਾਅਦ ਵੀ ਜ਼ਿੰਦਗੀ ਹੈਗੀ ਆ, ਕਿਉਂਕਿ ਅੱਗੇ ਸਿਰਫ ਲੋਕਾਂ ਦੀ ਸੋਚ ਸੀ, ਕਿਉਂਕਿ ਆਪਾਂ ਨੂੰ ਪਤਾ ਆ ਕਿ ਜਦੋਂ ਪ੍ਰਭੂ ਯਿਸੂ ਪ੍ਰਚਾਰ ਕਰਦੇ ਹੁੰਦੇ ਸੀਗੇ ਉਦੋਂ ਫੈਰਿਸੀ ਤੇ ਸੈਨਹੈਂਡਰੀ, ਜਿਹੜੇ ਫੈਰਿਸੀ ਆ ਉਹ ਬਲੀਵ ਕਰਦੇ ਕਿ ਤੁਸੀਂ ਮੁੜ ਕੇ ਜੀ ਉਠੋਗੇ, ਜਿਹੜੇ ਸੈਨਹੈਂਡਰੀਨਸ ਸੀਗੇ ਉਹ ਬਲੀਵ ਨਹੀਂ ਕਰਦੇ ਸੀ। ਸੋ ਉਹਨਾਂ ਦੇ ਵਿੱਚ ਪ੍ਰੋਬਲਮ ਸੀਗੀਆਂ, ਕਿਉਂਕਿ ਉਹਨਾਂ ਦੇ ਇਹ ਦੋ ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਮਿਲਦੀਆਂ ਨਹੀਂ ਸੀਗੀਆਂ। ਪਰ ਇੱਥੇ ਪ੍ਰਭੂ ਯਿਸੂ ਨੇ ਮੁੜ ਕੇ ਜੀ ਉੱਠ ਕੇ ਪੂਰਾ ਕਨਫਰਮ ਕਰ ਦਿੱਤਾ ਕਿ ਮੈਂ ਜੀ ਉੱਠਿਆ ਆ ਅਤੇ ਮੈਂ ਮੁੜ ਕੇ ਵਾਪਸ ਸਵਰਗਾਂ 'ਚ ਜਾ ਰਿਹਾ ਆ, ਨਹੀਂ ਤਾਂ ਕਿਵੇਂ ਕਹਿੰਦਾ ਨਹੀਂ, ਮਤਲਬ ਕਿ ਦਿਖਾ ਦਿੱਤਾ ਹੈ ਕਿ ਸਵਰਗ ਹੈਗਾ ਆ ਅਤੇ ਸਵਰਗ ਦੇ ਵਿੱਚ ਰਹਿਣ ਦੀਆਂ ਜਗ੍ਹਾਵਾਂ ਵੀ ਅਲੱਗ-ਅਲੱਗ ਹੈਗੀਆਂ ਆ। ਇਸੇ ਲਈ ਮੈਂ ਜਾ ਰਿਹਾ ਹਾਂ ਕਿ ਮੈਂ ਤੁਹਾਡੇ ਲਈ ਇਹ ਤਿਆਰੀ ਕਰ ਸਕਾਂ। ਸੋ ਜਦੋਂ ਪ੍ਰਭੂ ਯਿਸੂ ਨੇ ਆਪਣੇ ਬਾਰੇ ਕਹਿ ਰਹੇ ਸੀਗੇ ਕਿ ਮੈਂ ਹੁਣ ਜਾ ਰਿਹਾ ਹਾਂ, ਆਪਾਂ ਇੱਥੇ ਦੇਖਦੇ ਹਾਂ, ਅਗਰ ਆਪਾਂ ਯੋਹੰਨਾ 16 ਦੀ ਜਾ ਕੇ ਉਹਦੀ 5ਵੀਂ ਤੇ 7ਵੀਂ ਆਇਤ ਤੱਕ ਦੇਖੋ ਕਿ ਉਹ ਪੂਰੇ ਦੁੱਖ ਦੇ ਨਾਲ, ਪੂਰੇ ਅਫਸੋਸ ਨਾਲ ਭਰ ਗਏ ਸੀਗੇ ਕਿ ਹੁਣ ਸਾਡਾ ਮਸੀਹਾ ਸਾਨੂੰ ਫੇਰ ਛੱਡ ਕੇ ਜਾ ਰਿਹਾ ਹੈ। ਮੈਂ ਇੱਥੇ ਤੁਹਾਨੂੰ ਇੱਕ ਪੁਆਇੰਟ ਤੁਹਾਨੂੰ ਆਪਾਂ ਗਾਂ ਦੇਖਾਂਗੇ, ਪਰ ਮੈਂ ਤੁਹਾਨੂੰ ਪੁਆਇੰਟ ਆਊਟ ਕਰਨਾ ਚਾਹੁੰਦੀ ਕਿ ਤੁਸੀਂ ਇਹ ਜਦੋਂ ਵੀ ਪੜ੍ਹਨਗੇ ਭੈਣ, ਤੁਸੀਂ ਇਹ ਮਾਈਂਡ ਵਿੱਚ ਰੱਖਣਾ ਕਿ ਇਹ ਭੈਣ ਨੇ ਕਿਹਾ ਸੀਗਾ ਕਿ ਉਹ ਲੋਕ ਜਦੋਂ ਉਹਨਾਂ ਨੂੰ ਗੁੱਡ ਬਾਏ ਦੀ ਗੱਲ ਟਾਈਮ ਆਇਆ ਸੀਗਾ, ਉਸ ਵਕਤ ਉਹ ਉਦਾਸ ਹੋ ਗਏ ਸੀ। ਬੇਟਾ ਪੜ੍ਹ ਕੇ ਸੁਣਾਓ ਯੋਹੰਨਾ 16 ਉਹਦੀ 5 ਤੋਂ ਲੈ ਕੇ 7 ਤੱਕ, ਪਲੀਜ਼ ਪੜ੍ਹ ਕੇ ਸੁਣਾਓਗੇ। ਜਿਨ ਮੈਨੂੰ ਘੱਲਿਆ ਸੀ ਅਤੇ ਤੁਹਾਡੇ ਵਿੱਚੋਂ ਕੋਈ ਮੈਥੋਂ ਨਹੀਂ ਪੁੱਛਦਾ ਭਾਈ ਤੂੰ ਕਿੱਥੇ ਜਾਂਦਾ ਹੈ, ਪਰ ਇਸ ਕਰਕੇ ਜੋ ਮੈਂ ਤੁਹਾਨੂੰ ਇਹ ਗੱਲਾਂ ਕਹੀਆਂ ਹਨ ਤੁਹਾਡਾ ਦਿਲ ਗਮ ਨਾਲ ਭਰ ਗਿਆ ਹੈ। ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ, ਭਾਈ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ, ਕਿਉਂਕਿ ਜੇ ਮੈਂ ਨਾ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ, ਪਰ ਜੇ ਮੈਂ ਜਾਵਾਂ ਤਾਂ ਉਹਨੂੰ ਤੁਹਾਡੇ ਕੋਲ ਘੱਲ ਦਿਆਂਗਾ। ਆਮੀਨ ਆਮੀਨ। ਦੇਖੋ ਇੱਥੇ ਕਹਿ ਰਹੇ ਨੇ ਕਿ ਅਗਰ ਮੈਂ ਨਾ ਜਾਵਾਂ ਤੇ ਜਿਹੜਾ ਪਾਕ ਰੂਪ ਪੁੱਤਰ ਆਤਮਾ ਆ ਉਹਨਾਂ ਨੇ ਨਹੀਂ ਆਵਾਂਗਾ। ਅਗਰ ਮੈਂ ਜਾਵਾਂਗਾ ਦਿਸ ਮੀਨਸ ਕਿ ਉਹ ਪ੍ਰਭੂ ਯਿਸੂ ਗਏ ਆ ਤੇ ਉਹਨਾਂ ਨੇ ਪੁੱਤਰ ਆਤਮਾ ਸਾਡੇ ਲਈ ਘੱਲੇ ਆ। ਸੋ ਇਹ ਡੂ ਯੂ ਥਿੰਕ ਕਿ ਪ੍ਰਭੂ ਦਾ ਮੁੜ ਕੇ ਸਵਰਗਾਂ 'ਚ ਜਾਣ ਦਾ ਜਿਹੜਾ ਦਿਨ ਆ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਅਗਰ ਪ੍ਰਭੂ ਯਿਸੂ ਸਵਰਗਾਂ 'ਚ ਜਾਂਦੇ ਹੀ ਨਾ ਤੇ ਸਾਨੂੰ ਪੁੱਤਰ ਆਤਮਾ ਦਾ ਬਪਤਿਸਮਾ ਕਿੱਦਾਂ ਮਿਲਣਾ ਸੀ। ਸਾਡੇ ਉੱਤੇ ਕਿਸੇ ਤੇ ਜਿੱਦਾਂ ਕਿ ਪੁਰਾਣੇ ਨੇਮ ਦੇ ਵਿੱਚ ਕਿਤੇ ਕਿਸੇ ਦੇ ਆ ਕੇ ਪੁੱਤਰ ਆਤਮਾ ਆ ਕੇ ਠਹਿਰਦੇ ਸੀ, ਵਿੱਚ ਨਹੀਂ ਆਉਂਦੇ ਸੀ, ਉਹਨਾਂ ਨੂੰ ਭਰਿਆ ਨਹੀਂ ਜਾਂਦਾ ਸੀ, ਉਹ ਠਹਿਰਦੇ ਸੀਗੇ। ਸੋ ਏਦਾਂ ਹੀ ਜਦੋਂ ਪ੍ਰਭੂ ਯਿਸੂ ਵਾਪਸ ਨਾ ਜਾਂਦੇ, ਜਾਂ ਜਿਸ ਹਿਸਾਬ ਦੇ ਨਾਲ ਇੱਥੇ ਲਿਖਿਆ ਆ ਕਿ ਨਾ ਜਾਂਦੇ, ਇਹ ਪੂਰੀ ਗੱਲ ਨਹੀਂ ਹੋਣੀ ਸੀਗੀ। ਪਰ ਆਪਾਂ ਇੱਥੇ ਕੀ ਦੇਖ ਰਹੇ ਆ, ਇੱਕ ਆਇਤ ਤੋਂ ਪਹਿਲਾਂ ਇਸ ਤੋਂ ਕਿ ਉਹ ਪੁੱਤਰ ਆਤਮਾ ਬਾਰੇ ਗੱਲ ਕਰ ਰਹੇ ਆ, ਇੱਥੇ ਆਪਾਂ ਦੇਖ ਰਹੇ ਹਾਂ ਕਿ ਜਦੋਂ ਉਹਨਾਂ ਨੇ ਸੁਣਿਆ, ਉਹ ਕਹਿੰਦਾ ਮੈਨੂੰ ਪਤਾ ਆ ਕਿ ਤੁਹਾਡੇ ਦਿਲ ਇਸ ਵਕਤ ਬਹੁਤ ਉਦਾਸ ਹੋਏ ਨੇ, ਬਹੁਤ ਦੁਖੀ ਨੇ, ਕਿ ਇਹ ਦੁੱਖ ਦੇ ਨਾਲ ਭਰੇ ਹੋਏ ਨੇ, ਪਰ ਉਹਨਾਂ ਨੂੰ ਇਸ ਵਕਤ ਕੋਈ ਐਸਾ ਸ਼ੂ ਨਹੀਂ ਹੋ ਰਿਹਾ ਸੀਗਾ ਕਿ ਪੁੱਤਰ ਆਤਮਾ ਜੀ ਨੇ ਵੀ ਆਣਾ ਆ। ਆਮੀਨ। ਸੋ ਦੇਖੋ ਕਿ ਉਸੇ ਦੇ ਲਈ ਆਪਾਂ ਦੇਖਦੇ ਹਾਂ ਕਿ ਪੁੱਤਰ ਆਤਮਾ ਜਿਹੜੇ ਸਾਡੇ ਬੈਸਟ ਫਰੈਂਡ ਆ, ਉਹਨਾਂ ਨੂੰ ਹਜੇ ਪੂਰਾ ਪਤਾ ਨਹੀਂ ਲੱਗਿਆ ਸੀ ਕਿ ਬੈਸਟ ਫਰੈਂਡ ਜਿਹੜੇ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਆ ਉਹਨਾਂ ਨੇ ਆਣਾ ਆ। ਪਰ ਇੱਥੇ ਆਪਾਂ ਕੀ ਦੇਖਦੇ ਆ, ਇੱਥੇ ਇਹ ਦੇਖਦੇ ਕਿ ਜਦੋਂ ਉਹਨਾਂ ਨੂੰ ਪਤਾ ਲੱਗੇ ਕਿ ਪ੍ਰਭੂ ਯਿਸੂ ਨੇ ਛੱਡ ਕੇ ਜਾਣਾ ਆ, ਉਹ ਪੂਰੇ ਗਮ ਦੇ ਨਾਲ ਭਰ ਗਏ। ਰਾਈਟ, ਉਹਨਾਂ ਨੂੰ ਉਹ ਕਹਿਣ ਲੱਗ ਗਏ ਕਿ ਪ੍ਰਭੂ ਯਿਸੂ ਸਭ ਜਾਣ ਸੀ। ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਸਮਝ ਆ ਗਿਆ ਸੀਗਾ ਕਿ ਉਹਨਾਂ ਦਾ ਦਿਲ ਹੁਣ ਪੂਰਾ ਉਦਾਸ ਹੋ ਗਿਆ ਆ। ਪਰ ਹੁਣ ਆਪਾਂ ਗਾਂ ਲੂਕਾ ਦੀ ਕਿਤਾਬ ਵਿੱਚ ਦੇਖਦੇ ਆ, ਕਿਉਂਕਿ ਲੂਕਾ ਨੇ, ਆਪਾਂ ਨੂੰ ਪਤਾ ਆ ਕਿ ਸੰਤ ਲੂਕਾ ਵੀ ਉਹਨੇ ਲਿਖੀ ਆ ਅਤੇ ਜਿਹੜੇ ਚੇਲਿਆਂ ਦੀ ਕਰਤੱਵ ਆ ਉਹ ਵੀ ਉਸੇ ਨੇ ਲਿਖੀ ਆ। ਮੈਂ ਚਾਹੁੰਦੀ ਤਾਂ ਬਹੁਤ ਜ਼ਿਆਦਾ ਬਾਈਬਲ ਦੇ ਵਚਨ ਪੜ੍ਹਨਾ ਚਾਹੁੰਦੀ ਸੀ, ਪਰ ਕਿਉਂਕਿ ਆਪਣੇ ਕੋਲ ਟਾਈਮ ਇੰਨਾ ਨਹੀਂ ਹੁੰਦਾ ਗਾ, ਇਸੇ ਲਈ ਆਪਾਂ ਥੋੜੇ ਵਚਨ ਪੜਾਂਗੇ। ਸੋ ਇਸ ਦੇ ਬਾਅਦ ਕਿ ਹੁਣ ਦੇਖੋ ਕਿ ਪ੍ਰਭੂ ਉੱਚੇ ਜਦੋਂ ਚੱਕੇ ਗਏ ਸਵਰਗਾਂ ਤੋਂ ਜਾਗਣ ਤੋਂ ਪਹਿਲਾਂ ਪ੍ਰਭੂ ਇੱਕ ਇੱਥੇ ਤੁਹਾਨੂੰ ਹੁਕਮ ਦੇ ਰਹੇ ਨੇ। ਆਪਾਂ ਚੇਲਿਆਂ ਦੀ ਕਿਤਾਬ ਪਹਿਲਾ ਚੈਪਟਰ ਉਹਦੀ 4 ਤੋਂ ਲੈ ਕੇ 5ਵੀਂ ਆਇਤ ਤੱਕ ਭੈਣ ਸਾਨੂੰ ਪੜ੍ਹ ਕੇ ਸੁਣਾਉਣਗੇ। ਪੜ੍ਹ ਕੇ ਸੁਣਾਓ ਬੇਟਾ ਜੀ। Acts chapter 1 verse 4 to 5। ਅਤੇ ਉਹਨਾਂ ਦੇ ਨਾਲ ਇਕੱਠੇ ਹੋ ਕੇ ਉਸਨੇ ਉਹਨਾਂ ਨੂੰ ਹੁਕਮ ਦਿੱਤਾ, ਭਾਈ ਯਰੂਸ਼ਲਮ ਤੋਂ ਬਾਹਰ ਨਾ ਜਾਓ, ਪਰ ਪਿਤਾ ਨੇ
ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਹਦੇ ਵਿਖੇ ਤੁਸਾਂ ਮੈਥੋਂ ਸੁਣਿਆ, ਕਿਉਂ ਜੋ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਥੋੜੇ ਦਿਨਾਂ ਪਿੱਛੋਂ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ। ਆਮੀਨ। Amen। ਹੁਣ 8ਵੀਂ ਆਇਤ ਪੜ੍ਹ ਕੇ ਸੁਣਾਓ। ਰੀਡ ਨੰਬਰ verse 8 2 ਪਲੀਜ਼। ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਤੇ ਸਾਰੇ ਯਹੂਦੀਆਂ ਅਤੇ ਸਮਰਾਇਆ ਵਿੱਚ ਸਗੋਂ ਧਰਤੀ ਦੇ ਬੰਨੇ ਤਿੱਕਰ ਮੇਰੇ ਗਵਾਹ ਹੋਵੋਗੇ। ਆਮੀਨ। Amen। Look at that। ਜਦੋਂ ਚਲੇ ਜਾਓਗੇ, ਜਦੋਂ ਫੇਰ ਸਾਡੇ ਤੇ ਉਹ ਪਾਵਰ ਆਣੀ ਹੈ, ਫੇਰ ਉਸ ਪਾਵਰ ਦੇ ਨਾਲ ਅਸੀਂ ਜਗ੍ਹਾ ਜਗ੍ਹਾ ਜਾ ਕੇ ਪ੍ਰਭੂ ਯਿਸੂ ਦਾ ਨਾਮ ਪ੍ਰਚਾਰ ਕਰ ਸਕਦੇ ਹਾਂ। ਪ੍ਰਭੂ ਯਿਸੂ ਕਹਿੰਦੇ ਓਨੀ ਚਿਰ ਤੁਸੀਂ ਆਪਣੇ ਜਿੱਥੇ ਵੀ ਬਹਿ ਜਾਇਓ ਨਾ, ਪਰ ਤੁਸੀਂ ਪਵਿੱਤਰ ਆਤਮਾ ਨਾਲ ਭਰੇ ਜਾਓਗੇ। ਮੈਂ ਦੁਆ ਕਰਦੀ ਹਾਂ ਕਿ ਅਸੀਂ ਆਪਣੇ ਆਪ ਨੂੰ ਇੰਨੀ ਤਿਆਰ ਹੀ ਕਰ ਲਈਏ ਕਿ ਜਿੱਦਣ ਪੈਂਤਕੋਸਤ ਦਾ ਦਿਨ ਆਇਆ, ਵਿਚ ਇਜ਼ ਕਿ ਆਪਾਂ ਨੂੰ ਮੈਂ ਤੁਹਾਨੂੰ ਆਲਰੇਡੀ ਡੇਟ ਦੱਸ ਦਿੱਤੀ ਆ, ਉਹ ਹੈਗੀ ਆ ਇਸੇ ਮਹੀਨੇ ਦੀ 23ਵੀਂ ਤਰੀਕ, ਕਿ ਉਸ ਦਿਨ ਆਪਾਂ ਸਭ ਉਹੀ ਸਾਡਾ ਹਾਲ ਹੋਵੇ ਜਿੱਦਾਂ ਇਹਨਾਂ ਚੇਲਿਆਂ ਦਾ ਅਪਰ ਰੂਮ ਦੇ ਵਿੱਚ ਹੋਇਆ ਸੀਗਾ। ਪਰ ਹੁਣ ਆਪਾਂ ਇਹਦੇ ਬਾਰੇ ਆਪਾਂ ਬਹੁਤ ਡੂੰਘਾਈ ਵਿੱਚ ਲੇਟਰ ਦਿਨਾਂ ਦੇ ਵਿੱਚ ਆਪਾਂ ਉਹਨਾਂ ਦੀ ਸਟੱਡੀ ਕਰਨ ਜਾ ਰਹੇ ਹਾਂ। ਪਰ ਹੁਣ ਮੈਂ ਕੀ ਦੱਸਦੀ ਹਾਂ ਕਿ ਇੱਥੇ ਆਪਾਂ ਦੇਖਦੇ ਹਾਂ ਕਿ ਜਦੋਂ ਇਹ ਹੋਇਆ ਤੇ ਫਿਰ ਇਹ ਤੋਂ ਗਾਂ ਕੀ ਇਵੈਂਟ। ਹੁਣ ਇੱਥੇ ਪ੍ਰਭੂ ਯਿਸੂ ਨੇ ਉਹਨਾਂ ਨੂੰ ਹੁਕਮ ਦੇ ਦਿੱਤਾ, ਉਹਨਾਂ ਨੂੰ ਕਿਹਾ ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਪਾਕ ਰੂਪ ਪਵਿੱਤਰ ਆਤਮਾ ਦੇ ਉਹਦੀ ਪਾਵਰ ਦੇ ਨਾਲ ਤੁਸੀਂ ਭਰਿਆ ਜਾਣਾ ਹੈ। ਹੁਣ ਉਹ ਤੋਂ ਗਾਂ ਹੁਣ ਆਪਾਂ ਦੇਖਦੇ ਹਾਂ ਕਿ ਕਿੱਦਾਂ ਇਹ ਕੁਝ ਹੋਇਆ। ਸੋ ਬੇਟਾ ਹੁਣ ਇਹ ਤੋਂ ਗਾਂ ਤੁਸੀਂ ਐਸੇ ਚੈਪਟਰ ਦਾ 9ਵੇਂ ਤੋਂ ਲੈ ਕੇ 11 ਤੱਕ ਪੜ੍ਹੋ। ਅਸੀਂ ਇੱਕ ਬਹੁਤ ਚੀਜ਼ ਦੇਖਣ ਜਾ ਰਹੇ ਹਾਂ। ਸੋ ਚੇਲਿਆਂ ਦੀ ਕਿਤਾਬ ਪਹਿਲਾ ਚੈਪਟਰ 9 ਤੋਂ ਲੈ ਕੇ 11 ਤੱਕ ਸਾਨੂੰ ਭੈਣ ਪੜ੍ਹ ਕੇ ਸੁਣਾਉਣਗੇ। ਬੇਟਾ ਪੜ੍ਹ ਕੇ ਸੁਣਾਓ ਪਲੀਜ਼। ਅਤੇ ਜਾਂ ਉਹ ਇਹ ਗੱਲਾਂ ਸਹਿ ਹਟਿਆ ਤਾਂ ਉਹਨਾਂ ਨੇ ਵੇਖਦਿਆਂ ਉਹ ਉਤਾਹਾਂ ਉਠਾਇਆ ਗਿਆ ਅਤੇ ਬਦਲੀ ਨੇ ਉਸ ਨੂੰ ਉਹਨਾਂ ਦੀ ਨਜ਼ਰੋਂ ਓਲੇ ਕਰ ਦਿੱਤਾ ਅਤੇ ਉਸਦੇ ਜਾਂਦਿਆਂ ਹੋਇਆਂ ਜਾਂ ਉਹ ਆਕਾਸ਼ ਦੀ ਵੱਲ ਤੱਕ ਰਹੇ ਸਨ, ਵੇਖੋ 2 ਜਣੇ ਚਿੱਟਾ ਪਹਿਰਾਵਾ ਪਹਿਨੀ ਉਹਨਾਂ ਦੇ ਕੋਲ ਖਲੋਤੇ ਸਨ ਅਤੇ ਉਹ ਆਖਣ ਲੱਗੇ, ਹੇ ਗਲੀਲੀ ਪੁਰਖੋ, ਤੁਸੀਂ ਕਿਉਂ ਖੜੇ ਆਕਾਸ਼ ਦੀ ਵੱਲ ਵੇਖਦੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਆਕਾਸ਼ ਉੱਪਰ ਉਠਾ ਲਿਆ ਗਿਆ ਉਸੇ ਤਰ੍ਹਾਂ ਆਵੇਗਾ ਜਿਸ ਤਰ੍ਹਾਂ ਤੁਸੀਂ ਉਸਨੂੰ ਆਕਾਸ਼ ਉੱਤੇ ਜਾਂਦੇ ਵੇਖਿਆ। ਆਮੀਨ। Amen। So look at the power। ਦੇਖੋ ਕਿ ਇਸ ਅੱਖਾਂ ਦੇ ਨਾਲ ਉਸ ਪਰਮੇਸ਼ਵਰ ਦੇ ਸ਼ੈਕਨਾਇਆ ਗਲੋਰੀ ਦੇਖੀ ਉਹਨਾਂ ਨੇ। ਹੁਣ ਦੇਖੋ, ਹੁਣ ਤੁਸੀਂ ਆਪਾਂ ਯਾਦ ਕਰਕੇ ਗਏ ਕਿ ਹੁਣ ਇੱਕ ਵਾਰ ਜਦੋਂ ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ ਸੀ ਕਿ ਮੈਂ ਚੱਲਿਆ ਹਾਂ ਤੇ ਤੁਸੀਂ ਪਾਕ ਰੂਪ ਪਵਿੱਤਰ ਆਤਮਾ ਨਾਲ ਭਰ ਜਾਵੋਗੇ, ਤੇ ਉਹਨਾਂ ਨੇ ਉਹ ਗੱਲ ਸੁਣੀ। ਉਹਨਾਂ ਨੂੰ ਸਿਰਫ ਇੱਕ ਦਿਲ ਦੇ ਵਿੱਚ ਇੰਨੀ ਉਦਾਸੀ ਆ ਗਈ ਕਿ ਪ੍ਰਭੂ ਸਾਨੂੰ ਛੱਡ ਕੇ ਚੱਲੇ ਆ। ਹੁਣ ਆਪਾਂ ਇੱਥੇ ਉਂਗਲੀ ਰੱਖਣੀ ਹੈ ਕਿਉਂਕਿ ਆਪਾਂ ਵਾਪਸ ਆਉਣਾ ਆ। ਆਪਾਂ ਮੁੜ ਕੇ ਹੁਣ ਸੰਤ ਲੂਕਾ ਦੀ ਕਿਤਾਬ ਵਿੱਚ ਜਾਂਦੇ ਆ, ਉਹਦਾ 24ਵਾਂ ਚੈਪਟਰ ਮੁੜ ਕੇ 24 ਤੇ ਜਾ ਕੇ ਹੁਣ ਆਪਾਂ 50 ਤੋਂ ਲੈ ਕੇ ਉਹਦੀ 53 ਤੱਕ ਸਾਨੂੰ ਭੈਣ ਪੜ੍ਹ ਕੇ ਸੁਣਾਉਣਗੇ ਕਿ ਜਦੋਂ ਹੁਣ ਦੇਖੋ ਜੋ ਪੜ੍ਹ ਕੇ ਗਏ ਭੈਣ ਆਪਾਂ ਚੇਲਿਆਂ ਦੀ ਕਰਤੱਵ ਦੇ ਵਿੱਚ ਕਿ ਉਹਨਾਂ ਨੇ ਪ੍ਰਭੂ ਯਿਸੂ ਨੂੰ ਬੱਦਲਾਂ ਦੇ ਵਿੱਚ ਉੱਚੇ ਜਾਂਦੇ ਦੇਖਿਆ ਹੈ। ਉਹ ਤਾਂ ਜਾਣ ਤੋਂ ਪਹਿਲਾਂ ਪ੍ਰਭੂ ਯਿਸੂ ਆਪਾਂ ਦੇਖਦੇ ਹਾਂ ਤੇ ਕੀ ਕਰਕੇ ਗਏ ਆ, ਕਿਉਂਕਿ ਆਪਾਂ ਦੇਖੋ ਆਪਾਂ ਇਵੈਂਟਸ ਦੇਖਦੇ ਆਪਾਂ ਦੇਖਦੇ ਕਿ ਕਿੱਦਾਂ ਇਹ ਪ੍ਰਭੂ ਯਿਸੂ ਜਦੋਂ ਸਵਰਗਾਂ 'ਚ ਗਏ ਸੀਗੇ ਕਿੱਦਾਂ ਹੋਇਆ ਸੀ। ਬੇਟਾ ਸਾਨੂੰ ਲੂਕ ਚੈਪਟਰ 24 ਵਰਸ 50 to 53 ਸਾਨੂੰ ਪੜ੍ਹ ਕੇ ਸੁਣਾਓ ਬੇਟਾ ਪਲੀਜ਼। ਉਹ ਉਹਨਾਂ ਨੂੰ ਬਾਹਰ ਨੈਤਨੀਆਂ ਦੇ ਸਾਹਮਣੇ ਲੈ ਗਿਆ ਅਤੇ ਆਪਣੇ ਹੱਥ ਉਠਾ ਕੇ ਉਹਨਾਂ ਨੂੰ ਆਸ਼ੀਸ਼ ਦਿੱਤੀ ਅਤੇ ਇਉਂ ਹੋਇਆ ਕਿ ਜਾਂ ਉਹ ਉਹਨਾਂ ਨੂੰ ਆਸ਼ੀਸ਼ ਦੇ ਰਿਹਾ ਸੀ ਤਾਂ ਉਹ ਉਹਨਾਂ ਤੋਂ ਅਲੱਗ ਹੋਇਆ ਅਤੇ ਆਕਾਸ਼ ਉੱਤੇ ਉਠਾਇਆ ਗਿਆ ਅਤੇ ਉਹ ਉਸ ਨੂੰ ਸ਼ੀਸ਼ ਨਿਵਾ ਕੇ ਵੱਡੀ ਖੁਸ਼ੀ ਨਾਲ ਯਰੂਸ਼ਲਮ ਨੂੰ ਮੁੜੇ ਅਤੇ ਹੈਕਲ ਵਿੱਚ ਨਿਤ ਪਰਮੇਸ਼ਵਰ ਦਾ ਧੰਨਵਾਦ ਕਰਦੇ ਰਹੇ। ਆਮੀਨ। ਆਮੇਨ। ਲੁੱਕ ਐਟ ਦਿਸ। ਹੁਣ ਉਹਨਾਂ ਨੇ ਆਪਣੇ ਪਰਮੇਸ਼ਵਰ ਨੂੰ ਸਵਰਗਾਂ 'ਚ ਉੱਤੇ ਜਾਂਦੇ ਦੇਖਿਆ। ਆਮੇਨ। ਪਰ ਜਿੱਥੇ ਕਿ ਗਮੀ ਸੀਗੀ, ਹੁਣ ਜਦੋਂ ਉਹਨੇ ਜਾਂਦੇ ਦੇਖੇ ਉਹਨਾਂ ਦੇ ਅੰਦਰ ਕੀ ਲਿਖਿਆ ਗਿਆ, ਵੱਡੀ ਖੁਸ਼ੀ ਆ ਗਈ।
ਉਹਨਾਂ ਨੇ ਆਪਣੇ ਪਰਮੇਸ਼ਵਰ ਦੀ ਉਪਾਸਨਾ ਕੀਤੀ, ਧੰਨ ਆਖਿਆ ਕਿ ਪ੍ਰਭੂ ਤੇਰਾ ਸ਼ੁਕਰ ਰੱਖਦੇ ਆ। ਔਰ ਮਤਲਬ ਕਿ ਪਹਿਲਾਂ ਤਾਂ ਪ੍ਰਭੂ ਨੇ ਉਹਨਾਂ ਦੇ ਆਪਣੇ ਹੱਥ ਰੱਖੇ ਤੇ ਉਹਨਾਂ ਨੂੰ ਬਲੈਸ ਕੀਤਾ। ਆਪਾਂ ਉਹਦੇ ਬਾਰੇ ਗਾਂ ਦੇਖਦੇ ਕਿੱਦਾਂ ਦੀ ਬਲੈਸਿੰਗ ਦਿੱਤੀ ਹੋਣੀ ਆ, ਅੱਜ ਆਪਾਂ ਉਹ ਵੀ ਦੇਖਦੇ ਹਾਂ। ਪਰ ਆਪਾਂ ਇੱਥੇ ਕੀ ਦੇਖਦੇ ਕਿ ਇਨ ਅੱਖਾਂ ਨੇ ਆਪਣੇ ਪਰਮੇਸ਼ਵਰ ਨੂੰ, ਐਟਲੀਸਟ ਆਪਾਂ ਨੂੰ ਇੰਨਾ ਤਾਂ ਪਤਾ ਸੀ ਕਿ 500 ਲੋਕ ਸੀਗੇ, ਕਿਉਂਕਿ ਆਪਾਂ ਗਾਂ ਉਹਨਾਂ ਦੀ ਕਾਫੀ ਸਟੱਡੀ ਅੱਗੇ ਕੀਤੀ ਹੋਈ ਹੈ ਕਿ ਉਹਨਾਂ ਨੇ ਆਪਣੇ ਪ੍ਰਭੂ ਨੂੰ ਜਦੋਂ ਉਹ ਜੀ ਉੱਠੇ ਸੀਗੇ ਉਸ ਵਕਤ ਤਾਂ ਦੇਖਿਆ ਹੀ ਦੇਖਿਆ ਸੀਗਾ। ਉਸ ਵਕਤ ਤਾਂ ਉਹਨਾਂ ਦੇ ਕੋਲੇ ਆ ਖੜੇ ਹੋ ਗਏ ਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ, ਕਿਸੇ ਨੇ ਵਹਿਮ ਕੀਤਾ, ਕਿਸੇ ਨੇ ਸ਼ੱਕ ਕੀਤਾ, ਕਿਸੇ ਨੇ ਕੁਛ ਕੀਤਾ। ਪਰ ਹੁਣ ਆਪਾਂ ਦੇਖਦੇ ਕਿ ਜਦੋਂ ਪ੍ਰਭੂ ਯਿਸੂ ਨੂੰ ਸਵਰਗਾਂ ਵਿੱਚ ਚੱਕਿਆ ਗਿਆ, ਉਹਨਾਂ ਨੇ ਪਿਤਾ ਪਰਮੇਸ਼ਵਰ ਦੀ ਸ਼ਕਨਾਇਆ ਗਲੋਰੀ, ਉਹ ਤੇਜ ਜੋ ਆਪਾਂ ਪਿਛਲੇ ਬਾਈਬਲ ਸਟੱਡੀ ਚ ਦੇਖਿਆ ਸੀਗਾ ਕਿ ਉਹ ਤੇਜ ਜੋ ਤੰਬੂ ਦੇ ਵਿੱਚ ਆ ਬੈਠਾ, ਉਹ ਤੇਜ, ਉਹ ਸਾਰੇ ਸਵਰਗਾਂ ਦੇ ਜਿਹੜੇ ਹੋਲ ਹਾਊਸ ਉਹਦੀ ਆਰਮੀ ਆ ਕੇ ਸਾਡੇ ਪ੍ਰਭੂ ਨੂੰ ਸਵਰਗਾਂ ਦੇ ਵਿੱਚ ਚੱਕ ਕੇ ਲੈ ਕੇ ਗਏ। ਉਸ ਮਾਨ ਦੇ ਨਾਲ ਜਿਸ ਦੇ ਬਾਰੇ ਆਪਾਂ ਸੋਚਦੇ, ਜਿਸ ਲਈ ਆਪਾਂ ਹੋਜ਼ਾਨਾ ਹੋਜ਼ਾਨਾ ਗਾਉਂਦੇ ਆ, ਉਹ ਤੋਂ ਵੀ ਮਾਨ ਪਰਮੇਸ਼ਵਰ ਨੂੰ ਮੁੜ ਕੇ ਸਵਰਗਾਂ ਵਿੱਚ ਲੈ ਕੇ ਗਏ। ਤੇ ਹੁਣ ਉਹੀ ਜਿਹੜੇ ਸੀਗੇ ਚੇਲੇ, ਉਹੀ ਹੁਣ ਵੱਡੀ ਖੁਸ਼ੀ ਨਾਲ ਭਰੇ ਗਏ ਤੇ ਉਹਦਾ ਧੰਨਵਾਦ ਕਰਨ ਲੱਗੇ ਤੇ ਸਿੱਧੇ ਜਾ ਕੇ ਮੰਦਿਰ 'ਚ ਬੈਠ ਕੇ ਜੋ ਹੁਕਮ ਦੇ ਕੇ ਗਏ ਸੀ ਉਹ ਹੁਕਮ ਦਾ ਇੰਤਜ਼ਾਰ ਕਰਨ ਲੱਗ ਗਏ ਤਾਂ ਕਿ ਉਹ ਪਰਮੇਸ਼ਵਰ ਦੇ ਨਾਲ ਭਰੇ ਜਾਣ। ਉਹਨਾਂ ਦੇ ਵਿੱਚ ਜਿਹੜੀ ਜੋਏ ਆਈ ਸੀਗੀ, ਹੁਣ ਉਹਨਾਂ ਨੂੰ ਸਮਝ ਆ ਗਈ ਕਿ ਉਹਨਾਂ ਦਾ ਪਰਮੇਸ਼ਵਰ ਕਿੱਥੇ ਜਾ ਰਿਹਾ ਹੈ, ਕੀ ਕਰ ਰਿਹਾ ਆ। ਹੁਣ ਉਹਨਾਂ ਨੂੰ ਪਾਕ ਰੂਪ ਪਵਿੱਤਰ ਆਤਮਾ ਨੇ ਉਹਨਾਂ ਨੂੰ ਹੁਣ ਸਿਖਾਉਣਾ ਸੀਗਾ ਕਿ ਜੋ ਪ੍ਰਭੂ ਉਹ ਦਿਨਾਂ 'ਚ ਕਹਿੰਦੇ ਸੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਸੀਗੀ, ਪਰ ਹੁਣ ਉਹਨਾਂ ਨੂੰ ਸਮਝ ਆ ਗਿਆ ਕਿ ਸਾਡਾ ਪਰਮੇਸ਼ਵਰ ਸਾਡੇ ਲਈ ਉਹ ਵੱਡੇ ਵੱਡੇ ਮਹਿਲ ਤਿਆਰ ਕਰਨ ਜਾ ਰਿਹਾ ਹੈ, ਜਿੱਥੇ ਕਿ ਉਹਨਾਂ ਨੂੰ ਪ੍ਰਭੂ ਨੇ ਉਹੀ ਬਰਕਤ ਦੇਣੀ ਹੈ ਜੋ ਪ੍ਰਭੂ ਯਿਸੂ ਨੂੰ ਦਿੱਤੀ ਹੈ। ਹੁਣ ਆਪਾਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਆਪਣੇ ਬਾਰੇ ਜਦੋਂ ਕਹਿੰਦੇ ਸੀ ਮੈਂ ਸਵਰਗ ਜੋ ਸਵਰਗਾਂ ਤੋਂ ਆਇਆ ਆ ਉਹੀ ਮੁੜ ਕੇ ਸਵਰਗਾਂ 'ਚ ਜਾ ਸਕਦਾ ਹੈ। ਆਮੇਨ। ਸੋ ਸਾਨੂੰ ਵੀ ਪਿਤਾ ਪਰਮੇਸ਼ਵਰ ਨੇ, ਸਾਨੂੰ ਕਾਹਤੋਂ ਖੁਸ਼ੀ ਇਹਦੀ ਹੈਗੀ ਆ ਕਿਉਂਕਿ ਜਿੱਦਾਂ ਸਾਡਾ ਪ੍ਰਭੂ ਸਵਰਗਾਂ ਦਾ ਨਿਵਾਸੀ ਆ, ਹੀ ਇਜ਼ ਅ ਸਿਟੀਜ਼ਨ, ਉਹ ਪ੍ਰਭੂ ਉਹ ਸਵਰਗਾਂ ਦੇ ਵਿੱਚ, ਇਹ ਧਰਤੀ, ਇਹ ਆਕਾਸ਼, ਇਹ ਕਾਨਾਇਤ ਬਣਨ ਤੋਂ ਪਹਿਲਾਂ ਹੀ ਪ੍ਰਭੂ ਯਿਸੂ ਸਵਰਗਾਂ ਤੇ ਵੀ ਸਵਰਗਾਂ ਤੇ ਸੀਗੇ। ਆਮੇਨ। ਉਸੇ ਸਵਰਗਾਂ ਦੇ ਨਿਵਾਸੀ ਆਪਾਂ ਆ। ਸਾਨੂੰ ਪੂਰੀ ਆਸ ਹੈ ਕਿ ਜਿੱਦਾਂ ਸਾਡਾ ਯਿਸੂ ਸਵਰਗਾਂ 'ਚ ਚੱਕੇ ਗਏ ਆ, ਉਦਾਂ ਹੀ ਅਸੀਂ ਚੱਕੇ ਜਾਣਾ ਹੈ। ਅਸੀਂ ਹੀ ਪਰਮੇਸ਼ਵਰ ਦੇ ਵਿੱਚ ਉਸੇ ਤਰ੍ਹਾਂ ਆਪਾਂ ਅਗਰ ਸਮਝੀਏ ਕਿ ਇਮੀਡੀਏਟਲੀ ਜਿੱਦਾਂ ਪ੍ਰਭੂ ਯਿਸੂ ਨੂੰ ਜਾਣਦਿਆਂ ਨੂੰ ਉਹਨਾਂ ਨੂੰ ਪੋਜੀਸ਼ਨ ਮਿਲ ਗਈ, ਇਸੇ ਲਈ ਆਪਾਂ ਨੂੰ ਕਿਹਾ ਜਾਂਦਾ ਹੈ ਕਿ ਰੈਸਟ ਇਨ ਪੀਸ, ਤਾਂ ਕਿ ਅਸੀਂ ਇੱਥੇ ਤਾਂ ਪ੍ਰਭੂ ਦੇ ਵਿੱਚ ਪੀਸ ਵਿੱਚ ਰਹਿਣਾ ਹੀ ਹੈ ਜਦੋਂ ਆਪਣੀ ਮੌਤ ਹੁੰਦੀ ਹੈ, ਪਰ ਆਪਾਂ ਉੱਤੇ ਜਾ ਕੇ ਉਹਦੀ ਸ਼ਾਂਤੀ ਵਿੱਚ ਆਪਾਂ ਜਿੰਨੇ ਹੁੰਨੇ ਆ ਉਸ ਵਕਤ। ਸੋ ਜਦੋਂ ਆਪਾਂ ਕੀ ਦੇਖਦੇ ਕਿ ਪ੍ਰਭੂ ਯਿਸੂ ਨੇ, ਆਪਾਂ ਜਦੋਂ ਦੇਖੇ ਕਿ ਕਿੱਦਾਂ ਦੀਆਂ ਬਰਕਤਾਂ ਦਿੱਤੀਆਂ ਹੋਈਆਂ ਆ, ਕੀ ਕਿਆ ਹੋਣਾ ਉਹਨਾਂ ਨੂੰ, ਕਿਉਂਕਿ ਮੈਂ ਇਹ ਦੇਖਦੀ ਸੀ ਕਿ ਪ੍ਰਭੂ ਜੀ ਇੱਥੇ ਸਿਰਫ ਇਹੀ ਲਿਖਿਆ ਕਿ ਤੁਸੀਂ ਆਪਣੇ ਹੱਥ ਉਹਨਾਂ ਤੇ ਰੱਖੇ ਤੇ ਉਹਨਾਂ ਤੇ ਬਰਕਤ ਦਿੱਤੀ। ਹੁਣ ਫਿਰ ਮੈਂ ਦੇਖਦੀ ਕਿ ਬਰਕਤ ਪ੍ਰਭੂ ਨੇ ਕਿੱਦਾਂ ਦੀ ਦਿੱਤੀ ਹੈ। ਅਗਰ ਤੁਸੀਂ ਅਫਸੀਆਂ ਦੀ ਕਿਤਾਬ ਉਹਦਾ 2 ਚੈਪਟਰ ਤੇ 6ਵੀਂ ਤੇ 7ਵੀਂ ਆਇਤ ਦੇਖੋ, ਉਹ ਆਪਾਂ ਇਸ ਬਰਕਤ ਦੇ ਨਾਲ ਅੱਜ ਅਸੀਂ ਆਪਣੀ ਜ਼ਿੰਦਗੀਆਂ ਤੇ ਵੀ ਰਿਸੀਵ ਕਰਦੇ ਹਾਂ, ਆਪਣੇ ਬੱਚਿਆਂ ਵਿੱਚ ਵੀ ਰਿਸੀਵ ਕਰਦੇ ਹਾਂ, ਆਪਣੀ ਆਤਮਿਕ ਜ਼ਿੰਦਗੀ ਤੇ ਵੀ ਲੈ ਕੇ ਆਉਂਦੇ ਹਾਂ, ਕਿਉਂਕਿ ਸਾਡੇ ਪਰਮੇਸ਼ਵਰ ਨੇ ਜ਼ਰੂਰ ਇਹ ਬਰਕਤ ਉਹਨਾਂ ਨੂੰ ਦਿੱਤੀ ਹੋਣੀ ਹੈ। ਆਮੇਨ। ਲਿਖਿਆ ਤਾਂ ਨਹੀਂ ਹੈ ਪਰ ਸਾਨੂੰ ਪਤਾ ਹੈ ਕਿਉਂਕਿ ਜਿਹੜਾ ਪਲੂਸ ਹੈ ਉਹ ਹਰ ਗੱਲ ਉਹਨੇ ਪਾਕ ਰੂਪ ਪਵਿੱਤਰ ਆਤਮਾ ਦੇ ਵਸੀਲੇ ਲਿਖੀ ਹੋਈ ਹੈ। ਸੋ ਬੇਟਾ ਸਾਨੂੰ ਪੜ੍ਹ ਕੇ ਸੁਣਾਓਗੇ ਕਿ ਫਾਈਨਲ ਬਲੈਸਿੰਗ ਜਦੋਂ ਇਸ ਤੋਂ ਪਹਿਲਾਂ ਕਿ ਪ੍ਰਭੂ ਯਿਸੂ ਸਵਰਗਾਂ 'ਚ ਚੱਕੇ ਗਏ ਉਹ ਕਿਹੜੀ ਹੋਣੀ ਹੈ। Ephesians chapter 2 verse 6 to 7 ਪਲੀਜ਼ ਪੜ੍ਹ ਕੇ ਸੁਣਾਓ ਬੇਟਾ ਪਲੀਜ਼। ਅਤੇ ਉਹ ਨੇ ਸਾਨੂੰ ਉਹਦੇ ਨਾਲ ਉਠਾਇਆ ਅਤੇ ਸਾਨੂੰ ਮਸੀਹ ਯਿਸੂ ਵਿੱਚ ਸਵਰਗੀ ਥਾਵਾਂ ਉੱਤੇ ਉਸੇ ਨਾਲ ਵਹਾਲਿਆ। ਭਾਈ ਉਸ ਦਿਆਲਗੀ ਨਾਲ ਜੋ ਮਸੀਹ ਯਿਸੂ ਵਿੱਚ ਸਾਡੇ ਉੱਤੇ ਹੈ, ਉਹ ਆਉਣ ਵਾਲਿਆਂ ਯੁੱਗਾਂ ਵਿੱਚ ਆਪਣੀ ਕਿਰਪਾ ਨਾਲ ਬੇਹੱਦ ਧਨ ਉਜਾਗਰ ਕਰੇ। ਆਮੀਨ। ਆਮੇਨ। ਕਿ ਲੋਕ ਆਪਾਂ ਹੁਣ ਕੀ ਦੇਖਦੇ ਹਾਂ, ਇਹ ਵਰਸਿਸ ਤੋਂ ਕੀ ਦੇਖਦੇ ਹਾਂ,
ਪਹਿਲਾਂ ਆਪਾਂ ਨੂੰ ਪਤਾ ਕਿ ਪਰਮੇਸ਼ਵਰ ਉੱਚੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਇੱਕ ਡਿਊਟੀ ਦਿੱਤੀ ਸੀਗੀ ਕਿ ਜਾ ਕੇ ਸਭ ਨੂੰ ਪਿਤਾ ਪੁੱਤਰ ਪੁੱਤਰ ਆਤਮਾ ਦੇ ਵਿੱਚ ਉਹਨਾਂ ਨੂੰ ਵਚਨ ਦੱਸੋ, ਉਹਨਾਂ ਨੂੰ ਗੁੱਡ ਨਿਊਜ਼ ਦਵੋ ਤੇ ਉਹਨਾਂ ਦੇ ਤੁਸੀਂ ਜਾ ਕੇ ਹੱਥ ਰੱਖੋਗੇ ਉਹ ਚੰਗੇ ਹੋਣਗੇ ਅਤੇ ਮੇਰਾ ਨਾਮ ਪ੍ਰਚਾਰ ਕਰੋ। ਫਿਰ ਉਹਨਾਂ ਨੂੰ ਬਲੈਸਿੰਗ ਦਿੱਤੀ ਹੈ ਪਰਮੇਸ਼ਵਰ ਨੇ ਕਿ ਤੁਸੀਂ ਤੁਹਾਡੇ ਉੱਤੇ ਸਦਾ ਸਦਾ ਮਿਹਰ ਰਵੇ, ਤੁਹਾਡੇ ਉੱਤੇ ਸਦੀਪਕ ਦੀ ਕਿਰਪਾ ਰਵੇ, ਤੁਹਾਡੇ ਉੱਤੇ ਸਦੀਪਕ ਦੀ ਉਹ ਮੁਕਤੀ ਜਿਹਦੇ ਲਈ ਤੁਸੀਂ ਆਪਣੇ ਆਪ ਨੂੰ ਪ੍ਰਭੂ ਦੇ ਲਈ ਖੋਲਿਆ ਉਹ ਮੁਕਤੀ ਰਵੇ, ਕਿ ਤੁਹਾਡੇ ਉੱਤੇ ਉਹ ਦਲਾਸਾ ਰਵੇ, ਕਿ ਤੁਹਾਡੇ ਉੱਤੇ ਉਹ ਸ਼ਾਂਤੀ ਰਵੇ, ਉਹ ਸ਼ਾਂਤੀ ਜਿਸ ਦਾ ਉਹ ਖੁਦ ਸ਼ਾਂਤੀ ਦਾ ਰਾਜ ਕਮਾ ਰਿਹਾ। ਕਿਉਂਕਿ ਸਾਨੂੰ ਪ੍ਰਭੂ ਨੇ ਵਾਅਦਾ ਕੀਤਾ ਕਿ ਜਦੋਂ ਤੁਸੀਂ ਮੈਨੂੰ ਆਪਣੇ ਦਿਲ ਦੇ ਵਿੱਚ ਸੱਦੋਗੇ ਮੈਂ ਤੇ ਮੇਰਾ ਪਿਤਾ ਤੁਹਾਡੇ ਵਿੱਚ ਆ ਕੇ ਰਵਾਂਗੇ। ਉਹ ਕਿਉਂ? ਕਿਉਂਕਿ ਉਹ ਖੁਦ ਸ਼ਾਂਤੀ ਦਾ ਰਾਜ ਕਮਾ ਰਿਹਾ। ਸਾਨੂੰ ਉਹ ਸਦੀਪਕ ਸ਼ਾਂਤੀ ਦੀ ਸਾਨੂੰ ਪੂਰੀ ਆਸ ਹੈ ਕਿ ਸਾਡੇ ਵਿੱਚ ਸਾਡਾ ਸ਼ਾਂਤੀ ਦਾ ਰਾਜ ਕਮਾਲ ਸਾਡੇ ਵਿੱਚ ਹੈ। ਆਮੇਨ। ਸੋ ਮਤਲਬ ਕਿ ਉਹਨਾਂ ਨੇ ਸਾਨੂੰ ਇਹ ਵੀ ਕਹਿ ਦਿੱਤਾ ਹੈ ਕਿ ਤੁਹਾਡੀ ਕੇਅਰ ਕਰਨ ਦੇ ਲਈ, ਤੁਹਾਨੂੰ ਲੀਡ ਐਂਡ ਗਾਈਡ ਕਰਨ ਦੇ ਲਈ ਤੁਹਾਨੂੰ ਮੈਂ ਇੱਕ ਉਹ ਬੈਸਟ ਮਿੱਤਰ ਦਵਾਂਗਾ ਜਿਸ ਦਾ ਨਾਮ ਹੈਗਾ ਹੈ ਪਵਿੱਤਰ ਆਤਮਾ, ਜੋ ਤੁਹਾਨੂੰ ਕਦੇ ਛੱਡੇਗੀ ਨਹੀਂ, ਜੋ ਤੁਹਾਨੂੰ ਕਦੇ ਤਿਆਗੇਗਾ ਨਹੀਂ, ਉਹ ਸਦਾ ਤੁਹਾਨੂੰ ਫੜ ਕੇ ਰੱਖੇਗਾ। ਅਤੇ ਉਹ ਵਾਅਦਾ ਜਿਸ ਦਾ ਜੋ ਉਹਨੇ ਕੀਤਾ ਆ ਪ੍ਰਭੂ ਉੱਚਣ ਤੋਂ ਚੱਕੇ ਜਾਣ ਤੋਂ ਪਹਿਲਾਂ, ਉਹ ਵਾਅਦਾ ਸਾਡੀ ਜ਼ਿੰਦਗੀ ਵਿੱਚ ਪਰਮੇਸ਼ਵਰ ਨੇ ਪੂਰਾ ਕਰ ਦਿੱਤਾ ਆ। ਆਮੇਨ। ਉਹ ਕਹਿੰਦੇ ਕਿ ਹੁਣ ਮੈਂ ਸਵਰਗਾਂ 'ਚ ਚੱਲਿਆ ਆ ਤਾਂ ਕਿ ਮੈਂ ਤੁਹਾਡੇ ਲਈ ਜੋ ਮੈਂ ਕਰਨ ਆਇਆ ਸੀਗਾ ਉਹ ਮੈਂ ਸਾਰੇ ਪ੍ਰੋਮਿਸ ਪੂਰੇ ਕਰ ਚੱਲਿਆ ਆ। ਅਤੇ ਮੈਂ ਦੂਸਰਾ ਪਾਸਾ ਤੁਹਾਨੂੰ ਗਾਰੰਟੀ ਕਰ ਚੁੱਕਿਆ ਆ, ਕਿਉਂਕਿ ਆਪਾਂ ਜਦੋਂ ਐਕਟਸ 1 ਚੈਪਟਰ 11 ਚੇਲਿਆਂ ਦੀ ਕਿਤਾਬ ਪਹਿਲਾ ਚੈਪਟਰ ਤੇ 11ਵੀਂ ਆਇਤ ਪੜ੍ਹਿਆ ਸੀ, ਉਹ ਕਹਿੰਦੇ ਕਿ ਤੁਸੀਂ ਕਿਹਨੂੰ ਦੇਖਦੇ, ਜਿੱਦਾਂ ਹੀ ਇਹ ਚੱਕਿਆ ਗਿਆ ਆ ਉਦਾਂ ਹੀ ਇਹਨੇ ਵਾਪਸ ਆਣਾ ਆ। ਸਾਨੂੰ ਪ੍ਰਭੂ ਯਿਸੂ ਗਾਰੰਟੀ ਕਰ ਗਿਆ ਕਿ ਮੈਂ ਤੁਹਾਨੂੰ ਵਾਪਸ ਫੇਰ ਲੈਣ ਆਵਾਂਗਾ। ਆਮੇਨ। ਓਨੀ ਚਿਰ ਉਹ ਕਹਿੰਦਾ ਹੈ ਕਿ ਮੈਂ ਤੁਹਾਡੇ ਲਈ ਉਹ ਉੱਤੇ ਬਹੁਤ ਸੋਹਣੇ ਸੋਹਣੇ ਮਹਿਲ ਬਣਾ ਰਿਹਾ ਆ ਤੁਹਾਨੂੰ ਮੈਂ, ਤਾਂ ਕਿ ਤੁਹਾਡੇ ਲਈ ਪ੍ਰੈਪਰੇਸ਼ਨ ਹੋਣੀ ਆ। ਆਮੇਨ। ਸੋ ਮਤਲਬ ਕਿ ਆਪਾਂ ਨੂੰ ਕਾਹਤੋਂ ਇਹ ਦਿਨ ਮਨਾਉਣਾ ਚਾਹੀਦਾ ਹੈ। ਅਖੀਰ ਵਿੱਚ ਆ ਕੇ ਇਹ ਸਭ ਕੁਝ ਕਰਾ ਕੇ ਮੈਂ ਕੀ ਦੱਸਣਾ ਚਾਹੁੰਦੀ ਹਾਂ ਕਿ ਸਾਨੂੰ ਪ੍ਰਭੂ ਦਾ ਮੁੜ ਕੇ ਜੀ ਉੱਠਣ ਵਾਲਾ ਦਿਨ ਕਿਉਂ ਮਨਾਉਣਾ ਚਾਹੀਦਾ ਹੈ। ਇਸ ਲਈ ਕਿਉਂਕਿ ਉਹਨੂੰ ਪ੍ਰਭੂ ਯਿਸੂ ਨੂੰ ਉੱਚਾ ਕੀਤਾ, ਸਾਨੂੰ ਵੀ ਨਾਲ ਉੱਚਾ ਕੀਤਾ। ਪ੍ਰਭੂ ਯਿਸੂ ਨੂੰ ਉੱਤੇ ਤਾਜ ਜਾਂਦਿਆਂ ਨੇ ਉਹਦਾ ਜਿਹੜਾ ਰਾਜਿਆਂ ਦਾ ਤਖਤ ਸੀ ਉਹਨੂੰ ਵਾਪਸ ਦਿੱਤਾ। ਪ੍ਰਭੂ ਕਹਿੰਦਾ ਤੁਸੀਂ ਵੀ ਮੇਰੇ ਨਾਲ ਹੋਵੋਗੇ ਜਿੱਥੇ ਮੈਂ ਆ। ਮਤਲਬ ਕਿ ਜਿੱਥੇ ਪ੍ਰਭੂ ਯਿਸੂ ਆ ਅਸੀਂ ਵੀ ਉਹਦੇ ਨਾਲ ਸਵਰਗਾਂ ਦੇ ਵਿੱਚ ਆ। ਫਿਰ ਉਹਨੇ ਸਾਨੂੰ ਵਾਅਦਾ ਕੀਤਾ ਕਿ ਮੈਂ ਤੁਹਾਨੂੰ ਪਾਕ ਰੂਪ ਪਵਿੱਤਰ ਆਤਮਾ ਜੀ ਭੇਜਾਂਗਾ ਕਿ ਤੁਸੀਂ ਏਦਾਂ ਦੀ ਜ਼ਿੰਦਗੀ ਜੀ ਸਕਦੇ ਹੋ ਜਿੱਦਾਂ ਸਵਰਗਾਂ ਦੇ ਵਿੱਚ ਉਹਦੀ ਪ੍ਰਭੂ ਦੀ ਮਰਜ਼ੀ ਚੱਲਦੀ ਹੈ। ਪਾਕ ਰੂਪ ਪਵਿੱਤਰ ਆਤਮਾ ਜੀ ਦੇ ਰਾਹੀਂ ਤੁਹਾਡੀ ਜ਼ਿੰਦਗੀ ਵਿੱਚ ਵੀ ਉਹ ਸਵਰਗਾਂ ਦੀ ਮਰਜ਼ੀ ਪੂਰੀ ਹੋਵੇਗੀ। ਤੁਹਾਡੇ ਵਿੱਚ ਕਦੇ ਵੀ ਕੋਈ ਥੋੜ, ਕੋਈ ਵੀ ਕਮੀ, ਕੋਈ ਵੀ ਘਟੀ ਆ ਨਹੀਂ ਸਕਦੀ ਅਗਰ ਤੁਸੀਂ ਮੈਨੂੰ ਪਿਆਰ ਕਰੋਗੇ ਅਤੇ ਮੇਰੇ ਹੁਕਮਾਂ ਤੇ ਚੱਲੋਗੇ। ਇਹ ਜਿਹੜਾ ਦਿਨ ਆ ਤੁਹਾਡੇ ਲਈ ਨੰਬਰ 1 ਹੋਵੇਗਾ। ਆਮੇਨ। ਸੋ ਫਿਰ ਸਾਨੂੰ ਇੱਥੇ ਸਾਨੂੰ ਕੀ ਉਹਦੀ ਅਸੈਂਸ਼ਨ ਜਿਹੜੇ ਕਿ ਪ੍ਰਭੂ ਉੱਤੇ ਚੱਕੇ ਗਏ ਆ, ਸਵਰਗਾਂ ਵਿੱਚ ਚਲੇ ਗਏ, ਉੱਥੇ ਪ੍ਰੈਪਰੇਸ਼ਨ ਕਰਤਾ ਕਿ ਪ੍ਰਭੂ ਦੇ ਜਿਹੜਾ ਸਦੀਪਕ ਥਰੋਨ ਆ ਅਸੀਂ ਵੀ ਉੱਥੇ ਜਾ ਕੇ, ਕਿਉਂਕਿ ਅਸੀਂ ਪ੍ਰਭੂ ਜੀ ਦੇ ਨਾਲ ਹਰ ਚੀਜ਼ ਦੇ ਉਹ ਹਿੱਸੇਦਾਰ ਆ। ਫਿਰ ਆਪਾਂ ਨੂੰ ਪਤਾ ਹੈ ਕਿ ਪ੍ਰਭੂ ਯਿਸੂ ਦੇ ਉੱਚੇ ਚੱਕਰ ਨਾਲ ਪ੍ਰਭੂ ਜੀ ਇਸ ਕਲੀਸਿਆ ਦੇ ਹੈਡ ਆ। ਹੀ ਇਜ਼ ਅ ਹੈਡ ਆਫ ਐਵਰੀ ਚਰਚ। ਮਤਲਬ ਕਿ ਇੱਕ ਚਰਚ ਨਹੀਂ, ਪੂਰੀ ਜਿੰਨੀ ਚਰਚ ਹੈ ਸਾਰੀ ਜੋ ਪ੍ਰਭੂ ਯਿਸੂ ਦੀ ਸ਼ਰੀਰ ਹੈ ਇਸ ਦੁਨੀਆ ਤੇ, ਉਹਦੇ ਸਿਰ ਕੌਣ ਆ? ਪ੍ਰਭੂ ਯਿਸੂ ਆ। ਕੋਈ ਹੋਰ ਸਿਰ ਨਹੀਂ ਬਣ ਸਕਦਾ। ਹਾਂ, ਸਾਨੂੰ ਪਾਸਟਰਸ ਦਿੱਤੇ ਆ, ਸਾਨੂੰ ਅਪੋਸਟਲਸ ਦਿੱਤੇ ਆ, ਉਹ ਚਰਚ ਕਲੀਸਿਆ ਦੇ ਆ, ਪਰ ਸਾਰੀ ਕਲੀਸਿਆ ਦਾ ਹੈਡ ਸਾਡਾ ਪ੍ਰਭੂ ਯਿਸੂ ਆ। ਤੇ ਉਹਨਾਂ ਦੇ ਉੱਚੇ ਜਦੋਂ ਸਵਰਗਾਂ ਚੱਕੇ ਗਏ, ਉਹ ਸਵਰਗਾਂ ਦੇ ਵਿੱਚ ਉਹ ਇਸ ਸਾਰੇ ਕਲੀਸਿਆ ਦੇ ਹੈਡ ਬਣੇ। ਅਤੇ ਦੂਸਰੀ ਗੱਲ ਕਿ ਉਹਨਾਂ ਨੇ ਸ਼ੈਤਾਨ ਨੂੰ, ਜਿੱਦਾਂ ਹੁਣ ਆਪਾਂ ਸ਼ੁਰੂਆਤ ਵਿੱਚ ਪੜ੍ਹ ਕੇ ਗਏ ਸੀਗੇ ਜ਼ਬੂਰ 66, ਕਿ ਸ਼ੈਤਾਨ ਨੂੰ ਸੱਚਮੁੱਚ ਐਲਾਨ ਕਰ ਦਿੱਤਾ ਕਿ ਤੂੰ ਹਾਰਿਆ ਹੋਇਆ ਆ, ਤੂੰ ਖਤਮ ਆ ਅਤੇ ਉਹਦੇ ਉੱਠਣ ਜਾਣ ਦੇ ਨਾਲ
ਸਾਡੇ ਪ੍ਰਭੂ ਨੇ ਆਪਣੀ ਉਸ ਸ਼ਕਤੀ ਉਸ ਜਿੱਤ ਨੂੰ ਪੂਰਾ ਦਿਖਾ ਦਿੱਤਾ ਆਮੇਨ ਕਿ ਉਹਨਾਂ ਨੇ ਕਿਹਾ ਹੈ ਤੇ ਸਭ ਤੋਂ ਜ਼ਿਆਦਾ ਵੱਡੀ ਗੱਲ ਇਹ ਹੈ ਕਿ ਪ੍ਰਭੂ ਯਿਸੂ ਨੇ ਕਿਹਾ ਹੈ ਕਿ ਮੈਂ ਤੁਹਾਡੇ ਲਈ ਸਵਰਗਾਂ ਦੇ ਵਿੱਚ ਦੁਆ ਕਰਾਂਗਾ ਸਦਾ ਦੇ ਲਈ 24 ਘੰਟੇ ਪ੍ਰਭੂ ਯਿਸੂ ਆਪਣੇ ਚੇਲਿਆਂ ਦੇ ਲਈ ਪਿਤਾ ਪਰਮੇਸ਼ਵਰ ਦੇ ਸਾਹਮਣੇ ਇੰਟਰਸੀਡ ਕਰਦੇ ਆ ਉਹਨਾਂ ਦੇ ਲਈ ਸਾਡੇ ਲਈ ਅਗਰ ਸਾਡੇ ਲਈ ਕੋਈ ਦੁਆ ਹੋਰ ਕਰੇ ਨਾ ਕਰੇ ਕਦੇ ਫਿਕਰ ਨਾ ਕਰਨਾ ਅਸੀਂ ਤਾਂ ਖੁਦ ਆਪਣੇ ਲਈ ਦੁਆ ਕਰਦੇ ਹੀ ਕਰਦੇ ਆ ਅਗਰ ਸਾਡੇ ਵਿੱਚ ਕਦੇ ਵੀ ਕਿਸੇ ਨੂੰ ਕੋਈ ਵੀ ਮੇਰੇ ਭੈਣ ਭਰਾ ਸਾਨੂੰ ਦੇਖਦੇ ਆ ਤੁਹਾਡੇ ਦਿਲ ਵਿੱਚ ਸ਼ੱਕ ਹੋਵੇ ਕੀ ਮੇਰੇ ਲਈ ਕੋਈ ਦੁਆ ਕਰ ਰਿਹਾ ਹੈ ਕੀ ਮੇਰਾ ਪਾਸਟਰ ਮੇਰੇ ਲਈ ਦੁਆ ਕਰ ਰਿਹਾ ਹੈ ਸਾਨੂੰ ਕੀ ਪ੍ਰੋਬਲਮ ਹੈ ਅਗਰ ਨਾ ਵੀ ਕਰਨ ਦੈਟਸ ਓਕੇ ਕਿਉਂਕਿ ਸਾਡਾ ਯਿਸੂ ਇਸ ਸਾਰੇ ਸਰੀਰ ਦਾ ਸਾਰੇ ਚਰਚ ਦਾ ਹੈਡ ਉਹ ਸਾਡੇ ਲਈ ਦੁਆ ਕਰ ਰਿਹਾ ਹੈ ਉਹ ਸਾਡੀ ਸੁਰੱਖਿਆ ਦੇ ਲਈ ਸਾਡੀ ਆਤਮਿਕ ਜ਼ਿੰਦਗੀ ਦੇ ਲਈ ਸਾਡੇ ਆਤਮਿਕ ਬੜਾਪੇ ਕਿ ਗਾਂ ਵਧੀਏ ਉਹਦੇ ਲਈ ਉਹ ਦੁਆ ਕਰ ਰਿਹਾ ਹੈ ਅਤੇ ਸਭ ਤੋਂ ਜ਼ਿਆਦਾ ਪ੍ਰਭੂ ਯਿਸੂ ਇੱਕ ਤਿਆਰੀ ਵਿੱਚ ਬੈਠੇ ਆ ਕਿ ਕਦ ਉਹਨਾਂ ਦਾ ਪਿਤਾ ਕਵੇ ਕਿ ਜਾ ਵਾਪਸ ਆਉਣ ਕਿ ਮੇਰੇ ਬੱਚਿਆਂ ਨੂੰ ਜਿਨ੍ਹਾਂ ਨੇ ਮੈਨੂੰ ਮੇਰੇ ਤੇ ਯਕੀਨ ਕੀਤਾ ਆ ਜਿਨ੍ਹਾਂ ਨੇ ਆਪਣੇ ਮੂੰਹ ਦਾ ਇਕਰਾਰ ਕੀਤਾ ਆ ਉਹਨਾਂ ਨੂੰ ਮੁੜ ਕੇ ਲਿਆ ਅਤੇ ਜਿਹੜੇ ਪਿਤਾ ਪਰਮੇਸ਼ਵਰ ਦੇ ਵਿੱਚ ਸੌਂ ਗਏ ਆ ਉਹਨਾਂ ਨੂੰ ਜਾ ਕੇ ਜਗਾ ਅਤੇ ਮੁੜ ਕੇ ਸਵਰਗਾਂ ਦੇ ਵਿੱਚ ਚੱਕ ਲਿਆ ਜਿੱਦਾਂ ਤੈਨੂੰ ਮੈਂ ਸਵਰਗਾਂ ਵਿੱਚ ਚੱਕ ਲਿਆਂਦਾ ਆ ਉਦਾਂ ਹੀ ਤੂੰ ਚੱਕ ਲਿਆ ਇਸੇ ਲਈ ਮੈਂ ਕਹਿੰਦੀ ਆ ਕਿ ਪ੍ਰਭੂ ਦਾ ਜਿਹੜਾ ਜੀਣ ਉੱਠਣ ਵਾਲਾ ਦਿਨ ਆ ਸਾਨੂੰ ਉਦਾਂ ਹੀ ਧੂਮ-ਧਾਮ ਨਾਲ ਮਨਾਉਣਾ ਚਾਹੀਦਾ ਆ ਜਿੱਦਾਂ ਕ੍ਰਿਸਮਸ ਮਨਾਉਂਦੇ ਆ ਜਿੱਦਾਂ ਗੁੱਡ ਫਰਾਈਡੇ ਮਨਾਉਂਦੇ ਆ ਅਤੇ ਜਿੱਦਾਂ ਆਪਾਂ ਰੈਸਰੈਕਸ਼ਨ ਮਨਾਉਂਦੇ ਆ ਮੈਂ ਤਾਂ ਕਹਿੰਦੀ ਉਹ ਤੋਂ ਵੀ ਜ਼ਿਆਦਾ ਕਿਉਂਕਿ ਇੱਥੇ ਸਾਨੂੰ ਡੈਕਲੇਰੇਸ਼ਨ ਹੋ ਜਾਂਦਾ ਆ ਕਿ ਸਾਡੇ ਯਿਸੂ ਨੇ ਸਾਨੂੰ ਉਦਾਂ ਹੀ ਧੂਮ-ਧਾਮ ਨਾਲ ਚੱਕ ਕੇ ਲੈ ਕੇ ਜਾਣਾ ਹੈ ਉਸੇ ਸ਼ਕਨਾਇਆ ਗਲੋਰੀ ਦੇ ਨਾਲ ਚੱਕ ਕੇ ਲੈ ਕੇ ਜਾਣਾ ਹੈ ਜਿਸ ਗਲੋਰੀ ਦੇ ਨਾਲ ਪ੍ਰਭੂ ਯਿਸੂ ਨੂੰ ਉਹਦੇ ਸੰਤ ਦੂਤ ਚੱਕ ਕੇ ਲੈ ਕੇ ਗਏ ਹੈ ਆਮੇਨ ਸੋ that is why we are to celebrate the ascension day ਕਿ ਪ੍ਰਭੂ ਯਿਸੂ ਨੂੰ ਸਵਰਗਾਂ ਵਿੱਚ ਉਠਾਇਆ ਗਿਆ ਉਹ ਵੀ ਦਿਨ ਜਿਹੜਾ ਕਿ ਕੱਲ ਨਿਕਲ ਗਿਆ ਹੈ ਜਾਂ ਅੱਜ ਵੀ ਆਪਾਂ ਨੂੰ ਇਸੇ ਲਈ ਮੈਂ ਇਹ ਵਚਨ ਇਹ ਬਾਈਬਲ ਸਟੱਡੀ ਇਸੇ ਲਈ ਤਿਆਰ ਕੀਤੀ ਹੈ ਤਾਂ ਕਿ ਅਸੀਂ ਵੀ ਸਮਝ ਸਕੀਏ ਕਿ ਪ੍ਰਭੂ ਦਾ ਉਠਾਉਣ ਵਾਲਾ ਦਿਨ ਸਵਰਗਾਂ 'ਚ ਚੱਕਣ ਵਾਲਾ ਦਿਨ ਕਿੰਨਾ ਇੰਪੋਰਟੈਂਟ ਹੈ ਸਾਡੇ ਲਈ ਆਮੇਨ ਸੋ ਆਪਾਂ ਇੱਥੇ ਬਾਈਬਲ ਸਟੱਡੀ ਫਿਨਿਸ਼ ਕਰਦੇ ਹਾਂ ਆਈ ਹੋਪ ਕਿ ਪ੍ਰਭੂ ਨੇ ਤੁਹਾਨੂੰ ਉਨੀ ਬਰਕਤ ਦਿੱਤੀ ਹੋਣੀ ਹੈ ਜਿੰਨੀ ਪ੍ਰਭੂ ਨੇ ਮੈਨੂੰ ਬਰਕਤ ਦਿੱਤੀ ਹੈ ਕਿ ਜਿੱਦਾਂ ਮੈਂ ਜਦ ਸਟਾਰਟ ਮੈਂ ਬਾਈਬਲ ਸਟੱਡੀ ਤਿਆਰ ਕਰ ਰਹੀ ਸੀ ਆਪਦੇ ਲਈ ਰਾਤ ਨੂੰ ਏਦਾਂ ਹੀ ਮੈਂ ਕਹਿੰਦੀ ਕਿ ਪ੍ਰਭੂ ਯਿਸੂ ਸਾਡੀਆਂ ਹਰ ਇੱਕ ਦੀ ਜ਼ਿੰਦਗੀਆਂ ਏਦਾਂ ਹੀ ਸਵਰਗਾਂ ਦੇ ਵਿੱਚ ਚੱਕੀ ਰੱਖੇ ਤੁਹਾਨੂੰ ਸਦਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਅਤੇ ਤੁਹਾਡੇ ਕਿਸੇ ਦੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਘਟੀ ਨਾ ਆਵੇ ਬਲਕਿ ਕਿ ਅਸੀਂ ਉਸ ਆਸ ਦੇ ਵਿੱਚ ਰਹੀਏ ਕਿ ਸਾਡੇ ਪਰਮੇਸ਼ਵਰ ਨੇ ਉਹ ਆਸ ਪੂਰੀ ਕਰ ਦਿੱਤੀ ਹੈ ਅੱਗੇ ਸਾਨੂੰ ਸੀਗਾ ਕਿ ਪਤਾ ਨਹੀਂ ਲੋਕਾਂ ਨੂੰ ਸੀ ਆਸ ਪੂਰੀ ਹੋਣੀ ਹੈ ਕਿ ਨਹੀਂ ਸਾਡੇ ਪਰਮੇਸ਼ਵਰ ਨੇ ਸਾਡੀ ਆਸ ਪੂਰੀ ਕਰ ਦਿੱਤੀ ਹੈ ਅਤੇ ਮੈਂ ਤੁਹਾਨੂੰ ਬਰਕਤ ਦਿੰਦੀ ਹਾਂ ਕਿ ਤੁਸੀਂ ਜਾਓ ਵਧੋ ਤੇ ਫੁੱਲੋ ਪ੍ਰਭੂ ਦੇ ਵਚਨ ਦੇ ਵਿੱਚ ਸਦਾ ਵਧੋ ਤੇ ਫੁੱਲੋ ਅਤੇ ਵਚਨ ਤੋਂ ਬਗੈਰ ਇਸ ਦੁਨੀਆ ਤੇ ਹੋਰ ਵੱਡੀ ਕੋਈ ਚੀਜ਼ ਨਹੀਂ ਕੋਈ ਪਿਆਰੀ ਚੀਜ਼ ਨਹੀਂ ਅਗਰ ਅਸੀਂ ਇਸ ਵਚਨ ਨੂੰ ਪਾਕ ਰੂਪ ਪਵਿੱਤਰ ਆਤਮਾ ਦੇ ਵਸੀਲੇ ਪੜ੍ਹੀਏ ਤਦ ਜਦੋਂ ਅਸੀਂ ਪਾਕ ਰੂਪ ਪਵਿੱਤਰ ਆਤਮਾ ਦੇ ਵਸੀਲੇ ਪੜ੍ਹਨ ਲੱਗ ਜਾਂਦੇ ਆ ਇਹ ਬਾਈਬਲ ਸਟੱਡੀ ਨਹੀਂ ਲੱਗਦੀ ਜਦੋਂ ਮੈਂ ਰਾਤਾਂ ਨੂੰ ਜਾ ਕੇ ਇਹ ਤੁਹਾਡੇ ਲਈ ਵਚਨ ਲੈ ਕੇ ਆਨੀ ਆ ਮੈਨੂੰ ਰਾਤਾਂ ਨਹੀਂ ਲੱਗਦੀਆਂ ਕਿ ਮੈਂ 3 ਰਾਤਾਂ ਹਫ਼ਤੇ ਵਿੱਚ ਸੌਂਦੀ ਨਹੀਂ ਮੈਨੂੰ ਇਦਾਂ ਲੱਗਦਾ ਕਿ ਜਿੱਦਾਂ ਮੇਰੇ ਨਾਲ ਖੁਦ ਪਰਮੇਸ਼ਰ ਬੈਠ ਕੇ ਤੁਹਾਡੇ ਲਈ ਇਹ ਬਾਈਬਲ ਸਟੱਡੀ ਤਿਆਰ ਕਰ ਰਹੇ ਹੁੰਦੇ ਨੇ ਮੈਂ ਇਦਾਂ ਹੀ ਦੁਆ ਕਰਦੀ ਹਾਂ ਕਿ ਤੁਸੀਂ ਓਨਾ ਹੀ ਤੁਹਾਨੂੰ ਪ੍ਰਭੂ ਬਰਕਤ ਦੇਵੇ ਜਿੱਦਾਂ ਮੈਨੂੰ ਦਿੰਦੀ ਹੈ ਇਸੇ ਲਈ ਮੈਂ ਆਪਣਾ ਬਾਈਬਲ ਸਟੱਡੀ ਕਿਹਦੇ ਨਾਲ ਫਿਨਿਸ਼ ਕਰਨਾ ਚਾਹੁੰਦੀ ਮੁੜ ਕੇ ਉਹੀ ਆਇਤ ਪੜ੍ਹਨਾ ਚਾਹੁੰਦੀ ਹਾਂ ਮੈਂ ਬੇਟੇ ਨੂੰ ਚਾਹੁੰਦੀ ਹਾਂ ਪੜ੍ਹੋ ਕਿ ਜ਼ਬੂਰ 66 ਉਹਦਾ ਪਹਿਲੇ ਤੇ ਦੂਜੀ ਆਇਤ ਪੜ੍ਹ ਕੇ ਸਾਨੂੰ ਸੁਣਾਓ ਬੇਟਾ ਕਿ ਦੇਖੋ ਇੱਥੇ ਐਸੇ ਦਾ ਆਪਾਂ ਜੋਰਾ ਸ਼ੋਰਾਂ ਦੇ ਨਾਲ ਅੱਜ ਪ੍ਰਭੂ ਜੀ ਦੀ ਏਦਾਂ ਹੀ ਮਹਿਮਾ ਕਰਨੀ ਹੈ ਬੇਟਾ ਸਾਨੂੰ ਮੁੜ ਕੇ ਇੱਕ ਵਾਰੀ ਜ਼ਬੂਰ 66 ਉਹਦੀ ਪਹਿਲੀ ਤੇ ਦੂਜੀ ਆਇਤ ਸਾਮ ਚੈਪਟਰ 66 verse 1 to 2 ਪੜ੍ਹ ਕੇ ਸੁਣਾਓ ਪਲੀਜ਼ ਹੈਲੋ ਹਾਂਜੀ ਪੜ੍ਹ ਕੇ हे ਧਰਤੀ ਦੇ ਸਾਰੇ ਲੋਕੋ ਪਰਮੇਸ਼ਵਰ ਦੇ ਲਈ ਲਲਕਾਰੋ ਉਹਦੇ ਨਾਮ ਦੀ ਮਹਿਮਾ ਦੇ ਭਜਨ ਕੀਰਤਨ ਕਰੋ ਉਹਦੀ ਮਹਿਮਾ ਦੀ ਉਸਤਤ ਕਰੋ ਆਮੀਨ ਆਮੇਨ ਸੋ ਮੇਰੇ ਭੈਣੋ ਤੇ ਭਰਾਓ
ਇਸੇ ਲਈ ਮੈਂ ਇਹ ਜਿਹੜਾ ਵਚਨ, ਇਹ ਜਿਹੜੀ ਬਾਈਬਲ ਸਟੱਡੀ ਸੀ, ਇਸੇ ਆਇਤ ਨਾਲ ਇਸ ਲਈ ਸ਼ੁਰੂ ਕੀਤੀ ਸੀਗੀ ਕਿ ਸਾਨੂੰ ਇਹ ਤੇ ਬਾਰੇ ਜਾਣ ਕੇ ਬਾਅਦ ਆਪਾਂ ਲਲਕਾਰਿਆਂ ਤੋਂ ਬਗੈਰ ਰਹਿ ਨਹੀਂ ਸਕਦੇ। ਆਪਾਂ ਪ੍ਰਭੂ ਦਾ ਧੰਨ ਕਰਦੇ ਰੁਕ ਨਹੀਂ ਸਕਦੇ, ਕਿਉਂਕਿ ਹੁਣ ਸਾਨੂੰ ਪਤਾ ਲੱਗ ਗਿਆ ਕਿ ਸਾਡਾ ਪਰਮੇਸ਼ਰ ਕਿੰਨੀ ਮਹਿਮਾ ਦੇ ਨਾਲ ਗਿਆ ਹੈ ਤੇ ਕਿੰਨੀ ਮਹਿਮਾ ਉਹਨੇ ਸਾਨੂੰ ਦਿੱਤੀ ਹੈ, ਤੇ ਉਸੇ ਮਹਿਮਾ ਦੇ ਨਾਲ ਅਸੀਂ ਸਵਰਗਾਂ ਦੇ ਵਿੱਚ ਅਸੀਂ ਵੀ ਜਾਣਾ ਹੈ ਤੇ ਅਸੀਂ ਉਸੇ ਮਹਿਮਾ ਦੇ already ਹਿੱਸੇਦਾਰ ਹਾਂ ਇੱਥੇ ਦੁਨੀਆ ਵਿੱਚ ਬੈਠੇ ਹੋਏ। ਆਮੇਨ। ਸੋ ਗॉड ਬਲੈਸ ਯੂ ਐਵਰੀਬਾਡੀ ਐਂਡ ਰੱਬ ਤੁਹਾਨੂੰ ਬਹੁਤ ਬਰਕਤ ਦੇਵੇ। ਕਿ ਮੈਂ ਦੁਆ ਕਰਦੀ ਹਾਂ ਕਿ ਤੁਸੀਂ ਏਦਾਂ ਹੀ ਚੜ੍ਹਦੀਆਂ ਕਲੀਆਂ ਚਲੋ ਜਿੱਦਾਂ ਕਿ ਪ੍ਰਭੂ ਦਾ ਮੁੜ ਕੇ ਸਵਰਗਾਂ 'ਚ ਜਾਣ ਵਾਲਾ ਦਿਨ ਸੀਗਾ। ਆਮੇਨ। ਸੋ ਅਗਰ ਆਪਾਂ ਇੱਥੇ ਬਾਈਬਲ ਸਟੱਡੀ ਫਿਨਿਸ਼ ਕਰਦੇ ਹਾਂ। ਸੋ ਹੁਣ ਅਗਰ ਕਿਸੇ ਭੈਣ ਭਰਾ ਕੋਲੇ ਕੋਈ ਵੀ ਕੁਐਸਚਨ ਹੈ, ਜੋ ਸਾਡੇ ਭੈਣ ਭਰਾ ਆਨਲਾਈਨ ਹੈ, ਤੁਸੀਂ ਸਾਨੂੰ ਲਿਖ ਸਕਦੇ ਹੋ, ਜਾਂ ਜਿਹੜੇ ਸਾਡੇ ਫੋਨ ਤੇ ਲੱਗੇ ਹੋਏ ਨੇ ਜ਼ੂਮ ਤੇ ਤੁਸੀਂ ਸਾਨੂੰ ਪੁੱਛ ਸਕਦੇ ਹੋ। ਐਂਡ ਉਹ ਟੈਸਟਮਨੀ ਹੈ, ਤੁਸੀਂ ਟੈਸਟਮਨੀ ਸ਼ੇਅਰ ਕਰ ਸਕਦੇ ਆ। ਨਹੀਂ ਤਾਂ ਆਪਾਂ ਪ੍ਰਭੂ ਜੀ ਦੇ ਅੱਗੇ ਦੁਆ ਕਰਦੇ ਹਾਂ ਅਤੇ ਆਪਾਂ ਉਸ ਤੋਂ ਬਾਅਦ ਆਪਾਂ ਬਾਈਬਲ ਸਟੱਡੀ ਫਿਨਿਸ਼ ਕਰਦੇ ਹਾਂ। ਆਮੇਨ। ਸੋ ਕੁਐਸਚਨ ਅਗਰ ਪੁੱਛ ਸਕਦੇ ਹਾਂ, ਜਾਂ ਬਾਈਬਲ ਜਦੋਂ ਤੁਸੀਂ ਜਾਂ ਟੈਸਟਮਨੀ ਸ਼ੇਅਰ ਕਰ ਸਕਦੇ ਆ, ਨਹੀਂ ਤਾਂ ਆਪਾਂ ਪ੍ਰਾਰਥਨਾ ਕਰਦੇ ਹਾਂ। ਆਮੇਨ। ਚਲੋ ਆਪਾਂ ਦੁਆ ਕਰਦੇ ਹਾਂ। ਮੈਂ ਅਸਿਊਮ ਕਰਦੀ ਹਾਂ ਕਿ ਸਾਰਿਆਂ ਨੂੰ ਅੱਜ ਦੀ ਬਾਈਬਲ ਸਟੱਡੀ ਨੂੰ ਓਨਾ ਹੀ ਆਨੰਦ, ਓਨਾ ਹੀ ਪਿਆਰ ਆਇਆ ਹੋਣਾ ਹੈ ਜਿਹਨੂੰ ਮੈਨੂੰ ਆਇਆ ਸੀ ਜਦੋਂ ਮੈਂ ਇਹ ਬਾਈਬਲ ਸਟੱਡੀ ਤਿਆਰ ਕਰ ਰਹੀ ਸੀਗੀ। ਆਮੇਨ। ਸੋ ਲੈਟਸ ਕਲੋਜ਼ ਆਵਰ ਆਈਜ਼ ਐਂਡ ਲੈਟਸ ਸ਼ਾਊਟ ਵਿਦ ਜੋਏ। ਲੈਟਸ ਖੁਸ਼ੀ ਦੇ ਨਾਲ ਪ੍ਰਭੂ ਦੇ ਅੱਗੇ ਧੰਨ ਆਖੀਏ। ਖੁਦ ਤੁਸੀਂ ਅਨਮਿਊਟ ਕਰਕੇ ਵੀ ਮੇਰੇ ਨਾਲ ਤੁਸੀਂ ਦੁਆਵਾਂ ਕਰ ਸਕਦੇ ਹੋ। ਤੁਸੀਂ ਹੁਣ ਅਨਮਿਊਟ ਕਰ ਸਕਦੇ ਹੋ ਅਤੇ ਤੁਸੀਂ ਮੇਰੇ ਨਾਲ ਸ਼ਾਮਿਲ ਹੋਵੋ ਦੁਆਵਾਂ ਦੇ ਸਾਰੇ। ਚਲੋ ਆਪਾਂ ਪ੍ਰਭੂ ਜੀ ਦਾ ਧੰਨਵਾਦ ਕਰੀਏ ਕਿ ਪ੍ਰਭੂ ਤੇਰਾ ਸ਼ੁਕਰ ਰੱਖਦੇ ਹਾਂ, ਤੇਰਾ ਧੰਨਵਾਦ ਆਖਦੇ ਹਾਂ ਕਿ ਤੁਸੀਂ ਸਾਡੇ ਨਾਲ ਹੋ, ਕਿ ਤੁਸੀਂ ਸਾਨੂੰ ਆਪਣੇ ਚਰਨਾਂ ਵਿੱਚ ਰੱਖਿਆ ਹੋਇਆ ਹੈ। ਆਪਣਾ ਉਸ ਬਚਨਾਂ ਦੇ ਨਾਲ, ਉਸ ਬਰਕਤ ਦੇ ਨਾਲ ਸਾਨੂੰ ਤੁਸੀਂ ਭਿਓਇਆ ਹੈ, ਜਿਸ ਬਰਕਤ ਦੇ ਨਾਲ ਤੁਸੀਂ ਇਸ ਦੁਨੀਆ ਵਿੱਚ ਸੀਗੇ। ਆਮੇਨ। ਸਾਨੂੰ ਉਹ ਆਨੰਦ ਦਿੱਤਾ ਹੈ ਪੁੱਤਰ ਆਤਮਾ ਜੀ ਦਾ, ਜੋ ਆਨੰਦ ਤੁਸੀਂ ਮਾਣਦੇ ਸੀ ਜਦੋਂ ਤੁਸੀਂ ਇਸ ਧਰਤੀ ਤੇ ਸੀਗੇ ਅਤੇ ਉਸ ਸਵਰਗਾਂ ਦੇ ਵੱਡੀ 'ਚ ਰਹਿੰਦੇ ਸੀ। ਸੋ ਲੈਟਸ ਗਿਵ ਗਲੋਰੀ ਟੂ ਗॉड। ਪਿਤਾ ਪਰਮੇਸ਼ਰ ਤੇਰਾ ਸ਼ੁਕਰ ਰੱਖਦੀ ਹੈ, ਤੇਰਾ ਧੰਨਵਾਦ ਰੱਖਦੀ ਹੈ। ਤੈਨੂੰ ਮੈਂ ਸਾਰੀ ਮਹਿਮਾ, ਸਾਰੀ ਗਲੋਰੀ, ਸਾਰਾ ਧੰਨਵਾਦ ਪਿਤਾ ਪਰਮੇਸ਼ਰ ਜੀ ਮੈਂ ਤੇਰੇ ਨਾਮ ਨੂੰ ਦਿੰਦੀ ਹਾਂ। ਪਿਤਾ ਜੀ ਤੇਰਾ ਸ਼ੁਕਰ ਕਿੱਦਾਂ ਨਾ ਮੈਂ ਆਖਾਂ ਪ੍ਰਭੂ ਜੀ, ਕਿ ਤੁਸੀਂ ਸਾਨੂੰ ਆਪਣੀ ਜ਼ਿੰਦਗੀ ਸਾਨੂੰ ਦਿਖਾ ਦਿੱਤੀ ਕਿ ਸਾਡੇ ਆਉਣ ਵਾਲਾ ਵਕਤ ਕਿੰਨਾ ਸੁਨਹਿਰਾ ਆ ਪਿਤਾ ਪਰਮੇਸ਼ਰ ਜੀ, ਕਿੰਨਾ ਬਰਕਤ ਵਾਲਾ ਹੈ ਪਿਤਾ ਪਰਮੇਸ਼ਰ ਜੀ, ਕਿ ਤੁਸੀਂ ਸਾਨੂੰ ਆਪਣੇ ਵਿੱਚ ਸਾਨੂੰ ਰੱਖਿਆ ਆ, ਆਪਣੇ ਵਿੱਚ ਸਾਨੂੰ ਵਧਾਇਆ ਆ, ਆਪਣੇ ਵਿੱਚ ਤੁਸੀਂ ਸਾਨੂੰ ਫਲਾਇਆ। ਪਿਤਾ ਤੇਰਾ ਧੰਨਵਾਦ ਆਖਦੇ ਹਾਂ, ਜਾਣਦੇ ਹੋਏ ਕਿ ਅਗਰ ਸਾਡੇ ਲਈ ਕੋਈ ਦੁਆ ਕਰੇ ਚਾਹੇ ਨਾ ਕਰੇ, ਪਰ ਸਾਨੂੰ ਇੰਨਾ ਪਤਾ ਹੈ ਕਿ ਸਾਡਾ ਪਰਮੇਸ਼ਰ, ਸਾਡਾ ਮੁਕਤੀ ਦਾਤਾ ਦਿਨ ਰਾਤ ਸਾਡੇ ਲਈ ਆਪਣੇ ਪਿਤਾ ਦੇ ਸਾਹਮਣੇ ਇੰਟਰਸੀਡ ਕਰਦਾ ਆ। ਪਿਤਾ ਪਰਮੇਸ਼ਰ ਤੇਰਾ ਸ਼ੁਕਰ ਰੱਖਦੇ ਮੇਰੇ ਪ੍ਰਭੂ ਯਿਸੂ ਜੀ, ਤੁਸੀਂ ਕਿੰਨੇ ਹਲੀਮ ਪਰਮੇਸ਼ਰ ਹੈ ਪਿਤਾ ਜੀ। ਸਾਨੂੰ ਪ੍ਰਭੂ ਜੀ ਉਹ ਹਲੀਮੀ ਸਾਡੇ ਵੀ ਦਿਲਾਂ ਦੇ ਵਿੱਚ ਪਾਓ ਪਿਤਾ ਪਰਮੇਸ਼ਰ ਜੀ। ਸਾਨੂੰ ਵੀ ਸਾਡੇ ਮਨ ਆਪਣੇ ਮਨ ਵਰਗੇ ਬਣਾ ਦਿਓ ਪ੍ਰਭੂ ਜੀ। ਸਾਡਾ ਦਿਲ ਵੀ ਪ੍ਰਭੂ ਜੀ ਉਹ ਦਿਲ ਹੋਵੇ ਪਿਤਾ ਪਰਮੇਸ਼ਰ ਜੀ, ਜਿਸ ਦਿਲ ਨੂੰ ਦੇਖ ਕੇ ਤੁਸੀਂ ਖੁਸ਼ੀ ਹੁੰਦੇ ਹੋ ਪਿਤਾ ਪਰਮੇਸ਼ਰ ਜੀ। ਪ੍ਰਭੂ ਜੀ ਸਾਡੀ ਇੱਕ ਭੈਣ ਭਰਾ ਦੀ ਇਹੀ ਦੁਆ ਹੈ ਮੇਰੇ ਖੁਦਾਵਰ, ਕਿ ਤੁਸੀਂ ਵੱਧਦੇ ਜਾਓ ਤੇ ਅਸੀਂ ਘਟਦੇ ਜਾਈਏ ਪਿਤਾ ਪਰਮੇਸ਼ਰ ਜੀ। ਸਾਡੀ ਦੁਆ ਹੈ ਪਿਤਾ ਪਰਮੇਸ਼ਰ ਜੀ ਕਿ ਜਦੋਂ ਤੁਸੀਂ ਸਾਨੂੰ ਦੇਖੋ ਤੁਸੀਂ ਕਹੋ ਵੈਲ ਡਨ ਮਾਈ ਡਾਟਰ, ਤੁਸੀਂ ਕਹੋ ਕਿ ਬਹੁਤ ਭਲਾ ਕੰਮ ਕੀਤਾ ਮੇਰੇ ਕੋਲ, ਮੈਂ ਤੇਰੇ ਨਾਲ ਬਹੁਤ ਖੁਸ਼ ਹਾਂ ਜੋ ਤੂੰ ਖੁਸ਼ੀ ਕੀਤਾ ਮੇਰੀ ਬੇਟੀ, ਮੈਂ ਤੇਰੇ ਨਾਲ ਬਹੁਤ ਖੁਸ਼ ਹਾਂ ਮੇਰਾ ਬੇਟਾ ਜੋ ਤੁਸੀਂ ਖੁਸ਼ ਕੀਤਾ ਪਿਤਾ ਪਰਮੇਸ਼ਰ ਜੀ। ਅਸੀਂ ਪ੍ਰਭੂ ਜੀ ਜਿੱਦਾਂ ਤੁਸੀਂ ਪ੍ਰਭੂ ਯਿਸੂ ਦੇ ਨਾਲ ਖੁਸ਼ ਸੀ ਪ੍ਰਭੂ ਜੀ, ਸਾਡੀ ਜ਼ਿੰਦਗੀ ਪਿਤਾ ਪਰਮੇਸ਼ਰ ਜੀ ਓਨੇ ਵਰਗੇ ਬਣਾ ਦਿਓ ਪ੍ਰਭੂ ਜੀ, ਕਿ ਅਸੀਂ ਤੁਸੀਂ ਵੀ ਸਾਡੇ ਵਿੱਚ ਦੇਖ ਕੇ ਤੁਸੀਂ ਪੂਰੀ ਖੁਸ਼ੀ ਦੇ ਨਾਲ ਸਾਡੇ ਨਾਲ ਜੂ ਮੁੱਠੋ, ਸਾਡੇ ਉੱਤੇ ਗੀਤ ਗਾਵੋ ਪਿਤਾ ਪਰਮੇਸ਼ਰ ਜੀ। ਪਿਤਾ ਪਰਮੇਸ਼ਰ ਤੇਰਾ ਸ਼ੁਕਰ ਰੱਖਦੇ ਪ੍ਰਭੂ ਜੀ। ਹੁਣ ਅਸੀਂ ਹਰ ਰੋਜ਼ ਨਵੀਆਂ ਤੋਂ ਨਵੀਆਂ ਗੱਲਾਂ ਸਿੱਖਦੇ ਹਾਂ ਕਿ ਸਾਡਾ ਪਰਮੇਸ਼ਰ ਸਾਡੇ ਤੇ ਖੁਸ਼ ਹੁੰਦਾ ਹੈ, ਉਹ ਸਾਡੇ ਉੱਤੇ ਆਪਣੇ ਨਵੇਂ ਗੀਤ ਗਾਉਂਦਾ ਹੈ। ਜਿੱਦਾਂ ਪ੍ਰਭੂ ਜੀ ਅਸੀਂ ਸਵੇਰ ਉੱਠ ਕੇ ਤੇਰੀ ਉਪਾਸਨਾ ਕਰਦੇ ਹਾਂ, ਉਦਾਂ ਹੀ ਪ੍ਰਭੂ ਜੀ ਤੁਸੀਂ ਸਾਡੇ ਉੱਤੇ ਆਪਣੇ ਸੋਹਣੇ ਗੀਤ, ਆਪਣੇ ਮੁਹੱਬਤ ਪ੍ਰੇਮ ਦੇ ਨਾਲ ਤੁਸੀਂ ਰੱਖਦੇ ਆ। ਸਾਡੇ ਘਰ ਦੇ ਵਿੱਚ ਤੁਸੀਂ ਸ਼ਾਂਤੀ ਲੈ ਕੇ ਆਉਂਦੇ ਆ, ਸਾਡੇ ਬੱਚਿਆਂ ਨੂੰ ਸੁਰੱਖਿਅਤ ਕਰਦੇ ਆ ਜਦੋਂ ਅਸੀਂ ਤੁਹਾਡੇ ਕੋਲੇ ਅੱਗੇ ਸਵੇਰੇ ਤੇਰੇ ਚਰਨਾਂ ਵਿੱਚ ਬੈਠਦੇ ਪ੍ਰਭੂ ਜੀ, ਕਿਉਂਕਿ ਤੇਰੇ ਬਚਨ 'ਚ ਲਿਖਿਆ ਹੈ ਕਿ ਮੇਰੇ ਕੋਲ ਆ ਕੇ ਤੂੰ ਜੋ ਟਾਈਮ ਸਪੈਂਡ ਕਰਦਾ ਆ ਉਹ ਪ੍ਰਭੂ ਜੀ ਕਦੇ ਵੀ ਵਿਅਰਥ ਨਹੀਂ ਜਾਂਦਾ ਪਿਤਾ ਪਰਮੇਸ਼ਰ ਜੀ। ਪ੍ਰਭੂ ਜੀ ਮੈਂ ਇੱਕ ਭੈਣ ਭਰਾ ਨੂੰ ਤੇਰੇ ਅੱਗੇ
ਲੈके ਆਨੀ ਹੈ ਪਿਤਾ ਪਰਮੇਸ਼ਰ ਜੀ। ਪ੍ਰਭੂ ਜੀ ਮੈਂ ਹਰ ਇੱਕ ਦੇ ਲਈ ਦੁਆ ਕਰਦੀ ਹਾਂ ਪ੍ਰਭੂ ਜੀ ਕਿ ਸਭਨਾਂ ਦੇ ਦਿਲਾਂ ਦੇ ਵਿੱਚ ਕੋਈ ਵੀ ਜਿਸ ਤਰ੍ਹਾਂ ਦੀ ਪ੍ਰਭੂ ਜੀ ਇਹਨਾਂ ਦੇ ਵਿੱਚ ਦੁਆਵਾਂ ਆ ਪ੍ਰਭੂ ਜੀ, ਅੱਜ ਤੁਸੀਂ ਹਰ ਇੱਕ ਦੇ ਦਿਲ ਦੀ ਦੁਆ ਪੂਰੀ ਕਰੋ ਮੇਰੇ ਪਿਤਾ ਪਰਮੇਸ਼ਰ ਜੀ। ਹਰ ਇੱਕ ਦੇ ਘਰਾਂ ਦੇ ਵਿੱਚ ਪਿਤਾ ਪਰਮੇਸ਼ਰ ਜੀ ਬਿਮਾਰੀ ਜਾਂਦੀ ਲੱਗੇ अभी इसी वक्त यस्सु के नाम से नाच पिता परमेश्वर जी, क्योंकि वो बीमारी रह नहीं सकती। क्योंकि प्रभु जी जिद्दां आज असीं दुआ कीती है कि तुहाडी मार खान दे नाल साडे शरीर चंगे हो गए, साडे शरीर नरोए हो गए प्रभु जी। सचमुच पिता परमेश्वर जी इस मैं सुरिंदर दी फैमिली नूं तेरे अगे लैके आंदी हां, मैं परसिन भैन नूं तेरे अगे लैके आंदी हां, मैं प्रभु जी रमन भैन दी फैमिली नूं तेरे अगे लैके आनी हां, मैं कोमल दी भैन नूं तेरे अगे ओहदे फैमिली नूं ते ओनूं लैके आनी, जोत नूं लैके आनी हां, बापू जी दी फैमिली लैके आनी हां, जसविंदर भाजी दी फैमिली लैके आनी हां, अते होर सब ने पिता परमेश्वर जो परमजीत दी भैन है प्रभु जी उन्हां दे लैके आनी हां। अज इन्हां दे घरां दे विच पिता जी दविंदर भैन दी फैमिली नूं, अपनी फैमिली नूं अते हर वो भैन भरा जिन्हां दे नाम मैं नहीं जान सकी प्रभु जी सबना नूं तेरे अगे लैके आनी पिता परमेश्वर जी। राजन दयाल दी फैमिली नूं मैं तेरे अगे लैके आनी हां, प्रेम गोयल दी फैमिली तेरे अगे लैके आनी पिता परमेश्वर जी। सबना नूं पिता परमेश्वर जी मैं तेरे अगे लैके आनी प्रभु जी। मैं प्रभु जी नवप्रीत दी फैमिली तेरे अगे लैके आनी है कि किसी दे घरे प्रभु जी किसी तरह की शैतानी चीज रुकी हुई है, आज मैं यस्सु के नाम से प्रभु जी उसको कैंसल कर दिंदी हां यस्सु के नाम से प्रभु जी। तुसीं कहा सीगा जिथे भी जाओगे प्रभु जी तुसीं उस जगह के लिए, उस घर के लिए शांति मंगो, उस घर के लिए चंगियाई मंगो, उस घर के लिए बरकत मंगो। आज पिता परमेश्वर एक एक भैन भरा जो प्रभु जी इस दुआ नूं सुन रहा है, जो इस बाइबल दे विच हिस्सा लैके लै रहा है, उस दे लई उस दे घराने दे लई प्रभु जी मैं तेरे लिए तेरे तो शांति मंग लैनी हां, तेरे तो वाधा मंग लैनी हां, तेरे तो प्रभु जी तंदुरुस्ती मंग लैनी हां, तेरे तो पिता परमेश्वर जी तेरी रहम मेहर कृपा उस घर दे विच होवे पिता परमेश्वर जी, तेरी शक्ति प्रभु जी उस घर दे विच आ ठहरे पिता परमेश्वर जी। यस्सु के नाम से नच मंगदी हां प्रभु जी। मैं रमन दी मम नूं लैके आनी हां पिता परमेश्वर जी। आज प्रभु जी उसकी जुबान खुल जावे यस्सु के नाम से नच मंगदी है मेरे खुदावन प्रभु जी। कोई भी प्रभु जी तेरे नाम दे विच गूंगा, कोई भी तेरे ना तेरी प्रभु जी प्रार्थना नहीं कर सकता, तेरी उपासना नहीं कर सकता। आज पिता जी उस मां की जुबान खुल जावे यस्सु के नाम से नच मंगदी, तेरा शुक्र रखती, तेरा धन्यवाद आखदी है प्रभु जी। गीतिका नूं तेरे अगे लैके आनी पिता परमेश्वर जी। आज पिता जी ओदी खून ओदी जुबान ते मैं तेरा खून ला दनी है मेरे खुदावन। आज प्रभु जी उस बच्ची की जुबान खुल जावे, आज प्रभु जी तेरी उपासना करे यस्सु के नाम से नच मंगदी, तेरा शुक्र रखती, तेरा धन्यवाद आखदी है। गठिए की रूह नूं यस्सु के नाम मैं कैंसल कर दी हर एक दी जिंदगी दे विच बीमारी, डायबिटीज शुगर की बीमारी नूं अभी इसी वक्त यस्सु के नाम से हर दे घराने नूं छड्ड के जांदी लगे इन जीसस माइटी नेम पिता परमेश्वर। मैं यस्सु के नाम से दुआ कर दी बाबू जी। किसी का बीपी ब्लड प्रेशर हाई है या लो है, किसी को हार्ट प्रॉब्लम्स है, आज हार्ट प्रॉब्लम्स यस्सु के नाम से बी गॉन इन जीसस माइटी नेम बाबू जी। मैं उस गंदियां बीमारियां नूं यस्सु के नाम से रिमाइंड कर दी कि तुहाडे लई तुसी इस जिंदगी च नहीं रह सकते, क्योंकि परमेश्वर साडे यस्सु ने क्रॉस ते साडे लई कीमत चुका दित्ती है अते ए शरीरां नूं आजादी मैं डिक्लेरेशन करदी हां इन जीसस माइटी नेम पिता परमेश्वर। तेरा शुक्र रखदी हां, तेरा धन्यवाद रखदी हां। हर गंदी रूह जो प्रभु जी लोकां नूं सुपने गंदे दंदी है, जो रातां नूं सौण नहीं दंदी पिता परमेश्वर जी, आज उस गंदी रूह नूं आज ओदा खत्म in Jesus mighty name। I cast it out, I pull it out, I root it out, I throw it like a fire in Jesus mighty name पिता परमेश्वर। तेरा शुक्र रखदी हां, तेरा धन्यवाद रखदी हां, तेरा धन्यवाद रखदी प्रभु जी। आज प्रभु जी तेरी पुत्रताई हर एक दी जिंदगी च आ जाए पिता परमेश्वर जी। इत्थे किसी दा मैनूं प्रभु दिखा रहे कि किसी दियां लत्तां इन्नियां कमजोर है जिहदे कि दुख रहियां आ, टुट रहियां आ। आज वो जिहड़ियां लत्तां दे विच इन्ना दर्द आ, इन्ना जिद्दां उहनां विच जान नहीं हुंदी गी, आज वो लत्तां नूं मैं यस्सु के नाम से हुक्म करदी हां, get your weight, get your strength right now in Jesus mighty name। अभी ताकत फड़ लैन यस्सु के नाम से मंगते हैं प्रभु जी। पूरे जवान दे नाल नठन भजन यस्सु के नाम से मंगते, तेरा शुक्र रखते हैं, तेरा धन्यवाद रखते हैं प्रभु। मैनू प्रभु यस्सु आज मैनू
ਬੈਕਬੋਨ ਦਿਖਾ ਰਹੇ ਆ, ਉਹਦੇ ਵਿਚਾਲੇ ਇੰਨਾ ਦਰਦ ਆ ਜਾਂ ਉੱਥੇ ਕੁਝ ਹੋਇਆ ਵਾ ਆ। ਅੱਜ ਉਸ ਗੰਦਗੀ ਨੂੰ, ਅੱਜ ਜੋ ਵੀ ਉਹ ਰੀੜ ਦੀ ਹੱਡੀ ਉੱਤੇ ਕੋਈ ਵੀ ਖਰਾਬੀ ਹੋਈ ਆ, ਮੈਂ ਯਿਸੂ ਕੇ ਨਾਂ ਸੀ ਨਾ ਉਸ ਰੀੜ ਦੀ ਹੱਡੀ ਨੂੰ ਅਭੀ ਕਹਿੰਦੀ ਚੰਗਾ ਹੋ ਜਾਵੇ ਇਨ ਜੀਸਸ ਮਾਈਟੀ ਨੇਮ। ਪਿਤਾ ਪਰਮੇਸ਼ਰ, ਮੈਂ ਬਾਈ ਫੇਥ ਆਪਣਾ ਹੱਥ ਉਸ ਰੀੜ ਦੀ ਹੱਡੀ ਤੇ ਰੱਖਦੀ ਹਾਂ ਪਿਤਾ ਪਰਮੇਸ਼ਰ ਜੀ। ਪ੍ਰਭੂ ਜੀ, ਮੈਂ ਜਿੱਥੇ ਵੀ ਉਹ ਹੈਗਾ ਪਿਤਾ ਪਰਮੇਸ਼ਰ ਜੀ, ਅੱਜ ਉਸ ਰੀੜ ਦੀ ਹੱਡੀ ਚੰਗੀ ਹੋ ਜਾਵੇ, ਉਹ ਦਰਦ ਜਾਂਦਾ ਲੱਗੇ ਇਨ ਜੀਸਸ ਮਾਈਟੀ ਨੇਮ। ਬੀ ਹੀਲਡ ਇਨ ਜੀਸਸ ਨੇਮ, ਬੀ ਹੀਲਡ ਇਨ ਜੀਸਸ ਨੇਮ, ਬੀ ਹੀਲਡ ਇਨ ਜੀਸਸ ਮਾਈਟੀ ਨੇਮ। ਤੇਰਾ ਸ਼ੁਕਰ ਰੱਖਦੀ ਹਾਂ, ਤੇਰਾ ਧੰਨਵਾਦ ਰੱਖਦੀ ਹਾਂ ਪਿਤਾ ਪਰਮੇਸ਼ਰ ਜੀ। ਪ੍ਰਭੂ ਜੀ, ਸਭਨਾਂ ਨੂੰ ਮੈਂ ਤੇਰੇ ਖੂਨ ਚ ਕਰਦੀ ਹਾਂ ਤੇ ਆਪਣੇ ਪ੍ਰਭੂ ਜੀ ਵਚਨਾਂ ਦੇ ਨਾਲ ਪ੍ਰਭੂ ਜੀ ਸਭਨਾਂ ਨੂੰ ਭਰਪੂਰੀ ਨਾਲ ਰਜਾ ਦੇ ਮੇਰੇ ਪਿਤਾ ਪਰਮੇਸ਼ਰ ਜੀ। ਸਾਰੀ ਗਲੋਰੀ, ਸਾਰੀ ਪ੍ਰੇਜ਼ ਅਸੀਂ ਤੈਨੂੰ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ। ਅਗਰ ਜੋ ਵੀ ਕੋਈ ਭੈਣ ਭਰਾ ਜਿਸ ਵੀਜ਼ੇ ਲਈ ਵੇਟ ਕਰਦੇ ਆ ਪ੍ਰਭੂ ਜੀ, ਅੱਜ ਪਿਤਾ ਪਰਮੇਸ਼ਰ ਜੀ ਤੁਸੀਂ ਉਹਨਾਂ ਦਾ ਆਤਮਿਕ ਵੀਜ਼ਾ ਤਾਂ ਲਾ ਹੀ ਦਿੱਤਾ ਆ, ਪਰ ਜਿਸ ਦੇਸ਼ ਦੇ ਵਿੱਚ ਮੇਰੇ ਭੈਣ ਭਰਾ ਜਾਣਾ ਚਾਹੁੰਦੇ ਆ ਜਾਂ ਜਿੱਥੇ ਵੀ ਉਹਨਾਂ ਨੂੰ ਜੋ ਵੀ ਲੀਗਲ ਸਿਚੁਏਸ਼ਨ ਉਹਦੀ ਹੈਗੀ ਆ, ਅੱਜ ਪਿਤਾ ਪਰਮੇਸ਼ਰ ਜੀ ਤੁਸੀਂ ਆਪਣਾ ਵੀਜ਼ਾ ਸਟੈਂਪ ਲਾ ਦੋ ਨਾ ਤੇ ਜੀਸਸ ਮਾਈਟੀ ਨੇਮ। ਪ੍ਰਭੂ ਜੀ, ਉਹਨਾਂ ਦੇ ਵੀਜ਼ਾ ਦੇ ਦਫ਼ਤਰ ਖੋਲ ਦੋ ਪਿਤਾ ਜੀ। ਅੱਜ ਤੇਰੇ ਸਵਰਗਾਂ ਤੋਂ ਉਹਨਾਂ ਦੇ ਵੀਜ਼ੇ, ਉਹਨਾਂ ਦੇ ਪਾਸਪੋਰਟ ਤੇ ਤੇਰੀ ਮੋਹਰ ਲੱਗੇ ਪਿਤਾ ਪਰਮੇਸ਼ਵਰ ਜੀ। ਅੱਜ ਤੁਸੀਂ ਪ੍ਰਭੂ ਜੀ ਆਪਣੇ ਸੰਤ ਦੂਤ ਉਹਨਾਂ ਦੀ ਫਾਈਲਾਂ ਨੂੰ ਉਹ ਕੈਰੀ ਕਰਨ ਪਿਤਾ ਪਰਮੇਸ਼ਵਰ ਜੀ। ਯਿਸੂ ਕੇ ਨਾਂ ਸੇ ਨਚ ਮੰਗਦੇ ਪ੍ਰਭੂ ਜੀ, ਹਰ ਪਾਸੇ ਇਹਨਾਂ ਭੈਣ ਭਰਾਵਾਂ ਦੀ ਜ਼ਿੰਦਗੀਆਂ ਵਿੱਚ ਜਿੱਤ ਹੋਵੇ ਪਿਤਾ ਜੀ, ਇਹਨਾਂ ਦੀਆਂ ਬਿਜ਼ਨਸ ਵਿੱਚ ਜਿੱਤ ਹੋਵੇ ਪਿਤਾ ਪਰਮੇਸ਼ਵਰ ਜੀ। ਯਿਸੂ ਕੇ ਨਾਂ ਸੇ ਨਚ ਮੰਗਦੇ ਆ। ਅੱਜ ਹਰ ਇੱਕ ਜਿੱਥੇ ਰਿਫਿਊਜ਼ਲ ਲੱਗੀ ਆ, ਅੱਜ ਮੈਂ ਉਹਨਾਂ ਨੂੰ ਐਕਸੈਪਸ਼ਨ ਦੇ ਵਿੱਚ ਡਿਕਲੇਅਰ ਕਰਦੀ ਆ ਇਨ ਜੀਸਸ ਮਾਈਟੀ ਨੇਮ। ਮੁੜ ਕੇ ਕਦੇ ਵੀ ਸਾਡੇ ਭੈਣ ਭਰਾਵਾਂ ਨੂੰ ਕਦੇ ਵੀ ਰਿਫਿਊਜ਼ਲ ਲੱਗ ਨਹੀਂ ਸਕਦੀ ਪਿਤਾ ਪਰਮੇਸ਼ਰ ਜੀ। ਜਿਸ ਕੰਮ ਦੇ ਲਈ ਸਾਡੇ ਭੈਣ ਭਰਾ ਪ੍ਰਭੂ ਜੀ ਸਾਨੂੰ ਦੁਆਵਾਂ ਦੇ ਲਈ ਕਰਦੇ, ਕਈ ਗੁਪਤ ਦੁਆਵਾਂ ਆ, ਉਹ ਸਾਰੀਆਂ ਗੁਪਤ ਦੁਆਵਾਂ ਤੇਰੇ ਅੱਗੇ ਲੈ ਕੇ ਆਨੀ ਪਿਤਾ ਪਰਮੇਸ਼ਰ ਜੀ। ਅੱਜ ਪਿਤਾ ਪਰਮੇਸ਼ਰ ਜਿਸ ਕੰਮਾਂ ਦੇ ਲਈ ਉਹ ਵੇਟ ਕਰਦੇ ਆ, ਅੱਜ ਉਹਨਾਂ ਦੇ ਯਿਸੂ ਕੇ ਨਾਂ ਸੇ ਕੰਮ ਪੂਰੇ ਹੋ ਜਾਣ ਇਨ ਜੀਸਸ ਮਾਈਟੀ ਨੇਮ। ਪਿਤਾ ਤੇਰਾ ਸ਼ੁਕਰ ਰੱਖਦੇ, ਤੇਰਾ ਧੰਨਵਾਦ ਰੱਖਦੇ ਪ੍ਰਭੂ ਜੀ। ਜਿਹੜੀਆਂ ਭੈਣਾਂ ਪ੍ਰਭੂ ਜੀ ਬੱਚੇ ਮੰਗਦੀਆਂ ਆ ਪਿਤਾ ਜੀ, ਅੱਜ ਮੈਂ ਯਿਸੂ ਕੇ ਨਾਂ ਸੇ ਅੱਜ ਮੰਗਦੇ ਪ੍ਰਭੂ ਜੀ ਉਹ ਕਨਸੀਵ ਕਰਨ ਪਿਤਾ ਜੀ, ਪੁੱਤਰਾਂ ਦੀਆਂ ਮਾਵਾਂ ਕਹਿਲਾਣ ਪਿਤਾ ਪਰਮੇਸ਼ਰ ਜੀ। ਕਿਉਂਕਿ ਤੇਰੇ ਵਚਨ ਚ ਲਿਖਿਆ ਆ ਜਾਓ ਵਧੋ ਤੇ ਫੁੱਲੋ ਪਿਤਾ ਪਰਮੇਸ਼ਰ ਜੀ। ਤੁਸੀਂ ਕਿਹਾ ਕਿ ਮੈਂ ਕਿਸੇ ਔਰਤ ਨੂੰ ਬਾਂਝ ਨਹੀਂ ਬਣਾਇਆ, ਓਨਲੀ ਪ੍ਰਭੂ ਜੀ ਤੁਸੀਂ ਇੱਕ ਦੀ ਕੁੱਖ ਬੰਦ ਕੀਤੀ ਸੀਗੀ, ਪਰ ਦੂਸਰੇ ਤੁਸੀਂ ਸਾਰਿਆਂ ਦੇ ਖੋਲਿਆ ਸੀ। ਅੱਜ ਮੇਰੇ ਖੁਦਾਵਨ ਸਾਰਿਆਂ ਦੀਆਂ ਕੁੱਖਾਂ ਖੋਲ ਦੇ ਪਿਤਾ ਜੀ। ਸਭਨਾਂ ਨੂੰ ਧੀਆਂ ਪੁੱਤਰਾਂ ਦੀ ਦਾਤ ਬਖਸ਼ ਪ੍ਰਭੂ ਜੀ। ਜਿਹਨਾਂ ਨੂੰ ਪੁੱਤਰ ਚਾਹੀਦੇ ਆ ਪੁੱਤਰ ਦੇ, ਜਿਹਨਾਂ ਧੀਆਂ ਚਾਹੀਦੀਆਂ ਧੀਆਂ ਦੇ, ਪਰ ਪਿਤਾ ਪਰਮੇਸ਼ਰ ਜੀ ਸਭ ਦੀ ਸਾਂਝ ਇਸ ਦੁਨੀਆ ਵਿੱਚ ਮਿਲਾਓ ਪਿਤਾ। ਮੈਂ ਯਿਸੂ ਕੇ ਨਾਂ ਚ ਮੰਗਦੀ ਹਾਂ, ਸਾਰੀ ਗਲੋਰੀ, ਸਾਰੀ ਪ੍ਰੇਜ਼, ਸਾਰੀ ਆਨਰ ਦਿੰਦੀ ਹਾਂ ਪਿਤਾ ਪਰਮੇਸ਼ਰ ਜੀ। ਮੈਂ ਉਹ ਸਭਨਾਂ ਲਈ ਦੁਆਵਾਂ ਕਰਦੀ ਹਾਂ ਪਿਤਾ ਪਰਮੇਸ਼ਰ ਜੀ ਜੋ ਪਿਤਾ ਪਰਮੇਸ਼ਰ ਜੀ ਬੈਡ ਲੀਗਲ ਪ੍ਰੋਬਲਮ, ਜੋ ਕਾਨੂੰਨੀ ਪ੍ਰੋਬਲਮ ਵਿੱਚ ਫਸੇ ਹੋਏ ਨੇ ਪਿਤਾ ਪਰਮੇਸ਼ਰ ਜੀ। ਅੱਜ ਮੇਰੇ ਖੁਦਾਵਨ ਮੈਂ ਦੁਆ ਕਰਦੀ ਹਾਂ ਪ੍ਰਭੂ ਜੀ ਕਿ ਉਹ ਸਭ ਉਹਨਾਂ ਦੇ ਕੰਮ ਠੀਕ ਆਣ ਪਿਤਾ ਜੀ, ਜਿਨ੍ਹਾਂ ਨੇ ਦਿਲ ਦੇ ਨਾਲ ਸਾਨੂੰ ਦੁਆਵਾਂ ਲਿਖਾਈਆਂ ਹੋਈਆਂ ਆ, ਜਿਹੜੀਆਂ ਅਸੀਂ ਦੁਆਵਾਂ ਕਰਦੇ ਆ ਪਿਤਾ ਪਰਮੇਸ਼ਰ ਜੀ, ਉਹਨਾਂ ਦੇ ਸਭ ਕੰਮ ਕਾਜ ਪੂਰੇ ਹੋਣ ਯਿਸੂ ਕੇ ਨਾਂ ਸੇ ਮੰਗਦੇ। ਤੇਰਾ ਸ਼ੁਕਰ ਰੱਖਦੇ, ਗਲੋਰੀਫਾਈ ਵੀ ਨਹੀਂ ਪ੍ਰਭੂ ਜੀ, ਤੇਰੇ ਨਾਮ ਨੂੰ ਸਾਰੀ ਗਲੋਰੀ ਦਿੰਦੇ, ਪ੍ਰੇਜ਼ ਦਿੰਦੇ, ਆਨਰ ਦਿੰਦੇ ਆ ਪਿਤਾ ਜੀ। ਹਰ ਇੱਕ ਦੁਆ ਜੋ ਪ੍ਰਭੂ ਜੀ ਸਾਨੂੰ ਆਈਆਂ ਆ, ਅਸੀਂ ਸਭ ਤੇਰੇ ਚਰਨਾਂ 'ਚ ਰੱਖਦੇ ਪਿਤਾ ਪਰਮੇਸ਼ਰ ਜੀ। ਉਹ ਇੱਕ ਦੁਆ ਹਰ ਇੱਕ ਦੇ ਭੈਣ ਭਰਾ ਦੇ ਦਿਲ ਨੂੰ ਤੁਸੀਂ ਪੂਰੀਆਂ ਕਰੋ ਯਿਸੂ ਕੇ ਨਾਂ ਸੇ ਮੰਗਦੇ। ਕੋਈ ਵੀ ਪਿਤਾ ਪਰਮੇਸ਼ਰ ਜੀ ਅੱਜ ਬਾਗਾ ਨਹੀਂ ਜਾ ਸਕਦਾ, ਅੱਜ ਪ੍ਰਭੂ ਜੀ ਖਾਲੀ ਨਹੀਂ ਜਾ ਸਕਦਾ, ਕਿਉਂਕਿ ਪਿਤਾ ਜੀ ਜਿੱਦਾਂ ਦੇ ਅਸੀਂ ਆਏ ਅਸੀਂ ਉਦਾਂ ਦੇ ਨਹੀਂ ਜਾਣਾ ਚਾਹੁੰਦੇ। ਅੱਜ ਅਸੀਂ ਤੇਰੇ ਬਚਨਾਂ ਦੇ ਵਿੱਚੋਂ ਦੀ ਜੋ ਸਾਨੂੰ ਤੁਸੀਂ ਭੰਡਾਰ ਦਿੱਤੇ ਆ, ਸਾਡੇ ਅੰਦਰ ਆ ਕੇ ਐਸਾ ਘਰ ਕਰ ਲੈਣ, ਸਾਡੇ ਅੰਦਰ ਪ੍ਰਭੂ ਜੀ ਤੇਰੇ ਸਵਰਗਾਂ ਦੀ ਆਸਾ ਐਸਾ ਆ ਜਾਏ ਪ੍ਰਭੂ ਜੀ। ਸਾਨੂੰ ਅੱਜ ਆਪਣੀ ਰੂਹ ਨਾਲ ਭਰ ਦੋ ਪਿਤਾ ਜੀ, ਸਾਨੂੰ ਅਪਣਾ ਲਓ ਪਿਤਾ ਪਰਮੇਸ਼ਰ ਜੀ। ਜਿੱਦਾਂ ਤੁਸੀਂ ਕਿਹਾ ਸੀ ਕਿ ਅੱਜ ਮੈਂ ਉਦਾਂ ਆਇਆ ਆ, ਜਿੱਦਾਂ ਕਿ ਪ੍ਰਭੂ ਜੀ ਇੱਕ ਕੁਕੜੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਲਾ ਲੈਂਦੀ ਆ ਪ੍ਰਭੂ ਜੀ। ਅੱਜ ਸੱਚਮੁੱਚ ਅਸੀਂ ਸਾਨੂੰ ਪ੍ਰਭੂ ਜੀ ਉਹ ਗਰਮੈਸ਼ ਚਾਹੀਦੀ ਆ ਅੱਜ ਪਿਤਾ ਪਰਮੇਸ਼ਰ ਜੀ। ਜਦੋਂ ਪ੍ਰਭੂ ਜੀ ਬੱਚੇ ਆਪਣੇ ਬੈੱਡਾਂ 'ਚ ਜਾ ਕੇ ਸੌਣ, ਤੁਸੀਂ ਬਰਕਤ ਦੇਣਾ ਪਿਤਾ ਪਰਮੇਸ਼ਰ ਜੀ। ਇਹਨਾਂ ਨੂੰ ਆਪਣੇ ਦਰਸ਼ਨ ਦੇਣਾ ਮੇਰੇ ਪਿਤਾ ਪਰਮੇਸ਼ਰ ਜੀ। ਐਦੇ ਪਿਤਾ ਪਰਮੇਸ਼ਰ ਜੀ ਜਦੋਂ ਅਸੀਂ ਆਪਣਾ ਦਿਨ ਸ਼ੁਰੂ ਕਰਨ ਜਾ ਰਹੇ ਹਾਂ ਪਿਤਾ ਪਰਮੇਸ਼ਰ ਜੀ, ਸਾਡੇ ਦਿਨਾਂ ਨੂੰ ਪ੍ਰਭੂ ਜੀ ਸਾਡੇ ਦਿਨ ਨੂੰ ਬਰਕਤ ਦੇਣਾ। ਤੇਰੇ ਸੰਤ ਦੂਤ ਸਾਡੇ ਹਰ ਇੱਕ ਦੇ ਘਰਾਂ ਦੇ ਆਸੇ ਪਾਸੇ ਲੱਗੇ ਹੋਣ ਅਤੇ ਸਾਨੂੰ ਆਪਣੇ ਆਪ ਦੇ ਵਿੱਚ ਵਧਾ ਕੇ ਰੱਖਣਾ। ਅਸੀਂ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਕੇ ਨਾਂ ਚ ਪਿਤਾ ਜੀ। ਅਸੀਂ ਵਾਅਦਾ ਕਰਦੇ ਹਾਂ ਪ੍ਰਭੂ ਜੀ ਸਾਰੀ ਗਲੋਰੀ, ਸਾਰੀ ਪ੍ਰੇਜ਼, ਸਾਰੀ ਆਨਰ ਅਸੀਂ ਤੇਰੇ ਨਾਮ ਨੂੰ ਦੇਵਾਂਗੇ। ਇਨ ਜੀਸਸ ਨੇਮ ਵੀ ਪ੍ਰੇ ਐਂਡ ਸਾਰੇ ਕਹਿੰਦੇ ਆਮੇਨ ਐਂਡ ਆਮੇਨ ਐਂਡ ਆਮੇਨ। ਹਾਲੇਲੂਇਆ, ਗਲੋਰੀਫਾਈ ਯੋਰ ਨੇਮ ਪਿਤਾ ਪਰਮੇਸ਼ਰ। ਤੇਰਾ ਸ਼ੁਕਰ ਰੱਖਦੇ ਹਾਂ
ਧੰਨਵਾਦ ਆਖਦੇ ਹਾਂ ਆਮੇਨ ਸੋ ਆਪਾਂ ਇੱਥੇ ਆਪਣੀ ਬਾਈਬਲ ਸਟੱਡੀ ਫਿਨਿਸ਼ ਕਰ ਰਹੇ ਹਾਂ ਆਪਾਂ ਇਹਦੇ ਨਾਲ ਤੁਹਾਨੂੰ ਸਭਨਾਂ ਨੂੰ ਮੈਂ ਬਰਕਤ ਦਿੰਦੀ ਹਾਂ ਕਿ ਪਿਤਾ ਪਰਮੇਸ਼ਵਰ ਦਾ ਪਿਆਰ ਪ੍ਰਭੂ ਦੀ ਮਿਹਰ ਤੇ ਕਿਰਪਾ ਅਤੇ ਪਾਕ ਰੂਪ ਪਵਿੱਤਰ ਆਤਮਾ ਦੀ ਸਾਥੀ ਦੇ ਨਾਲ ਹਮੇਸ਼ਾ ਦੇ ਨਾਲ ਰਹੇ ਅਤੇ ਤੁਸੀਂ ਸਦਾ ਪਰਮੇਸ਼ਵਰ ਵਿੱਚ ਵਧੋ ਤੇ ਫੁੱਲੋ ਅਤੇ ਕਦੇ ਵੀ ਕਿਸੇ ਚੀਜ਼ ਦੀ ਤੁਹਾਡੇ ਘਰਾਂ ਦੇ ਵਿੱਚ ਕਿਸੇ ਚੀਜ਼ ਦੀ ਘਟੀ ਨਾ ਹੋਵੇ ਆਮੇਨ ਸੋ ਗॉड ਬlesਸ ਯੂ ਐਵਰੀਬਾਡੀ ਤੇ ਆਪਾਂ ਮੁੜ ਕੇ ਫਿਰ ਮੰਡੇ ਨੂੰ 7 ਵਜੇ ਇੰਡੀਆ ਦੇ ਟਾਈਮ ਨੂੰ ਮਿਲਾਂਗੇ ਅਤੇ ਪਰਮੇਸ਼ਵਰ ਤੁਹਾਨੂੰ ਸਦਾ ਏਦਾਂ ਰੱਖੇ ਸੋ surely goodness and love shall follow you all the days of your lives and you will dwell in the house of the Lord forever and ever amen bye bye everybody god bless you bye ਬਾਏ